ਜੀ। ਸਲੋਕ ਭਗਤ ਕਬੀਰ ਜਿਉ ਕੇ। ਇਕ ਓੰਕਾਰ ਸਤਿਗੁਰ ਪ੍ਰਸਾਦ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਆਦ ਜਗਾਦੀ ਸਗਲ ਭਗਤ ਤਾਕੋ ਸੁਖ ਵਿਸਰਾਮ। ਕਬੀਰ ਮੇਰੀ ਸਿਮਰਨੀ ਰਸਨਾ ਉਪਰ ਰਾਮ। ਆਦ ਜੁਗਾਦਿ ਸਗਲ ਭਗਤ ਤਾਕੋ ਸੁਖ ਵਿਸਰਾਮ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਭਗਤ ਕਬੀਰ ਜਿਉ ਕੇ। ਪਤਿਤ ਪਾਵਨ ਭਗਤ ਵਤਸਲ ਕਿਰਪਾ ਦੇਖ ਜਾਣੇ। ਹਾਜ਼ਰਾ ਹਜੂਰ ਜਾਹਰਾ ਜਹੂਰ ਸਰਬ ਕਲਾ ਭਰਪੂਰ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਗੁਰੂ ਸੰਗਤ ਜੀ, ਜੋ ਆਪ ਜੀ ਸਤਿਗੁਰਾਂ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਹਾਜ਼ਰੀਆਂ ਭਰ ਰਹੇ ਹੋ। ਸਤਿਗੁਰਾਂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਹੋਈ। ਅੰਮ੍ਰਿਤ ਵੇਲੇ ਪਵਿੱਤਰ ਗੁਰਬਾਣੀ ਪੜ੍ਹਨ ਸੁਣਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ। ਇਸ ਮਨੁੱਖਾ ਜਨਮ ਦੇ ਸਮੇਂ ਨੂੰ ਸਫਲ ਕਰਨ ਵਾਸਤੇ ਸੱਚੇ ਪਾਤਸ਼ਾਹ ਜੀ ਸਤ ਸੰਗਤ ਦੀਆਂ ਅਮੋਲਕ ਘੜੀਆਂ ਬਖਸ਼ਦੇ ਨੇ। ਸਾਧ ਸੰਗਤ ਜੀ ਆਓ, ਜੋ ਅੱਜ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ, ਤਿਨਾਂ ਦੀ ਅਪਾਰ ਕਿਰਪਾ ਬਖਸ਼ਿਸ਼ ਸਦਕਾ ਜੋ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਏ ਹੋਏ 15 ਭਗਤਾਂ ਦੀ ਬਾਣੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਦੇ ਸਲੋਕਾਂ ਦੀ ਜੋ ਕਥਾ ਆਰੰਭ ਹੋ ਰਹੀ ਹੈ। ਸਾਧ ਸੰਗਤ ਜੀ, ਜਦੋਂ ਘਰਾਂ ਦੇ ਵਿੱਚ ਸਹਿਜ ਪਾਠ ਕਰਵਾਉਣੇ ਆ ਜਾਂ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਉਣੇ ਆ ਤਾਂ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਦੇ ਸਲੋਕ, ਮਹਾਰਾਜ ਬਾਬਾ ਫਰੀਦ ਸਾਹਿਬ ਜੀ ਦੇ ਸਲੋਕ ਸੁਣੇ ਜਾਂਦੇ ਹੈ। ਬਹੁਤ ਸਰਲ ਔਰ ਸੌਖੇ ਢੰਗ ਦੇ ਨਾਲ ਮਹਾਰਾਜ ਕਬੀਰ ਸਾਹਿਬ ਜੀ ਨੇ ਪਰਮ ਉਪਦੇਸ਼ ਬਖਸ਼ਿਆ ਹੈ। ਇਸ ਕਰਕੇ ਆਓ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਵਿੱਤਰ ਕਥਾ ਨੂੰ ਸੁਣੀਏ। ਸਭ ਤੋਂ ਪਹਿਲਾਂ ਸਤਿਗੁਰੂ ਕਲਗੀਆਂ ਵਾਲੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਇਹਨਾਂ ਦੀ ਉਚਾਰਨ ਕੀਤੀ ਬਖਸ਼ਿਸ਼ ਕੀਤੀ ਹੋਏ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਵਾਹਿਗੁਰੂ ਪਰਮੇਸ਼ਰ ਨੇ ਜਦੋਂ ਇਸ ਸੰਸਾਰ 'ਤੇ ਆ ਕੇ ਸਰੀਰ ਧਾਰਿਆ, ਭਾਵ ਕਿ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਆਏ, ਤਾਂ ਸਤਿਗੁਰਾਂ ਜੀ ਨੇ ਬਾਣੀ ਨੂੰ ਸਤਿਗੁਰਾਂ ਜੀ ਨੇ ਉਚਾਰ ਕੇ ਇਕੱਤਰ ਕਰਨਾ ਸ਼ੁਰੂ ਕੀਤਾ, ਲਿਖਵਾਉਣਾ ਕੀਤਾ।
ਉਹ ਬਾਣੀ ਦੀਆਂ ਪੋਥੀਆਂ ਮਹਾਰਾਜ ਲਿਖਵਾਉਂਦੇ ਗਏ। ਫਿਰ ਜਦੋਂ ਸਾਧ ਸੰਗਤ ਜੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਤੀਜੇ ਸਤਿਗੁਰੂ ਚੌਥੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਆਏ ਤਾਂ ਸਾਧ ਸੰਗਤ ਜੀ ਸਤਿਗੁਰਾਂ ਜੀ ਨੇ ਵੇਖਿਆ ਕੀ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਮ ਤੇ ਸਾਧ ਸੰਗਤ ਜੀ ਉਸ ਵੇਲੇ ਦੇ ਪਖੰਡੀਆਂ ਨੇ ਆਪਣੀ ਬਾਣੀ ਉਚਾਰਨੀ ਸ਼ੁਰੂ ਕਰ ਦਿੱਤੀ ਸੀ। ਤਾਂ ਮਹਾਰਾਜ ਨੂੰ ਜਦੋਂ ਬਾਬਾ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ ਤ੍ਰਿਕਾਲਦਰਸ਼ੀ ਮਹਾਤਮਾ ਮਹਾਂਪੁਰਖ ਹੋਏ ਹੈ, ਆਖਣ ਲੱਗੇ ਮਹਾਰਾਜ ਫਿਰ ਜਿਹੜੀ ਸੱਚੀ ਬਾਣੀ ਧੁਰ ਕੀ ਬਾਣੀ ਅਕਾਲੀ ਬਾਣੀ ਨਿਰੰਕਾਰੀ ਜਿਹੜੀ ਬਾਣੀ ਹੈ ਇਹ ਗੁਰਸਿੱਖਾਂ ਦੇ ਕੋਲ ਕਦ ਆਵੇਗੀ? ਕਿਉਂਕਿ ਪਖੰਡੀ ਜਿਹੜੇ ਨੇ ਆਪਣੇ ਆਪ ਨੂੰ ਸੰਤ ਭਗਤ ਕਹਾਉਣ ਵਾਲੇ ਨੇ ਜਿਹੜੇ ਉਹ ਆਪਣੀ ਬਾਣੀ ਆਪਣੀਆਂ ਤੁਕਾਂ ਉਚਾਰਦੇ ਹੈ ਤੇ ਮੋਹਰ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਂ ਦੀ ਲਾ ਦਿੰਦੇ ਹੈ। ਇਸ ਕਰਕੇ ਸੰਗਤਾਂ ਵਿੱਚ ਭੁਲੇਖਾ ਪੈਣਾ ਸ਼ੁਰੂ ਹੋ ਗਿਆ ਵੀ ਸਤਿਗੁਰਾਂ ਦੀ ਪਰਮ ਪਵਿੱਤਰ ਗੁਰਬਾਣੀ ਕਿਹੜੀ ਹੈ। ਤਾਂ ਮਹਾਰਾਜ ਨੇ ਉਸ ਵੇਲੇ ਇਸ ਗੱਲ ਨੂੰ ਬੜੀ ਮਹਾਰਾਜ ਨੇ ਦੀਰਘਤਾ ਦੇ ਨਾਲ ਬੜੀ ਡੂੰਘਾਈ ਦੇ ਨਾਲ ਸੋਚਣਾ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤਾਂ ਲਿਖਵਾਉਣੀ ਹੈ, ਇੱਕ ਥਾਂ 'ਤੇ ਇਕੱਠੀ ਤਾਂ ਕਰਨੀ ਹੈ, ਕਿਉਂ ਨਾ ਜਲਦੀ ਹੀ ਕਾਰਜ ਸ਼ੁਰੂ ਕੀਤਾ ਜਾਏ। ਤਾਂ ਉਸ ਵੇਲੇ ਸਤਿਗੁਰੂ ਜੀ ਮਹਾਰਾਜ ਨੇ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਉਹ ਬਾਣੀ ਜਿਹੜੀ ਇਕੱਤਰ ਕਰਾਉਣੀ ਸ਼ੁਰੂ ਕੀਤੀ, ਭਾਵ ਕਿ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਚੌਥੇ ਪਾਤਸ਼ਾਹ ਤੱਕ ਗੁਰੂ ਅਮਰਦਾਸ ਮਹਾਰਾਜ ਤੱਕ ਜਿਹੜੀ ਬਾਣੀ ਸੀ ਉਹ ਬਾਬਾ ਮੋਹਨ ਜੀ ਦੇ ਪਾਸ ਔਰ ਗੁਰੂ ਰਾਮਦਾਸ ਪਿਤਾ ਦੀ ਆਪਣੀ ਬਾਣੀ ਤੇ ਔਰ ਗੁਰੂ ਅਰਜਨ ਦੇਵ ਮਹਾਰਾਜ ਦੀ ਪਵਿੱਤਰ ਗੁਰਬਾਣੀ ਇਹ ਮਹਾਰਾਜ ਦੇ ਕੋਲ ਸਨ ਪੋਥੀਆਂ। ਔਰ ਤਿੰਨ ਸਤਿਗੁਰਾਂ ਦੀਆਂ ਪੋਥੀਆਂ ਬਾਬਾ ਮੋਹਨ ਜੀ ਦੇ ਪਾਸ ਜੋ ਗੁਰੂ ਅਮਰਦਾਸ ਪਿਤਾ ਜੀ ਦੇ ਵੱਡੇ ਸਾਹਿਬਜ਼ਾਦੇ ਨੇ। ਇਉਂ ਮਹਾਰਾਜ ਨੇ ਜਦੋਂ ਸਾਧ ਸੰਗਤ ਜੀ ਫਿਰ ਬਾਣੀ ਇਕੱਤਰ ਕਰਵਾਈ ਨਾ ਤਾਂ ਉਸ ਵੇਲੇ ਜਦੋਂ ਭਾਈ ਗੁਰਦਾਸ ਜੀ ਬਾਣੀ ਲਿਖਦੇ ਹੈ, ਕਹਿੰਦੇ ਮਹਾਰਾਜ ਆਪ ਜਿਹੜੀ ਬਾਣੀ ਲਿਖਵਾਉਂਦੇ ਹੋ, ਮਹਾਰਾਜ ਹੁਣ ਭਗਤਾਂ ਦੀ ਬਾਣੀ ਆ ਰਹੀ ਹੈ, ਲਿਖਵਾ ਰਹੇ ਹੋ, ਤੇ ਦੱਸੋ ਉਹ ਭਗਤ ਤਾਂ ਪਹਿਲਾਂ ਹੋ ਚੁੱਕੇ ਹੈ, ਮਹਾਰਾਜ ਤੁਸੀਂ ਕਦੇ ਦਰਸ਼ਨ ਵੀ ਕਰਵਾਵੋਗੇ? ਮਨ ਵਿੱਚ ਸ਼ੰਕਾ ਜਾ ਧਾਰ ਲਿਆ, ਸ਼ੰਕਾ ਜਾ ਕਰ ਲਿਆ ਥੋੜ੍ਹਾ ਜਿਹਾ। ਮਹਾਰਾਜ ਕਹਿੰਦੇ ਭਾਈ ਗੁਰਦਾਸ ਜੀ ਕੱਲ੍ਹ ਨੂੰ ਫਿਰ ਆਇਓ। ਇੱਕ ਮਹਾਰਾਜ ਨੇ ਅੱਡ ਵੱਖਰਾ ਸਤਿਗੁਰਾਂ ਜੀ ਨੇ ਸਾਧ ਸੰਗਤ ਜੀ ਤੰਬੂ ਲਗਵਾ ਦਿੱਤਾ, ਉੱਥੇ ਮਹਾਰਾਜ ਨੇ ਸਾਰੀ ਵਿਛਾਈ ਕਰਵਾ ਦਿੱਤੀ। ਉਸ ਵੇਲੇ ਬ੍ਰਹਮ ਤਾਕਤ ਦੇ ਨਾਲ, ਕਿਉਂਕਿ ਆਪ ਪਰਮੇਸ਼ਰ ਨੇ ਸਤਿਗੁਰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਤਿਗੁਰਾਂ ਜੀ ਨੇ ਫਿਰ 15 ਭਗਤਾਂ ਨੂੰ ਆਪਣੇ ਪਾਸ ਬੁਲਾਉਣਾ ਕੀਤਾ। ਤਾਂ ਫਿਰ 15 ਭਗਤ ਉਹ ਬ੍ਰਹਮ ਗਿਆਨੀ ਭਗਤ ਸਾਧ ਸੰਗਤ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੇਖੋ ਨਮਸਕਾਰ ਕਰੀ ਜਾਂਦੇ ਹੈ, ਵਾਰੋ ਵਾਰੀ ਆਈ ਜਾਂਦੇ ਹੈ। ਇਉਂ ਜਦੋਂ ਸਾਧ ਸੰਗਤ ਜੀ ਵਾਰੋ ਵਾਰੀ ਨਮਸਕਾਰ ਕਰਕੇ ਸਤਿਗੁਰਾਂ ਜੀ ਦੇ ਕੋਲ ਬੈਠ ਗਏ, ਉਸ ਵੇਲੇ ਸਾਧ ਸੰਗਤ ਜੀ ਫਿਰ ਮਹਾਰਾਜ ਨੇ ਭਗਤਾਂ ਨੂੰ ਇਹ ਹੁਕਮ ਕੀਤਾ ਕਿ ਇਹ ਮਹਾਰਾਜ ਭਗਤੋ ਮਹਾਤਮਾ ਜੀ ਆਪਣੀ ਬਾਣੀ ਲਿਖਵਾਉਣੀ ਕਰੋ। ਤਾਂ ਫਿਰ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਹ ਪਰਮ ਪਿਆਰੇ ਸਤਿਗੁਰੂ ਜੀ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਸ਼ਲੋਕ ਲਿਖਵਾਉਂਦੇ ਹੈ। ਇਹ ਸਾਧ ਸੰਗਤ ਦੀ ਆਖਰਲੀ ਬਾਣੀ ਹੈ, 1364 ਅੰਗ 'ਤੇ ਇਹ ਭਗਤ ਕਬੀਰ ਸਾਹਿਬ ਜੀ ਦੀ ਆਖਰਲੀ ਬਾਣੀ ਹੈ। ਤੇ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ
ਸੱਚੇ ਪਾਤਸ਼ਾਹ ਜੀ ਭਗਤ ਕਬੀਰ ਜੀ ਦੇ ਸ਼ਲੋਕ ਸਾਧ ਸੰਗਤ ਜੀ ਉਚਾਰਨ ਕਰਦੇ ਐ। ਭਾਈ ਗੁਰਦਾਸ ਜੀ ਤੋਂ ਲਿਖਵਾਉਂਦੇ ਐ। ਦੀਨ ਦੁਨੀਆ ਦੇ ਮਾਲਕੋ। ਸ਼ਲੋਕ ਭਗਤ ਕਬੀਰ ਜੀਓ ਕੇ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਹੋਏ ਐ। ਇਹ ਬ੍ਰਹਮ ਗਿਆਨੀ ਮਹਾਤਮਾ ਸਾਧ ਸੰਗਤ ਜੀ ਪੂਰਨ ਤਤ ਬੇਤੇ ਸਨ। ਇਹ ਸਾਧ ਸੰਗਤ ਜੀ ਇਹਨਾਂ ਦਾ ਜੀਵਨ ਹੈ ਇਸ ਤਰ੍ਹਾਂ ਹੈ। ਭਗਤ ਕਬੀਰ ਸਾਹਿਬ ਜੀ ਦਾ ਅਵਤਾਰ ਸਾਧ ਸੰਗਤ ਜੀ ਬਿਕਰਮੀ ਸੰਮਤ 1455 ਔਰ ਜੇਠ ਸੁਦੀ ਪੁੰਨਿਆ ਨੂੰ ਹੋਇਆ। 1455 ਬਿਕਰਮੀ ਨੂੰ ਸਾਧ ਸੰਗਤ ਜੀ ਜੇਠ ਸੁਦੀ ਪੁੰਨਿਆ ਦਾ ਦਿਨ ਸੀ। ਉਸ ਦਿਨ ਜੇਠ ਦੀ ਪੁੰਨਿਆ ਨੂੰ ਮਹਾਰਾਜ ਭਗਤ ਕਬੀਰ ਸਾਹਿਬ ਜੀ ਅਵਤਾਰ ਧਾਰਦੇ ਹੈ। ਤੇ ਇਹਨਾਂ ਦਾ ਜਿਹੜਾ ਇਤਿਹਾਸ ਹੈ ਥੋੜ੍ਹਾ ਜਿਹਾ ਅਜੀਬ ਹੈ ਕਿ ਇੱਕ ਵਿਧਵਾ ਬ੍ਰਾਹਮਣੀ ਦੇ ਇਹਨਾਂ ਨੇ ਕੁੱਖੋਂ ਅਵਤਾਰ ਧਾਰਿਆ ਸੀ। ਜਨਮ ਹੋਣ ਕਰਕੇ ਔਰ ਜਿਹੜੀ ਜਨਮ ਦੇਣ ਵਾਲੀ ਮਾਂ ਸੀ ਨਾ, ਸਮਾਜ ਵਿੱਚ ਇੱਜ਼ਤ ਬਚਾਉਣ ਵਾਸਤੇ ਸਾਧ ਸੰਗਤ ਜੀ ਆਪਣੇ ਨਵ ਜੰਮੇ ਬੱਚੇ ਨੂੰ ਕੱਪੜੇ ਦੇ ਵਿੱਚ ਲਪੇਟ ਕੇ ਸਾਧ ਸੰਗਤ ਜੀ ਬਨਾਰਸ ਦੇ ਕੋਲ ਉਹ ਸਾਧ ਸੰਗਤ ਜੀ ਇੱਕ ਨਦੀ ਦੇ ਕਿਨਾਰੇ 'ਤੇ ਛੱਡ ਆਏ। ਜਦੋਂ ਨਦੀ ਦੇ ਕਿਨਾਰੇ 'ਤੇ ਛੱਡ ਕੇ ਆ ਗਏ, ਵਾਹਿਗੁਰੂ ਪਰਮੇਸ਼ਰ ਜੀ ਦੇ ਆਸਰੇ ਸਾਧ ਸੰਗਤ ਜੀ ਜਦੋਂ ਵਾਹਿਗੁਰੂ ਪਰਮੇਸ਼ਰ ਜੀ ਦੇ ਆਸਰੇ ਛੱਡ ਕੇ ਆਏ, ਉਹ ਮਾਂ ਨੇ ਤੇ ਆਪਣੀ ਸਮਾਜ ਵਿੱਚ ਇੱਜ਼ਤ ਤਾਂ ਛੁਪਾ ਲਈ, ਪਰ ਸਾਧ ਸੰਗਤ ਜੀ ਇਹ ਜਿਹੜਾ ਭਗਤ ਕਬੀਰ ਸਾਹਿਬ ਜੀ ਬੱਚੇ ਦੇ ਰੂਪ ਵਿੱਚ ਸਨ, ਇਹ ਜੋ ਬੱਚਾ ਸੀ ਸਾਧ ਸੰਗਤ ਜੀ ਬਸ ਆਕਾਸ਼ ਦੀ ਛੱਤ ਹੇਠਾਂ ਇਸ ਪ੍ਰਕਾਰ ਧਰਤੀ 'ਤੇ ਪਿਆ ਸੀ। ਸਾਧ ਸੰਗਤ ਜੀ ਜਿਵੇਂ ਕਿਸੇ ਦਰਖਤ ਦਾ ਫੁੱਲ ਟੁੱਟ ਕੇ ਧਰਤੀ 'ਤੇ ਡਿੱਗਿਆ ਹੋਇਆ ਹੁੰਦਾ ਏ, ਇਉਂ ਸਾਧ ਸੰਗਤ ਜੀ ਬੱਚਾ ਸੀ ਨਾ ਇਹ ਜਿਹੜਾ ਬੇਸਹਾਰਾ ਪਰਮੇਸ਼ਰ ਦੇ ਆਸਰੇ ਜੀ ਰਿਹਾ ਸੀ। ਤਾਂ ਸਾਧ ਸੰਗਤ ਜੀ ਹੁਣ ਮਹਾਰਾਜ ਦੇ ਤਾਂ ਬਿਰਧ ਹੈ ਨਾ, ਸਤਿਗੁਰੂ ਜੀ ਤਾਂ ਮਾਤਾ ਦੇ ਪੇਟ ਤੋਂ ਲੈ ਕੇ ਆਖਰਲੇ ਸਵਾਸਾਂ ਤੱਕ ਮਹਾਰਾਜ ਤੇ ਸਾਰਿਆਂ ਨੂੰ ਪਾਲਦੇ ਐ। ਸਾਸ ਸਾਸ ਸੰਭਾਲਦਾ ਮੇਰਾ ਪ੍ਰਭ ਸੋਈ। ਮਹਾਰਾਜ ਦੀ ਬਾਣੀ ਕਹਿੰਦੀ ਹੈ ਕਿ ਭਾਈ ਵਾਹਿਗੁਰੂ ਤਾਂ ਸਾਸ ਸਾਸ ਸੰਭਾਲਤਾ, ਉਹ ਤੇ ਹਰੇਕ ਸਵਾਸਾਂ ਨਾਲ ਤੇਰੀ ਸਾਂਭ ਸੰਭਾਲ ਕਰਦਾ ਹੈ। ਘਰ ਬਾਹਰ ਤੇਰਾ ਪਰਵਾਸਾ ਤੂੰ ਜਨ ਕਹਿ ਹੈ ਸੰਗ। ਉਹ ਵਾਹਿਗੁਰੂ ਜਿਹੜਾ ਅੰਦਰ ਹੈ ਉਹ ਬਾਹਰ ਵੀ ਸਾਧ ਸੰਗਤ ਜੀ ਹੈ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਤੂੰ ਜਨ ਕਹਿ ਹੈ ਸੰਗ। ਉਹ ਹਰੀ ਤਾਂ ਭਾਈ ਵਾਹਿਗੁਰੂ ਸਾਰਿਆਂ ਦੇ ਸੰਗ ਹੈ। ਤੇ ਇਸ ਕਰਕੇ ਉਹ ਨਿਰੰਕਾਰ ਤੇ ਸਾਰਿਆਂ ਨੂੰ ਪਾਲਦਾ ਆ ਰਿਹਾ। ਤੇ ਸਾਧ ਸੰਗਤ ਜੀ ਤੇ ਜਿਸ ਨੂੰ ਵਾਹਿਗੁਰੂ ਜੀ ਨੇ ਰੱਖਣਾ ਹੈ, ਤੇ ਸਾਧ ਸੰਗਤ ਜੀ ਕੋਈ ਬਿਮਾਰੀ, ਪਸ਼ੂ ਜਾਨਵਰ, ਕੋਈ ਵੀ ਦੁਸ਼ਮਣ ਵੈਰੀ ਉਹਦਾ ਵਾਲ ਵਿੰਗਾ ਨਹੀਂ ਕਰ ਸਕਦਾ। ਮਹਾਰਾਜ ਦਾ ਬਚਨ ਹੈ ਜਿਸ ਰਾਖੈ ਤਿਸ ਕੋਇ ਨਾ ਮਾਰੈ। ਮਹਾਰਾਜ ਕਹਿੰਦੇ ਜਿਸ ਨੂੰ ਵਾਹਿਗੁਰੂ ਨੇ ਰੱਖਣਾ ਹੈ ਉਸ ਨੂੰ ਕੋਈ ਮਾਰ ਨਹੀਂ ਸਕਦਾ। ਮਹਾਰਾਜ ਭੱਟਾਂ ਦੇ ਸਵਈਆਂ ਦੀ ਬਾਣੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ। ਭੱਟ ਸਾਹਿਬਾਨ ਕਹਿੰਦੇ ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕਿਜੈ। ਮਹਾਰਾਜ ਕਹਿੰਦੇ ਜਿੱਧਰ ਗੁਰੂ ਹੋਵੇ ਲੱਖਾਂ ਬਾਹਾਂ ਵਿਗਾੜ ਨਹੀਂ ਕੁਝ ਸਕਦੀਆਂ। ਤੇ ਸਾਧ ਸੰਗਤ ਜੀ ਪਰ ਇਹ ਜੋ ਅੱਜ ਬੱਚੇ ਨਾਲ ਹੋਇਆ ਇਹ ਵੀ ਕੋਈ ਗੱਲ ਨਹੀਂ ਸੀ ਸਾਧ ਸੰਗਤ ਜੀ ਨਵੀਂ। ਕੁੰਤੀ ਵਰਗੀਆਂ ਮਹਾਨ ਔਰਤਾਂ ਵੀ ਉਹ ਨਵ ਜੰਮੇ ਬੱਚੇ ਨੂੰ ਰੱਬ ਦੇ ਆਸਰੇ ਗੰਗਾ ਦੇ ਤਲਾਅ 'ਤੇ ਛੱਡ ਆਏ। ਸਾਧ ਸੰਗਤ ਜੀ ਗੰਗਾ ਦੇ ਨਦੀ ਦੇ ਪਾਣੀ 'ਤੇ ਉਹ ਕਟੋਕਰੀ ਵਿੱਚ ਰੱਖ ਆਏ। ਤੇ ਕੀ ਹੋਇਆ ਸਾਧ ਸੰਗਤ ਜੀ? ਤੇ ਫਿਰ ਸਾਧ ਸੰਗਤ ਜੀ ਉਹ ਜਦੋਂ ਕੁੰਤੀ ਮਾਤਾ ਨੇ ਇਉਂ ਸਾਧ ਸੰਗਤ ਜੀ ਛੱਡਿਆ, ਤੇ ਫਿਰ ਉਸ ਵੇਲੇ ਵਾਹਿਗੁਰੂ ਪਰਮੇਸ਼ਰ ਦੀ ਦੇਖੋ ਦੇਵਨੀਤ ਸੰਸਾਰ ਦੇ ਵਿੱਚ ਪ੍ਰਸਿੱਧ ਸੂਰਮਾ ਮਹਾਰਥੀ ਕਰਨ ਹੋਇਆ। ਸਾਧ ਸੰਗਤ ਜੀ ਜਿਹੜਾ ਕਰਨ ਸੀ ਨਾ ਮਹਾਰਥੀ,
ਅੱਛਾ, ਕਰਨਾਲ ਦਾ ਕੀ ਭਾਵ ਹੈ? ਕਰਨ ਆਲ। ਜਿਹੜਾ ਸਾਧ ਸੰਗਤ ਜੀ ਕਰਨਾਲ ਸ਼ਹਿਰ ਹੈ ਨਾ ਪਾਣੀਪਤ ਕੋਲ, ਉਹ ਕਰਨ ਆਲ, ਕਰਨ ਦਾ ਘਰ ਸੀ ਉੱਥੇ, ਤਾਂ ਉਹਨੂੰ ਕਰਨਾਲ ਕਹਿੰਦੇ ਨੇ। ਆਲ ਨਾਮ ਹੁੰਦਾ ਘਰ ਦਾ, ਤੇ ਕਰਨ ਸੀ ਸਾਧ ਸੰਗਤ ਜੀ ਕੁੰਤੀ ਮਾਤਾ ਦਾ ਪੁੱਤਰ। ਇਸ ਕਰਕੇ ਉਹ ਮਾਂ ਕੁੰਤੀ ਵਰਗਿਆਂ ਨੇ ਵੀ ਨਦੀ ਦੇ ਕਿਨਾਰੇ ਤੇ ਸਾਧ ਸੰਗਤ ਜੀ ਬੇਸਹਾਰਾ ਛੱਡ ਦਿੱਤਾ। ਭਗਤ ਕਬੀਰ ਸਾਹਿਬ ਜੀ ਮਹਾਰਾਜ ਨਾਲ ਵੀ ਇਸੇ ਤਰ੍ਹਾਂ ਹੀ ਹੋਇਆ। ਪਰ ਇਹ ਨਹੀਂ ਜਾਣਿਆ ਇਹ ਦੁਨੀਆ ਤੇ ਵੱਡੇ ਬ੍ਰਹਮ ਗਿਆਨੀ ਹੋਣਗੇ। ਸਾਧ ਸੰਗਤ ਜੀ ਉਸ ਵੇਲੇ ਫਿਰ ਕੀ ਹੋਇਆ, ਜਦੋਂ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੂੰ ਛੱਡ ਦਿੱਤਾ ਗਿਆ, ਆਪ ਤਾਂ ਮਾਤਾ ਜੀ ਚਲੇ ਗਏ। ਫਿਰ ਸਾਧ ਸੰਗਤ ਜੀ ਜਦੋਂ ਥੋੜ੍ਹਾ ਕੁ ਸਮਾਂ ਹੀ ਹੋਇਆ ਸੀ, ਹਜੇ 2 ਪਹਿਰ ਦਾ ਜਦੋਂ ਸਮਾਂ ਲੰਘਿਆ ਨਾ, ਭਾਵ ਕਿ 6 ਘੰਟੇ ਲੰਘੇ, 3 ਘੰਟਿਆਂ ਦਾ 1 ਪਹਿਰ ਮੰਨਿਆ ਹੈ। ਜਦੋਂ ਸਾਧ ਸੰਗਤ ਜੀ ਇਉਂ ਜਦੋਂ 2 ਪਹਿਰ ਲੰਘਣ ਤੋਂ ਬਾਅਦ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਸਾਧ ਸੰਗਤ ਜੀ ਜੁਲਾਹਾ ਬਸਤੀ ਦੇ ਵਿੱਚੋਂ, ਜੋ ਉੱਥੇ ਨੀਰੂ ਜੁਲਾਹਾ ਤੇ ਰਹਿੰਦੇ ਸਨ, ਨੀਰੂ ਜੁਲਾਹਾ ਸਾਧ ਸੰਗਤ ਜੀ ਜਿਹੜੇ ਭਗਤ ਕਬੀਰ ਸਾਹਿਬ ਦੇ ਫਿਰ ਪਿਤਾ ਹੋਏ। ਔਰ ਸਾਧ ਸੰਗਤ ਜੀ ਜਦੋਂ ਭਗਤ ਕਬੀਰ ਸਾਹਿਬ ਜੀ ਤਾਂ ਪਏ ਨੇ ਨਦੀ ਦੇ ਕਿਨਾਰੇ ਤੇ ਟੋਕਰੀ ਦੇ ਵਿੱਚ, ਤੇ ਜਿਸ ਵੇਲੇ ਜੁਲਾਹਾ ਬਸਤੀ 'ਚ ਰਹਿਣ ਵਾਲੇ ਨੀਰੂ ਜੁਲਾਹੇ ਨੂੰ ਮਹਾਰਾਜ ਨੇ ਪ੍ਰੇਰਿਆ, ਪਰਮੇਸ਼ਰ ਨੇ ਪ੍ਰੇਰਿਆ। ਇਹ ਸਾਧ ਸੰਗਤ ਜੀ ਆਪਦੇ ਕੱਪੜੇ ਚੱਕ ਕੇ ਨਾ ਨਦੀ 'ਤੇ ਚਲਿਆ ਗਿਆ। ਜਦੋਂ ਨਦੀ 'ਤੇ ਗਿਆ, ਉੱਥੇ ਸਾਧ ਸੰਗਤ ਜੀ ਕੀ ਵੇਖਿਆ ਕਿ ਇੱਕ ਬਸਤਰ ਵਿੱਚ ਲਪੇਟੀ ਹੋਈ ਕੋਈ ਚੀਜ਼ ਪਈ ਹੈ ਟੋਕਰੀ ਦੇ ਵਿੱਚ। ਇਹ ਸਾਧ ਸੰਗਤ ਜੀ ਜਦੋਂ ਟੋਕਰੀ ਦੇ ਕੋਲ ਗਿਆ, ਇਹਨੇ ਆਪਣੇ ਹੱਥ ਦੇ ਨਾਲ ਟੋਹ ਕੇ ਵੇਖਿਆ ਵੀ ਇਸ ਦੇ ਵਿੱਚ ਕੀ ਹੈ, ਤਾਂ ਵੇਖਿਆ ਕਿ ਨਰਮ ਜੀ ਕੋਈ ਵਸਤੂ ਹੈ। ਇਉਂ ਜਦੋਂ ਨਰਮ ਜੀ ਵਸਤੂ ਪ੍ਰਤੀਤ ਹੋਈ, ਤਾਂ ਸਾਧ ਸੰਗਤ ਜੀ ਨੀਰੂ ਜੁਲਾਹੇ ਭਾਵ ਕੇ ਸਤਿਗੁਰੂ ਭਗਤ ਕਬੀਰ ਸਾਹਿਬ ਜੀ ਦੇ ਪਿਤਾ ਨੇ ਜਦੋਂ ਵੇਖਿਆ, ਉਸ ਤੋਂ ਬਾਅਦ ਜਦੋਂ ਸਾਧ ਸੰਗਤ ਜੀ ਕੱਪੜਾ ਲਾ ਕੇ ਵੇਖਿਆ ਨਾ, ਇੱਕ ਸਾਧ ਸੰਗਤ ਜੀ ਬੜਾ ਸੁੰਦਰ ਸਰੂਪ ਵਾਲਾ ਬੱਚਾ ਪਿਆ ਹੈ। ਸੁੰਦਰ ਸਰੂਪ ਹੈ, ਸਿਰ ਤੇ ਕੇਸ ਨੇ ਥੋੜੇ ਜਿਹੇ, ਛੋਟਾ ਜਿਹਾ ਨੰਨਾ ਜਿਹਾ ਇੱਕ ਬੱਚਾ ਪਿਆ ਹੈ। ਸਾਧ ਸੰਗਤ ਜੀ ਇਉਂ ਜਦੋਂ ਵੇਖਿਆ ਨਾ, ਦਰਸ਼ਨ ਕੀਤੇ, ਮਨ ਵਿੱਚ ਪ੍ਰੇਮ ਜਾਗ ਗਿਆ, ਮੋਹ ਆ ਗਿਆ। ਕਿਉਂਕਿ ਸਾਧ ਸੰਗਤ ਜੀ ਨੀਰੂ ਜੁਲਾਹੇ ਦੇ ਘਰੇ ਕੋਈ ਪੁੱਤਰ ਨਹੀਂ ਸੀ, ਕੋਈ ਔਲਾਦ ਨਹੀਂ ਸੀ। ਜਦੋਂ ਨਦੀ ਦੇ ਕਿਨਾਰੇ ਤੇ ਪਏ ਹੋਏ ਮਹਾਰਾਜ ਭਗਤ ਕਬੀਰ ਸਾਹਿਬ ਨੂੰ ਵੇਖਿਆ, ਤੇ ਸਾਧ ਸੰਗਤ ਜੀ ਸੁੰਦਰ ਹੈ ਨਾ, ਕਿਉਂਕਿ ਬ੍ਰਹਮ ਗਿਆਨੀ ਸਨ ਮਹਾਰਾਜ ਭਗਤ ਕਬੀਰ ਸਾਹਿਬ ਜੀ। ਪਿਛਲੇ ਜਨਮ ਦਾ ਜਪ ਤਪ ਸੀ ਸਾਧ ਸੰਗਤ ਜੀ, ਸੁੰਦਰ ਸਨ। ਪੰਡਤ ਹਰਦਿਆਲ ਜੀ ਸਾਰ ਕੁਤਾਵਲੀ ਵਿੱਚ ਲਿਖਦੇ ਹੈ, ਸੁੰਦਰ ਸਰੂਪ ਹੋਣਾ, ਬਲਵਾਨ ਹੋਣਾ, ਸਾਧ ਸੰਗਤ ਜੀ ਪੁੰਨਾਂ ਦੀ ਖੇਡ ਹੈ ਸਾਰੀ। ਜਿਹਦੇ ਬਹੁਤੇ ਪੁੰਨ ਕੀਤੇ ਹੈ, ਦਾਨ ਪੁੰਨ ਕੀਤਾ, ਉਸ ਨੂੰ ਸੁੰਦਰ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਜਿਸ ਨੇ ਸ਼ੁਭ ਕਰਮ ਕੀਤੇ ਹੈ, ਸਾਧ ਸੰਗਤ ਜੀ ਸਰੀਰ ਤੰਦਰੁਸਤ ਰਹਿੰਦਾ ਹੈ। ਪੰਡਤ ਹਰਦਿਆਲ ਜੀ ਨੇ ਸਾਰ ਕੁਤਾਵਲੀ ਵਿੱਚ ਸਾਰਾ ਕੁਝ ਲਿਖਿਆ ਹੈ ਉਹਦੇ 'ਚ। ਤੇ ਸਾਧ ਸੰਗਤ ਜੀ ਸਾਧੂਆਂ ਦਾ ਸੰਗ ਹੋਣਾ, ਇਹ ਤੇ ਫਿਰ ਨਾਮ ਪਿਛਲੇ ਜਨਮ ਦਾ ਕੋਈ ਜਪ ਤਪ, ਗਿਆਨ ਹੋਣਾ, ਇੱਕ ਜਾਣਕਾਰੀ ਹੁੰਦੀ, ਇੱਕ ਗਿਆਨ ਹੁੰਦਾ। ਜਾਣਕਾਰੀ ਤੇ ਸਾਰਿਆਂ ਨੂੰ ਹੀ ਹੋ ਸਕਦੀ ਹੈ, ਗਿਆਨ ਹੁੰਦਾ ਨਾ ਜਿਹੜਾ, ਜਦੋਂ ਮਨ ਕਬੂਲ ਲਵੇ ਉਦੋਂ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਤਤ ਗਿਆਨ ਤਿਸ ਮਨ ਪ੍ਰਗਟਾਇਆ। ਜਾਣਕਾਰੀ ਤੇ ਸਾਰਿਆਂ ਨੂੰ ਹੈ, ਗੁਰਮੁਖੋ ਤਤ ਗਿਆਨ ਕਿਸੇ ਵਿਰਲੇ ਵਿਰਲੇ ਨੂੰ ਹੀ ਹੈ। ਇਸ ਕਰਕੇ ਜਾਣਕਾਰੀ ਤੇ ਸਾਰਿਆਂ ਨੂੰ ਹੀ ਹੈ। ਵੀ ਸਾਡੇ 10 ਗੁਰੂ ਸਾਹਿਬਾਨ ਨੇ, ਪਰ 10 ਗੁਰੂ ਸਾਹਿਬਾਂ ਦਾ ਜਿਹੜਾ ਪਰਮ ਗਿਆਨ ਹੈ, ਇਹ ਕਿਸੇ ਮਹਾਤਮਾ ਮਹਾਂਪੁਰਖਾਂ ਦੇ ਹਿੱਸੇ ਆਇਆ। ਜਾਣਕਾਰੀ ਤੇ ਹੈ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਗੁਰੂ ਸਾਹਿਬ ਨੇ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਜਿਹੜਾ ਆਤਮਿਕ ਗਿਆਨ, ਬ੍ਰਹਮ ਗਿਆਨ ਹੈ, ਇਹ ਕਿਸੇ ਬ੍ਰਹਮ ਗਿਆਨੀ ਦੇ ਹਿੱਸੇ ਆਇਆ। ਬ੍ਰਹਮ ਗਿਆਨੀ ਕਹਿ ਘਰ ਸਦਾ ਆਨੰਦ, ਜਿਵੇਂ ਮਹਾਰਾਜ ਦੱਸਦੇ ਹੈ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਫਿਰ ਵੇਖਿਆ ਨਾ ਨੀਰੂ ਜੁਲਾਹੇ ਨੇ,
ਕਿ ਇਹ ਤੇ ਨਰਮ ਜੀ ਚੀਜ਼ ਹੈ। ਕਪੜਾ ਲਾ ਕੇ ਵੇਖਿਆ, ਸੁੰਦਰ ਬੱਚਾ ਪਿਆ ਹੈ। ਮਨ ਵਿੱਚ ਪ੍ਰੇਮ ਜਾਗਿਆ। ਇੱਕ ਤੇ ਵਾਹਿਗੁਰੂ ਨੇ ਪ੍ਰੇਰ ਦਿੱਤਾ ਸਾਧ ਸੰਗਤ ਜੀ। ਵਾਹਿਗੁਰੂ ਸਾਰਿਆਂ ਦਾ ਪ੍ਰੇਰਕ ਹੈ, ਪ੍ਰੇਰਕ ਹੈ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ। ਜਦੋਂ ਸਾਧ ਸੰਗਤ ਜੀ ਇਉਂ ਜਦੋਂ ਦਰਸ਼ਨ ਕੀਤੇ, ਇੱਕ ਤੇ ਹੈ ਪੁੱਤਰ ਸੀ, ਬੇਟਾ ਸੀ, ਮਮਤਾ ਜਾ ਗਈ। ਆਖਿਆ ਖੁਦਾ, ਹੇ ਅੱਲਾ, ਜਿਹੜੇ ਢੰਗ ਨਾਲ ਤੂੰ ਮੈਨੂੰ ਦਿੱਤਾ ਨਾ ਪੁੱਤਰ, ਦੇਖੋ ਕਈ ਢੰਗ ਕਹਿੰਦੇ ਰਹਿੰਦੇ ਆ, ਉਹ ਢੰਗ ਨਾਲ ਦਿੱਤਾ, ਉਹ ਢੰਗ ਨਾਲ। ਵਾਹਿਗੁਰੂ ਢੰਗ ਸਾਰੇ ਜਾਣਦਾ ਆ। ਸਾਧ ਸੰਗਤ ਸਭ ਢੰਗ ਮਹਾਰਾਜ ਨੂੰ ਪਤਾ, ਕਿਹੜੀ ਚੀਜ਼ ਮਹਾਰਾਜ ਨੇ ਕਿਵੇਂ ਦੇਣੀ ਹੈ। ਸਾਧ ਸੰਗਤ ਜੀ ਬਸ ਅਸੀਂ ਆਪਣੀ ਬੁੱਧੀ ਲਾਉਣੇ ਰਹਿੰਦੇ ਹਾਂ, ਪਰ ਵਾਹਿਗੁਰੂ ਪਰਮੇਸ਼ਰ ਤਾਂ ਪ੍ਰੇਰ ਕੇ ਆਪਣੇ ਢੰਗ ਦੇ ਨਾਲ ਬਸ ਉਹ ਵਸਤੂ ਚੀਜ਼ ਦੇ ਦੇਣੀ ਹੈ। ਤਾਂ ਗੁਰਮੁਖੋ, ਕੋਈ ਪਤਾ ਨਹੀਂ ਕਿਸ ਵੇਲੇ ਕਦੋਂ ਤੇ ਕਿਹੜੀ ਚੀਜ਼ ਮਹਾਰਾਜ ਨੇ ਕਿਹੜੇ ਢੰਗ ਨਾਲ ਦੇਣੀ ਹੈ। ਜਦੋਂ ਨੀਰੂ ਜਲਾਹੇ ਨੇ ਆਖਿਆ, ਹੇ ਅੱਲਾ, ਹੇ ਖੁਦਾ, ਤੂੰ ਇਸ ਢੰਗ ਨਾਲ ਜੇ ਪੁੱਤਰ ਦੇਣਾ ਸੀ, ਮੈਂ ਆਪਣਾ ਪੁੱਤਰ ਜਾਣ ਕੇ ਨਹੀਂ, ਆਪਣਾ ਪੁੱਤਰ ਸਮਝ ਕੇ, ਆਪਣੀ ਔਲਾਦ ਜਾਣ ਕੇ ਮੈਂ ਇਸ ਦੀ ਪਰਵਰਿਸ਼ ਕਰਾਂਗਾ। ਬਚਨ ਲੈ ਲਿਆ, ਗੋਦੀ ਵਿੱਚ ਚੱਕ ਲਿਆ ਮਹਾਰਾਜ ਕਬੀਰ ਸਾਹਿਬ ਨੂੰ। ਜਦੋਂ ਗੋਦੀ ਵਿੱਚ ਚੱਕਿਆ, ਘਰ ਲੈ ਆਏ। ਜਦੋਂ ਘਰੇ ਆਏ ਨਾ, ਤੇ ਨੀਰੂ ਜਲਾਹੇ ਦੀ ਘਰ ਵਾਲੀ ਪੁੱਛਦੀ, ਸੁਆਮੀ ਜੀ ਆ ਕੀ ਲੈ ਕੇ ਆਏ ਹੋ, ਤੁਸੀਂ ਚੱਕੀ ਫਿਰਦੇ ਹੋ? ਆਖਣ ਲੱਗੇ ਨੇ, ਉਸ ਅੱਲਾ ਖੁਦਾ ਨੇ ਬੜੀ ਕਿਰਪਾ ਕੀਤੀ ਹੈ, ਬੜਾ ਮਹਾਰਾਜ ਪਰਮੇਸ਼ਰ ਨੇ ਸਾਡੇ ਤੇ ਦਇਆ ਕੀਤੀ ਹੈ। ਇਹਦੀ ਜਿਹੜੀ ਘਰ ਵਾਲੀ ਸੀ ਨਾ ਨੀਰੂ ਜਲਾਹੇ ਦੀ, ਉਹ ਸਾਧ ਸੰਗਤ ਜੀ ਨੀਮਾ ਉਹਨਾਂ ਦਾ ਨਾਮ ਹੈ, ਮਾਤਾ ਨੀਮਾ ਜੀ, ਨੀਮੋ ਵੀ ਕਹਿ ਦਿੰਦੇ ਨੇ। ਭਗਤ ਕਬੀਰ ਸਾਹਿਬ ਦੇ ਮਾਤਾ ਜੀ, ਗੁਰੂ ਸਾਹਿਬ ਨੇ ਤੇ ਕਹਿ ਦਿੱਤਾ, ਧੰਨ ਧੰਨ ਪਿਤਾ, ਧੰਨ ਧੰਨ ਕੁਲ, ਧੰਨ ਧੰਨ ਸੋ ਜਨਨੀ ਜਨ ਗੁਰੂ ਜਣਿਆ ਮਾਏ। ਮਹਾਰਾਜ ਕਹਿੰਦੇ, ਬ੍ਰਹਮ ਗਿਆਨੀ ਜਿਸ ਉਹ ਕੁਲ ਦੇ ਵਿੱਚ ਆ ਜਾਏ ਨਾ, ਉਹ ਮਾਂ ਵੀ ਧੰਨ ਹੈ, ਪਿਤਾ ਵੀ ਧੰਨ ਹੈ। ਹੁਣ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਵੀ ਇੱਦਾਂ ਹੀ ਸੀ ਨਾ। ਆ ਜਨਮ ਅਸ਼ਟਮੀ ਭਾਵੇਂ ਲੰਘ ਕੇ ਗਈ ਹੈ, ਭਗਵਾਨ ਦਾ ਅਵਤਾਰ ਹੋਇਆ, ਦੁਆਪਰ ਯੁੱਗ ਦੇ ਅਵਤਾਰ ਸਨ। ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਮਾਤਾ ਪਿਤਾ, ਮਾਤਾ ਔਰ ਪਿਤਾ ਕੌਣ ਨੇ? ਵਾਸੂਦੇਵ ਪਿਤਾ ਨੇ। ਪਰ ਸਾਧ ਸੰਗਤ ਜੀ ਪਾਲਕ ਜਿਹੜੇ ਇਹਦੇ ਮਾਤਾ ਪਿਤਾ ਭਗਵਾਨ ਦੇ ਸਨ, ਉਹ ਸਾਧ ਸੰਗਤ ਜੀ ਬਾਬਾ ਨੰਦ ਜੀ ਤੇ ਮਾਤਾ ਜਸ਼ੋਦਾ ਜੀ, ਜਿਨ੍ਹਾਂ ਬਾਰੇ ਗੁਰਬਾਣੀ ਵਿੱਚ ਦੋਵੇਂ ਮਾਤਾ ਪਿਤਾ ਦਾ ਨਾਮ ਆਇਆ। ਮਹਾਰਾਜ ਨੇ ਆਖਿਆ, ਧੰਨ ਧੰਨ ਤੂੰ ਮਾਤਾ ਦੇਵਕੀ, ਜਹ ਗ੍ਰਹਿ ਰਮਈਆ ਕਵਲਾਪਤੀ। ਸਾਧ ਸੰਗਤ ਜੀ ਅਸਲ ਵਿੱਚ ਮਾਤਾ ਪਿਤਾ ਤੇ ਪਿਤਾ ਵਾਸੂਦੇਵ ਤੇ ਮਾਤਾ ਦੇਵਕੀ ਜੀ ਸਨ, ਪਰ ਗੁਰਬਾਣੀ ਦੇ ਵਿੱਚ ਬਾਬਾ ਨੰਦ ਤੇ ਮਾਤਾ ਜਸ਼ੋਦਾ ਦਾ ਇਹਨਾਂ ਦਾ ਵੀ ਨਾਮ ਆਇਆ। ਇਹ ਸਾਧ ਸੰਗਤ ਜੀ ਗੁਰਬਾਣੀ ਨੇ ਚੌਹਾਂ ਜਣਿਆਂ ਨੂੰ ਹੀ ਧੰਨ ਆਖਿਆ। ਮਹਾਰਾਜ ਕਹਿੰਦੇ, ਜਿਸ ਕੁਲ ਦੇ ਵਿੱਚ ਮਹਾਤਮਾ ਗੁਰਮੁਖ ਸੰਤ ਜਨਮ ਲੈ ਲਵੇ, ਉਹ ਕੁਲ ਧੰਨ ਹੈ, ਧੰਨ ਹੈ ਉਹ ਕੁਲ। ਤੇ ਨੀਰੂ ਜਲਾਹਾ ਜੀ ਸੀ ਸਾਧ ਸੰਗਤ ਜੀ, ਜਿਹੜਾ ਆਪਣੀ ਘਰ ਵਾਲੀ ਨੂੰ ਕਹਿੰਦਾ, ਅੱਲਾ ਨੇ ਪੁੱਤਰ ਦਿੱਤਾ ਹੈ, ਇਹ ਬੇਟਾ ਦਿੱਤਾ ਹੈ ਵਾਹਿਗੁਰੂ ਨੇ, ਖੁਦਾ ਨੇ ਕਿਰਪਾ ਕੀਤੀ ਹੈ, ਬਸ ਇਸ ਨੂੰ ਆਪਣਾ ਪੁੱਤਰ ਜਾਣ ਕੇ। ਸਾਧ ਸੰਗਤ ਜੀ ਇਉਂ ਜਦੋਂ ਨੀਰੂ ਜਲਾਹੇ ਨੇ ਗੋਦੀ ਵਿੱਚ ਪਾ ਦਿੱਤਾ, ਤੇ ਜਦੋਂ ਮਾਤਾ ਨੇ ਕੱਪੜਾ ਚੱਕ ਕੇ ਵੇਖਿਆ ਕਿ ਵੇਖਾਂ ਤੇ ਸਹੀ ਪੁੱਤਰ, ਸਾਧ ਸੰਗਤ ਜੀ ਬੜਾ ਸੁੰਦਰ ਹੈ, ਗੋਰਾ ਚਿੱਟਾ ਰੰਗ ਹੈ। ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੇ ਮਸਤਕ ਤੇ ਉਹ ਲਾਲੀਆਂ ਭਖਦੀਆਂ ਨੇ। ਯਾਦ ਰੱਖਿਓ, ਮਹਾਰਾਜ ਦੇ 3 ਸਰੂਪ ਨੇ, ਨਿਰਗੁਣ, ਸਰਗੁਣ ਤੇ ਸ਼ਬਦ। ਨਿਰਗੁਣ ਸਰੂਪ ਹੈ ਜਿਹੜਾ ਦੇਖਣ 'ਚ ਨਹੀਂ ਆਉਂਦਾ। ਸਰਗੁਣ ਸਰੂਪ ਜਿਹੜਾ ਸਰੀਰ ਹੈ, ਜਿਵੇਂ 10 ਸਤਿਗੁਰੂ ਇਹ ਵਾਹਿਗੁਰੂ ਦਾ ਸਰੀਰ ਹੈ। ਸੰਤ ਭਗਤ ਬ੍ਰਹਮ ਗਿਆਨੀ ਮਹਾਤਮਾ ਇਹ ਸਰਗੁਣ ਸਰੂਪ ਹੈ ਵਾਹਿਗੁਰੂ ਦਾ। ਮਹਾਰਾਜ ਨੇ ਬਚਨ ਕੀਤਾ, ਸਾਧ ਪਠਾਏ ਆਪ ਹਰ ਤੁਮ ਤੇ ਨਾਹੀ ਦੂਰ,
ਜਿਹੜੇ ਸਾਧੂ ਸਤਪੁਰਸ਼ ਹੁੰਦੇ ਐ ਆਪ ਕਾਲ ਪੁਰਖ ਦਾ ਸਰੂਪ ਹੁੰਦੇ ਐ, ਪਰ ਹੁਣ ਬ੍ਰਹਮ ਗਿਆਨੀ ਸਾਧ ਸੰਗਤ ਜੀ ਮਹਾਰਾਜ ਨੇ ਆਖਿਆ ਬ੍ਰਹਮ ਗਿਆਨੀ ਆਪ ਨਿਰੰਕਾਰ, ਨਾਨਕ ਸਾਧ ਪ੍ਰਭ ਭੇਦ ਨਾ ਪਾਈ, ਔਰ ਤੀਜਾ ਰੂਪ ਹੈ ਸ਼ਬਦ ਗੁਰੂ। ਸਾਧ ਸੰਗਤ ਜੀ ਇਸ ਤਰ੍ਹਾਂ ਜਦੋਂ ਆਪਣਾ ਪੁੱਤਰ ਸਮਝ ਕੇ ਇਉਂ ਫਿਰ ਪਰਵਰਿਸ਼ ਕਰਨੀ ਕੀਤੀ, ਥੋੜ੍ਹੇ ਕੁ ਦਿਨਾਂ ਬਾਅਦ ਆਪਣੇ ਭਾਈਚਾਰੇ ਨੂੰ ਇਕੱਠਾ ਕੀਤਾ, ਗੁੜ ਵੰਡ ਦਿੱਤਾ, ਖੁਸ਼ੀ ਮਨਾਈ ਹੈ। ਮੁਸਲਮਾਨਾਂ ਦੀ ਰੀਤ ਅਨੁਸਾਰ ਸਾਧ ਸੰਗਤ ਜੀ ਬੱਚੇ ਦਾ ਜਿਹੜਾ ਨਾਮਕਰਨ ਕੀਤਾ ਗਿਆ, ਸਾਰੇ ਭਾਈਚਾਰੇ ਨੂੰ ਸੱਦਿਆ, ਸਭ ਭਾਈਚਾਰੇ ਨੂੰ ਸੱਦ ਕੇ ਕਹਿੰਦੇ ਜੀ ਬੱਚੇ ਦਾ ਨਾਮ ਰੱਖੀਏ। ਜਦੋਂ ਕਹਿੰਦੇ ਬੱਚੇ ਦਾ ਨਾਮ ਰੱਖੋ, ਕਹਿੰਦੇ ਕੀ ਰੱਖੀਏ? ਕਹਿੰਦੇ ਜੀ ਕਬੀਰ ਰੱਖ ਦਵੋ ਨਾਮ। ਤੇ ਕਬੀਰ ਦਾ ਭਾਵ ਹੁੰਦਾ ਵੱਡਾ। ਸਾਧ ਸੰਗਤ ਜੀ ਕਬੀਰ ਦਾ ਭਾਵ ਵੱਡਾ ਹੈ। ਹੱਕਾ ਕਬੀਰ ਕਰੀਬ ਤੂੰ ਬੇਐਬ ਪਰਵਦਗਾਰ। ਗੁਰੂ ਨਾਨਕ ਸਾਹਿਬ ਜੀ ਨੇ ਵੀ ਇਹ ਬਚਨ ਕੀਤੇ ਹੈ। ਕਬੀਰ ਨਾਮ ਹੁੰਦਾ ਵੱਡੇ ਦਾ। ਤੇ ਸਾਧ ਸੰਗਤ ਜੀ ਜਦੋਂ ਫਿਰ ਮਹਾਰਾਜ ਇਹਦਾ ਨਾਮ ਰੱਖਿਆ ਗਿਆ ਭਗਤ ਕਬੀਰ ਸਾਹਿਬ ਜੀ ਦਾ, ਕਬੀਰ ਨਾਮ ਰੱਖ ਦਿੱਤਾ। ਸਾਧ ਸੰਗਤ ਜੀ ਮਾਤਾ ਨੇ ਪਾਲਿਆ, ਹੁਣ ਵੱਡੇ ਹੋ ਗਏ ਐ, ਪਰ ਬੱਚਿਆਂ ਨਾਲੋਂ ਥੋੜ੍ਹੇ ਵੱਖਰੇ ਐ। ਖੇਡਣ ਵਿੱਚ ਮਨ ਨਹੀਂ ਲੱਗਦਾ, ਨਾ ਜਿੱਦ ਕਰਦੇ, ਨਾ ਬਹੁਤਾ ਰੋਂਦੇ ਐ, ਬੜੇ ਗੰਭੀਰ ਸੁਭਾਅ ਦੇ ਨੇ ਸਾਧ ਸੰਗਤ ਜੀ। ਫਿਰ ਜਦੋਂ ਸਾਧ ਸੰਗਤ ਜੀ ਇਹਨਾਂ ਨੇ ਹਜੇ ਬੱਚੇ ਹੀ ਸਨ, ਸੁਆਮੀ ਰਾਮਾਨੰਦ ਜੀ ਦੀ ਸੋਭਾ ਸੁਣੀ ਕਿ ਸੁਆਮੀ ਰਾਮਾਨੰਦ ਜੀ ਪੂਰਨ ਮਹਾਤਮਾ ਬ੍ਰਹਮ ਗਿਆਨੀ ਹੈ। ਉਹਨਾਂ ਦੀ ਸਾਧ ਸੰਗਤ ਜੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਸ਼ਬਦ ਹੀ ਆਉਂਦਾ ਹੈ, ਕਤ ਜਾਈਐ ਰੇ ਘਰ ਲਾਗੋ ਰੰਗ। ਭਗਤ ਰਾਮਾਨੰਦ ਜੀ ਮਹਾਰਾਜ ਦਾ, ਸੁਆਮੀ ਰਾਮਾਨੰਦ ਜੀ ਬ੍ਰਾਹਮਣ ਸਨ ਇਹ ਸਾਧ ਸੰਗਤ ਜੀ, ਤੇ ਕਾਂਸ਼ੀ ਵਿੱਚ ਹੀ ਰਿਹਾ ਕਰਦੇ। ਜਦੋਂ ਇਹਨਾਂ ਦੀ ਸੋਭਾ ਭਗਤ ਕਬੀਰ ਸਾਹਿਬ ਨੇ ਸੁਣੀ ਹੈ, ਹਜੇ ਬੱਚੇ ਰੂਪ 'ਚ ਹੀ ਸਨ ਹਜੇ, ਪਰ ਸਾਧ ਸੰਗਤ ਜੀ ਜਿਹੜੇ ਦੇਖੋ ਇਹ ਸਾਧ ਸੰਗਤ ਜੀ ਜੇ ਕੋਈ ਬੱਚਾ ਬਾਣੀ ਪੜ੍ਹਦਾ, ਗੁਰੂ ਘਰ ਵੱਲ ਝੁਕਾਅ ਜਿਸ ਦਾ ਜ਼ਿਆਦਾ ਨਾ, ਉਹ ਪਿਛਲੇ ਜਨਮ ਦਾ ਕੋਈ ਜਪ ਤਪ ਹੁੰਦਾ ਹੈ, ਪਿਛਲੇ ਜਨਮ ਦਾ ਜਪ ਤਪ। ਜਵਾਨੀ ਵਿੱਚ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਆਰਾਧਨਾ, ਭਗਤੀ ਕਰਨੀ, ਸਾਧ ਸੰਗਤ ਜੀ ਸੇਵਾ ਕਰਨੀ, ਗੁਰੂ ਵਾਲਾ ਹੋਣਾ, ਮਰਿਆਦਾ ਵਿੱਚ ਪਰਪੱਕ ਰਹਿਣਾ, ਇਹ ਪਿਛਲੇ ਜਨਮ ਦਾ ਕੋਈ ਜਪ ਤਪ ਹੁੰਦਾ ਹੈ। ਹਾਂ ਕਿਸੇ ਦਾ ਬਹੁਤਾ ਹੈ, ਕਿਸੇ ਦਾ ਥੋੜ੍ਹਾ ਹੈ, ਪਰ ਸਭ ਪਿਛਲੇ ਜਨਮਾਂ ਦੇ ਕਰਮ ਕਰਕੇ ਹੀ ਫਲ ਪ੍ਰਾਪਤ ਹੁੰਦੇ ਹੈ। ਭਗਤ ਕਬੀਰ ਸਾਹਿਬ ਜੀ ਮਹਾਰਾਜ ਇਉਂ ਜਦੋਂ ਬੱਚੇ ਰੂਪ ਵਿੱਚ ਨੇ ਹਜੇ, ਤਾਂ ਸਾਧ ਸੰਗਤ ਜੀ ਬਹੁਤਾ ਬੋਲਦੇ ਨਹੀਂ ਹੈ ਤੇ ਖੇਡਦੇ ਨਹੀਂ ਹੈ ਬਹੁਤਾ। ਸਾਧ ਸੰਗਤ ਜੀ ਕੋਈ ਜਿੱਦ ਨਹੀਂ ਜੇ ਕਰਦੇ, ਬਸ ਚੁੱਪ ਕਰਕੇ ਬੈਠੇ ਰਹਿੰਦੇ ਹੈ, ਗੰਭੀਰ ਸੁਭਾਅ ਹੈ। ਭਾਵੇਂ ਕਿ ਮਾਤਾ ਫਿਕਰ ਕਰਦੇ ਹੈ ਕਿ ਪੁੱਤਰ ਨੂੰ ਪਤਾ ਨਹੀਂ ਕੀ ਹੋਇਆ, ਬੋਲਦੇ ਹੀ ਨਹੀਂ ਹੈ। ਸਾਧ ਸੰਗਤ ਜੀ ਇੱਕ ਦਿਨ ਫਿਰ ਜਦੋਂ ਬਾਹਰ ਗਏ ਨਾ ਭਗਤ ਕਬੀਰ ਜੀ, ਮਹਾਰਾਜ ਨੇ ਸੁਆਮੀ ਰਾਮਾਨੰਦ ਪੂਰੇ ਸਤਿਗੁਰੂ ਦੀ ਮਹਿਮਾ ਸੁਣੀ, ਸੋਭਾ ਸੁਣੀ। ਜਦੋਂ ਮਹਾਤਮਾ ਇਹ ਸੁਆਮੀ ਰਾਮਾਨੰਦ ਜੀ ਮਹਾਰਾਜ ਦੀ ਮਹਿਮਾ ਸੁਣੀ, ਇਹਨਾਂ ਨੇ ਮਨ ਹੀ ਮਨ ਵਿਚਾਰ ਕਰ ਲਈ ਕਿ ਮੈਂ ਇਹਨਾਂ ਨੂੰ ਗੁਰੂ ਧਾਰਨ ਕਰ ਲਵਾਂ। ਸਾਧ ਸੰਗਤ ਜੀ ਸੁਆਮੀ ਰਾਮਾਨੰਦ ਜੀ ਬ੍ਰਾਹਮਣ ਨੇ, ਬ੍ਰਾਹਮਣ ਜਾਤੀ ਦੇ ਹੋਣ ਕਰਕੇ, ਕਿਉਂਕਿ ਬ੍ਰਾਹਮਣ ਉੱਚੀ ਕੁੱਲ ਮੰਨੀ ਹੈ, ਬ੍ਰਾਹਮਣ ਖੱਤਰੀ ਦੋਵੇਂ ਉੱਚੀਆਂ ਕੁੱਲਾਂ ਨੇ। ਸਾਧ ਸੰਗਤ ਜੀ ਜਦੋਂ ਸੁਆਮੀ ਰਾਮਾਨੰਦ ਜੀ ਮਹਾਰਾਜ ਬ੍ਰਾਹਮਣ ਇਹ ਉੱਚ ਜਾਤੀ ਦੇ ਹੋਣ ਕਰਕੇ ਥੋੜ੍ਹਾ ਜਿਹਾ ਫਰਕ ਰੱਖ ਲੈਂਦੇ ਸੀ, ਸ਼ੂਦਰਾਂ ਤੋਂ ਇੱਕ ਥੋੜ੍ਹੀ ਜਿਹੀ ਘਿਰਣਾ ਕਰਦੇ ਸਨ, ਉਪਦੇਸ਼ ਨਹੀਂ ਸੀ ਦਿੰਦੇ। ਉਪਦੇਸ਼ ਕੇਵਲ ਬ੍ਰਾਹਮਣਾਂ ਤੇ ਖੱਤਰੀਆਂ ਨੂੰ ਹੀ ਦਿੰਦੇ, ਪਰ ਹੈ ਬ੍ਰਹਮ ਗਿਆਨੀ ਸਨ। ਸਾਧ ਸੰਗਤ ਜੀ ਐਵੇਂ ਥੋੜ੍ਹੀ ਉਹਨਾਂ ਦੀ ਬਾਣੀ ਆਈ ਹੈ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ। ਸਾਧ ਸੰਗਤ ਜੀ ਸੁਆਮੀ ਰਾਮਾਨੰਦ ਜੀ ਕਹਿੰਦੇ ਕਤ ਜਾਈਐ ਰੇ ਘਰ ਲਾਗੋ ਰੰਗ, ਮੇਰਾ ਚਿਤ ਨਾ ਚਲੈ ਮਨ ਭਇਓ ਪੰਗ। ਇੱਕ ਦਿਵਸ ਮਨ ਭਈਓ ਮੰਗ, ਕਸ ਚੰਦਨ ਹੋਆ ਬਹੁ ਸੁਗੰਧ। ਸਾਧ ਸੰਗਤ ਜੀ ਬਾਣੀ ਹੈ ਉਹਨਾਂ ਦੀ, ਸੁਆਮੀ ਰਾਮਾਨੰਦ ਜੀ ਮਹਾਰਾਜ ਜੀ। ਸਾਧ ਸੰਗਤ ਜਦੋਂ ਥੋੜ੍ਹੀ ਜੀ ਇਹ ਜਾਤੀ ਘਿਰਣਾ ਕਰਦੇ, ਸ਼ੂਦਰਾਂ ਨੂੰ ਉਪਦੇਸ਼ ਨਹੀਂ ਸੀ ਦਿੰਦੇ, ਪਰ ਜਦੋਂ ਭਗਤ ਕਬੀਰ ਸਾਹਿਬ ਜੀ ਨੂੰ ਵਾਹਿਗੁਰੂ ਪਰਮੇਸ਼ਰ ਨੇ ਪ੍ਰੇਰਣਾ ਦਿੱਤੀ, ਦੇਖੋ ਸਾਧ ਸੰਗਤ ਜੀ ਥੋੜ੍ਹਾ ਧਿਆਨ ਦਿਓ ਇੱਥੇ, ਜਦੋਂ ਕੀ ਪ੍ਰੇਰਣਾ ਦਿੱਤੀ ਹੈ, ਜੇ ਗੁਰੂ ਧਾਰਨਾ ਤੇ ਸੁਆਮੀ ਰਾਮਾਨੰਦ ਜੀ ਨੂੰ ਹੀ ਧਾਰਨਾ। ਇਹ ਪੂਰੇ ਮਹਾਤਮਾ ਬ੍ਰਹਮ ਗਿਆਨੀ ਹੈ
ਤੇ ਸਾਧ ਸੰਗਤ ਜੀ ਪ੍ਰੇਰਣਾ ਕੀ ਦਿੱਤੀ ਕਿ ਤੜਕੇ ਅੰਮ੍ਰਿਤ ਵੇਲੇ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ ਸੁਆਮੀ ਰਾਮਾਨੰਦ ਜੀ। ਮਹਾਰਾਜ ਸਤਿਗੁਰੂ ਸੁਆਮੀ ਰਾਮਾਨੰਦ ਜੀ ਜਾਂਦੇ ਨੇ ਇਸ਼ਨਾਨ ਕਰਨ ਵਾਸਤੇ। ਤੇ ਜਦੋਂ ਇਸ਼ਨਾਨ ਕਰਨ ਜਾਂਦੇ ਆ ਨਾ ਨਦੀ ਦੇ ਕਿਨਾਰੇ ਤੇ ਭਗਤ ਕਬੀਰ ਸਾਹਿਬ ਦੇ ਮਨ ਅੰਦਰ ਪ੍ਰੇਰਣਾ ਆਈ। ਵਾਹਿਗੁਰੂ ਨੇ ਪ੍ਰੇਰਿਆ ਕਿ ਤੂੰ ਜਾ ਕੇ ਰਸਤੇ ਵਿੱਚ ਉੱਥੇ ਲੰਮਾ ਪੈ ਜਾਵੀਂ। ਤੇ ਸਾਧ ਸੰਗਤ ਜੀ ਮਹਾਰਾਜ ਭਗਤ ਕਬੀਰ ਸਾਹਿਬ ਨੇ ਇਸੇ ਤਰ੍ਹਾਂ ਹੀ ਕੀਤਾ। ਜਦੋਂ ਸਵਾ ਪਹਿਰ ਤੜਕੇ ਗੰਗਾ ਵਿੱਚ ਨਹਾ ਕੇ ਸੁਆਮੀ ਰਾਮਾਨੰਦ ਜੀ ਵਾਪਸ ਆ ਰਹੇ ਸੀ ਤਾਂ ਇਹ ਸਾਧ ਸੰਗਤ ਜੀ ਭਗਤ ਕਬੀਰ ਜੀ ਅਚਾਨਕ ਲੰਮੇ ਪੈ ਗਏ। ਜਦੋਂ ਸਾਧ ਸੰਗਤ ਜੀ ਲੰਮੇ ਪਏ ਉਸ ਵੇਲੇ ਸਾਧ ਸੰਗਤ ਜੀ ਹਾੜ ਦਾ ਮਹੀਨਾ ਸੀ। ਇਹ ਸਾਧ ਸੰਗਤ ਜੀ 1462 ਦੀ ਘਟਨਾ ਹੈ। 1462 ਬਿਕਰਮੀ ਸੰਮਤ ਦੀ ਘਟਨਾ, ਹਾੜ ਦਾ ਮਹੀਨਾ ਸੀ। ਭਗਤ ਕਬੀਰ ਸਾਹਿਬ ਜੀ ਰਸਤੇ ਵਿੱਚ ਲੰਮੇ ਪੈ ਗਏ। ਜਦੋਂ ਸਾਧ ਸੰਗਤ ਜੀ ਰਸਤੇ ਵਿੱਚ ਲੰਮੇ ਪਏ ਉਸ ਵੇਲੇ ਸਾਧ ਸੰਗਤ ਜੀ ਭਗਤ ਕਬੀਰ ਜੀ ਦੀ ਉਮਰ 7 ਵਰ੍ਹਿਆਂ ਦੀ 7 ਸਾਲ ਦੇ ਹੀ ਸਨ ਮਹਾਰਾਜ। ਜਦੋਂ ਸਾਧ ਸੰਗਤ ਜੀ ਲੰਮੇ ਪੈ ਗਏ ਸੁਆਮੀ ਰਾਮਾਨੰਦ ਜੀ ਆਪਣੇ ਅੰਤਰ ਧਿਆਨ 'ਚ ਹੀ ਹੈ। ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦੇ ਨਾਮ 'ਚ ਹੀ ਲਿਵ ਲੱਗੀ ਰਹਿੰਦੀ ਹੈ। ਬ੍ਰਹਮ ਗਿਆਨੀ ਕੇ ਘਰ ਸਦਾ ਆਨੰਦ, ਮਹਾਰਾਜ ਦਾ ਬਚਨ ਹੈ। ਸਾਧ ਸੰਗਤ ਜੀ ਬ੍ਰਹਮ ਗਿਆਨੀ ਤਾਂ ਸਦਾ ਆਨੰਦ ਵਿੱਚ ਹੀ ਰਹਿੰਦਾ ਹੈ। ਉਹ ਭਾਵੇਂ ਖਾਣਾ ਹੋਵੇ ਪੀਣਾ ਹੋਵੇ, ਜਿੰਨਾ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ, ਪੂਰਨ ਸੋਈ ਸੰਤ। ਮਹਾਰਾਜ ਕਹਿੰਦੇ ਉਹੀ ਸੰਤ ਹੈ ਜਿਸ ਨੂੰ ਸਾਸ ਗਿਰਾਸ ਵਾਹਿਗੁਰੂ ਦਾ ਨਾਮ ਨਹੀਂ ਜੇ ਭੁੱਲਦਾ। ਸੁਆਮੀ ਰਾਮਾਨੰਦ ਤੇ ਭਾਈ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਹੋਏ ਆ ਰਹੇ ਸੀ। ਜਦੋਂ ਸਾਧ ਸੰਗਤ ਜੀ ਰਸਤੇ ਵਿੱਚ ਆਏ ਉਸ ਵੇਲੇ ਇਹਨਾਂ ਦਾ ਚਰਨ ਲੱਗਿਆ ਭਗਤ ਕਬੀਰ ਸਾਹਿਬ ਜੀ ਦੇ ਸਰੀਰ ਨੂੰ। ਜਦੋਂ ਸਾਧ ਸੰਗਤ ਜੀ ਚਰਨ ਲੱਗਿਆ ਨਾ ਉਸ ਵੇਲੇ ਮੁਖਾਰ ਬਿੰਦ ਤੋਂ ਸਾਧ ਸੰਗਤ ਜੀ ਬਚਨ ਨਿਕਲਿਆ ਤੇ ਆਖਿਆ ਕਿ ਭਾਈ ਤੂੰ ਕਿਹੜਾ ਪਿਆ ਅੰਮ੍ਰਿਤ ਵੇਲੇ, ਉੱਠ ਕੇ ਰਾਮ ਕਹਿ। ਜਦੋਂ ਸਾਧ ਸੰਗਤ ਜੀਓ ਬਚਨ ਕੀਤਾ ਭਗਤ ਕਬੀਰ ਸਾਹਿਬ ਨੂੰ ਵਿਰਾਗ ਆ ਗਿਆ, ਰੋਣ ਲੱਗ ਗਈ। ਜਦੋਂ ਵਿਰਾਗ ਆ ਗਿਆ ਆਖਣ ਲੱਗੇ ਸੁਆਮੀ ਰਾਮਾਨੰਦ ਜੀ ਮਹਾਰਾਜ ਕਹਿੰਦੇ ਅੱਛਾ ਬੱਚਾ ਏ। ਤੇ ਉੱਥੇ ਸਾਧ ਸੰਗਤ ਜੀ ਬਚਨ ਕੀਤਾ ਕਿ ਬੱਚਾ ਰੋਏ ਨਹੀਂ ਰਾਮ ਕਹੋ। ਸਿਰ ਤੇ ਹੱਥ ਰੱਖ ਦਿੱਤਾ ਸਤਿਗੁਰੂ ਮਹਾਰਾਜ ਸੁਆਮੀ ਰਾਮਾਨੰਦ ਜੀ ਮਹਾਰਾਜ ਨੇ। ਸੀਸ ਤੇ ਹੱਥ ਰੱਖ ਕੇ ਆਖਿਆ ਬੱਚੇ ਰੋਏ ਨਹੀਂ, ਰਾਮ ਕਹੋ, ਰਾਮ ਕਹੋ। 3 ਵਾਰ ਮਹਾਰਾਜ ਨੇ ਬਚਨ ਕੀਤਾ। ਸਾਧ ਸੰਗਤ ਜੀ ਇਹ ਸਾਰੀ ਵਾਰਤਾ ਫਿਰ ਭਾਈ ਗੁਰਦਾਸ ਜੀ ਨੇ ਲਿਖੀ ਆਪਣੀ ਬਾਣੀ 'ਚ। ਮਹਾਰਾਜ ਕਹਿੰਦੇ ਹੋਏ ਬਰਕਤ ਬਨਾਰਸੀ, ਰਹਿੰਦਾ ਰਾਮਾਨੰਦ ਗੁਸਾਈ। ਗੋ ਨਾਮ ਧਰਤੀ ਦਾ, ਸਾਈਂ ਨਾਮ ਮਾਲਕ ਦਾ। ਧਰਤੀ ਦਾ ਮਾਲਕ ਕਿੱਡਾ ਵੱਡਾ ਬ੍ਰਹਮ ਗਿਆਨੀ ਸੀ ਸੁਆਮੀ ਰਾਮਾਨੰਦ ਮਹਾਰਾਜ। ਬ੍ਰਾਹਮਣ ਜਾਤੀ ਵਿੱਚੋਂ ਸਨ। ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਭਾਈ ਗੁਰਦਾਸ ਜੀ ਕਹਿੰਦੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਪਾਨ ਕਰਨ ਜਾਇਆ ਕਰਦੇ ਸੀ ਗੰਗਾ ਦੇ ਕਿਨਾਰੇ ਤੇ। ਮਹਾਰਾਜ ਸੁਆਮੀ ਰਾਮਾਨੰਦ ਜੀ ਸਾਧ ਸੰਗਤ ਜੀ ਹੋਏ ਬਰਕਤ ਬਨਾਰਸੀ। ਬਰਕਤ ਸਾਧੂ ਸਨ, ਵਿਰਾਗੀ ਸਾਧ ਸੰਗਤ ਜੀ ਵਿਰਾਗੀ ਤਿਆਗੀ ਸਨ, ਬਨਾਰਸ ਵਿੱਚ ਰਹਿੰਦੇ ਸੀ। ਭਾਈ ਗੁਰਦਾਸ ਜੀ ਕਹਿੰਦੇ ਰਾਮਾਨੰਦ ਗੁਸਾਈ ਸੁਆਮੀ ਰਾਮਾਨੰਦ ਜੀ ਮਹਾਰਾਜ ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈ। ਅੰਮ੍ਰਿਤ ਵੇਲੇ ਉੱਠੇ ਐ ਨਹਾਉਣ ਜਾਂਦੇ ਐ ਗੰਗਾ ਤੇ ਇਸ਼ਨਾਨ ਕਰਨ ਵਾਸਤੇ। ਸਾਧ ਸੰਗਤ ਜੀ ਅੱਗੋਂ ਹੀ ਦੇ ਜਾਏ ਕੈ, ਲੰਮਾ ਪਿਆ ਕਬੀਰ ਤਿਥਾਈ। ਭਗਤ ਕਬੀਰ ਸਾਹਿਬ ਜੀ ਨੇ ਵੇਖਿਆ ਕਿ ਅੰਮ੍ਰਿਤ ਵੇਲੇ ਇਸ ਵੇਲੇ ਆਉਂਦੇ ਐ, ਰਸਤੇ ਵਿੱਚ ਲੰਮੇ ਪੈ ਗਏ। ਪੈਰੀ ਟੁੰਬ ਉਠਾਇਆ, ਬੋਲੋ ਰਾਮ ਸਿੱਖ ਸਮਝਾਈ। ਭਗਤ ਕਬੀਰ ਸਾਹਿਬ ਜੀ ਦਾ ਜਦੋਂ ਸਾਧ ਸੰਗਤ ਜੀਓ ਸਰੀਰ ਲੰਮਾ ਪਿਆ, ਮਹਾਰਾਜ ਦਾ ਚਰਨ ਲੱਗਿਆ ਜਾ ਕੇ ਸਰੀਰ ਨੂੰ ਚਰਨਾਂ ਦੀ ਛੋਹ ਪ੍ਰਾਪਤ ਹੋ ਗਈ। ਤੇ ਸਾਧ ਸੰਗਤ ਜੀ ਹੁਣ ਪੂਰਨ ਮਹਾਤਮਾ ਬ੍ਰਹਮ ਗਿਆਨੀ ਦਾ ਜਦੋਂ ਚਰਨ ਲੱਗਦਾ ਨਾ ਸਾਧ ਸੰਗਤ ਜੀ, ਕਿਸੇ ਜੀਵ ਨੂੰ ਪਾਪੀ ਜੀਵ ਨੂੰ ਜੇ ਕਿਸੇ ਸੰਤ ਪੂਰੇ ਦਾ ਬ੍ਰਹਮ ਗਿਆਨੀ ਦਾ ਚਰਨ ਲੱਗ ਜਾਏ ਨਾ ਸਾਧ ਸੰਗਤ ਜੀ ਭਾਈ ਗੁਰਦਾਸ ਜੀ ਕਹਿੰਦੇ ਐ ਜਿਉ ਲੋਹਾ ਪਾਰਸ ਛੂਹੇ, ਚੰਦਨ ਵਾਸ ਨਿੰਮ ਮਹਿਕਾਈ। ਜਿਵੇਂ ਸਾਧ ਸੰਗਤ ਜੀ
ਲੋਹੇ ਨੂੰ ਲੱਗਣ ਦੇ ਨਾਲ ਜਿਹੜਾ ਪਾਰਸ ਹੈ ਸਾਧ ਸੰਗਤ ਜੀ ਉਹ ਸੋਹਣਾ ਹੋ ਜਾਂਦਾ ਹੈ। ਜਦੋਂ ਪਾਰਸ ਲੋਹੇ ਨੂੰ ਲੱਗਦਾ ਨਾ ਉਦੋਂ ਲੋਹਾ ਸੋਹਣਾ ਹੋ ਜਾਂਦਾ ਏ। ਕੱਚੋ ਕੰਚਨ ਭਇਓ ਸ਼ਬਦ ਗੁਰੂ ਸਰਵਣੈ ਸੁਣਿਓ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਕੱਚ ਤੋਂ ਸੋਹਣਾ ਹੋ ਜਾਂਦਾ ਉਹ ਪੁਰਖ ਜਦੋਂ ਗੁਰੂ ਦੇ ਉਪਦੇਸ਼ ਨੂੰ ਸੁਣਦਾ ਹੈ, ਜਦੋਂ ਗੁਰੂ ਸਾਹਿਬ ਦੇ ਬਚਨਾਂ ਨੂੰ ਨਾਮ ਨੂੰ ਸੁਣਦਾ ਹੈ। ਕੱਚੋ ਕੰਚਨ ਭਇਓ ਸ਼ਬਦ ਗੁਰ ਸਰਵਣੈ ਸੁਣਿਓ। ਬਿਖਤੇ ਅੰਮ੍ਰਿਤ ਹੋਇਓ ਨਾਮ ਸਤਿਗੁਰ ਮੁਖ ਪਣਿਓ। ਸਾਧ ਸੰਗਤ ਜੀ ਜ਼ਹਿਰ ਨਿਕਲ ਜਾਂਦੀ ਹੈ, ਅੰਮ੍ਰਿਤ ਹੋ ਜਾਂਦਾ ਉਹਦਾ ਸਰੀਰ ਮਨ ਤਨ ਜਦੋਂ ਵਾਹਿਗੁਰੂ ਜੀ ਦਾ ਨਾਮ ਮੁਖਾਰ ਬਿੰਦ ਤੋਂ ਲੈਂਦਾ ਹੈ। ਮਹਾਰਾਜ ਕਹਿੰਦੇ ਜਦੋਂ ਪੈਰੀ ਟੁੰਬ ਉਠਾਇਆ ਇਉਂ ਠੋਕਰ ਮਾਰੀ ਹੈ ਉਹ ਭਾਈ ਕੌਣ ਹੈ ਉੱਠ। ਇਉਂ ਜਦੋਂ ਆਖਿਆ ਨਾ ਸਵਾਮੀ ਰਾਮਾਨੰਦ ਜੀ ਮਹਾਰਾਜ ਨੇ ਭਗਤ ਕਬੀਰ ਜੀ ਨੂੰ ਵੈਰਾਗ ਆ ਗਿਆ, ਰੋਣ ਲੱਗ ਗਏ। ਮਹਾਰਾਜ 7 ਸਾਲਾਂ ਦੇ ਸਨ ਤੇ ਜਦੋਂ ਮਹਾਰਾਜ ਕਬੀਰ ਜੀ ਰੋਏ ਸਾਧ ਸੰਗਤ ਜੀ ਉਸ ਵੇਲੇ ਸਵਾਮੀ ਰਾਮਾਨੰਦ ਜੀ ਮਹਾਰਾਜ ਨੇ ਆਖਿਆ ਮੈਂ ਤੇ ਤੜਕੇ ਤੜਕੇ ਦਿਲ ਹੀ ਦੁਖਾ ਦਿੱਤਾ, ਦਿਲ ਹੀ ਦੁਖਾ ਦਿੱਤਾ ਮੈਂ ਤੇ। ਆਵਾਜ਼ ਤਾਂ ਬੱਚੇ ਦੀ ਹੈ, ਹਨੇਰਾ ਹੋਣ ਕਰਕੇ ਦਰਸ਼ਨ ਨਹੀਂ ਹੋਇਆ। ਉਸ ਵੇਲੇ ਆਪਣੇ ਮੁਖਾਰ ਬਿੰਦ ਤੋਂ ਆਖਿਆ ਓਏ ਬੱਚੇ ਰੋਏ ਨਾਹੀਂ RAM ਕਹੋ, RAM ਕਹੋ। ਇਉਂ ਉਪਦੇਸ਼ ਦੇ ਦਿੱਤਾ, ਨਾਮਦਾਨ ਦੇ ਦਿੱਤਾ। ਸਾਧ ਸੰਗਤ ਜੀ ਜਦੋਂ ਭਾਈ ਗੁਰਦਾਸ ਜੀ ਕਹਿੰਦੇ ਜਿਉਂ ਲੋਹਾ ਪਾਰਸ ਛੂਹੇ, ਜਦੋਂ ਲੋਹਾ ਪਾਰਸ ਨੂੰ ਛੂੰਹਦਾ ਆ ਪਾਰਸ ਦੇ ਸਾਧ ਸੰਗਤ ਜੀ ਨੇੜੇ ਆਉਂਦਾ ਲੋਹਾ ਸੋਹਣਾ ਹੋ ਜਾਂਦਾ ਹੈ। ਪਾਰਸ ਵਿੱਚ ਸਾਧ ਸੰਗਤ ਜੀ ਇਸੇ ਕਰਕੇ ਤੇ ਮਹਾਂਪੁਰਖ ਵਿਦਵਾਨ ਕਹਿੰਦੇ ਐ। ਵਿਦਵਾਨ ਕੀ ਕਹਿੰਦੇ? ਕਹਿੰਦੇ ਕਿ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ। ਪਾਰਸ ਵਿੱਚ ਤੇ ਸੰਤ ਵਿੱਚ ਅੰਤਰ ਜਾਣੋ। ਵਹਿ ਲੋਹਾ ਪਾਰਸ ਕਰੇ ਵਹਿ ਕਰੇ ਆਪ ਸਮਾਨ। ਸਾਧ ਸੰਗਤ ਜੀ ਇਹ ਵਿਦਵਾਨਾਂ ਵਿਦਾਂਤ ਦੇ ਇੱਕ ਵਿਦਾਂਤ ਵਿੱਚ ਬਚਨ ਆਉਂਦਾ ਹੈ। ਵਿਦਾਂਤੀਆਂ ਨੇ ਆਖਿਆ ਹੈ ਕਹਿੰਦੇ ਵੀ ਲੋਹਾ ਤੇ ਸੰਤ ਵਿੱਚ ਪਾਰਸ ਵਿੱਚ ਤੇ ਸੰਤ ਵਿੱਚ ਫਰਕ ਹੈ, ਬੜਾ ਵੱਡਾ ਫਰਕ ਹੈ। ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ। ਪਾਰਸ ਵਿੱਚ ਤੇ ਸੰਤ ਵਿੱਚ ਫਰਕ ਹੈ। ਕਹਿੰਦੇ ਅੰਤਰ ਹੈ ਕਿਹੜਾ? ਫਰਕ ਇਹ ਹੈ ਮਹਾਰਾਜ ਕਹਿੰਦੇ ਪਾਰਸ ਮੈਂ ਅਰ ਸੰਤ ਮੈਂ ਬੜੋ ਅੰਤਰੋ ਜਾਨ। ਵਹਿ ਲੋਹਾ ਪਾਰਸ ਕਰੇ ਵਹਿ ਕਰੇ ਆਪ ਸਮਾਨ। ਵਹਿ ਲੋਹਾ ਕੰਚਨ ਕਰੇ ਵਹਿ ਕਰੇ ਆਪ ਸਮਾਨ। ਉਹ ਸਾਧ ਸੰਗਤ ਜੀ ਪਾਰਸ ਲੋਹੇ ਨੂੰ ਸੋਹਣਾ ਬਣਾ ਦੇਵੇਗਾ ਤੇ ਸੰਤ ਆਪਣੇ ਵਰਗਾ ਬਣਾ ਦੇਵੇਗਾ। ਇਹ ਸਾਧ ਸੰਗਤ ਜੀ ਤੇ ਭਾਈ ਗੁਰਦਾਸ ਜੀ ਦੱਸਦੇ ਆ ਫਿਰ ਬਚਨ ਕਰਦੇ ਆ ਚੰਦਨ ਵਾਸ ਨਿੰਮ ਮਹਿਕਾਈ। ਜੇ ਕਿਤੇ ਚੰਦਨ ਦੇ ਕੋਲ ਨਿੰਮ ਰਹਿੰਦੀ ਹੋਵੇ ਨਾ, ਨਿੰਮ ਦਾ ਦਰਖਤ ਹੋਵੇ, ਮਹਾਰਾਜ ਕਹਿੰਦੇ ਨਿੰਮ ਵਿੱਚੋਂ ਵੀ ਚੰਦਨ ਦੀ ਸੁਗੰਧੀ ਆਵੇਗੀ। ਸਾਧ ਸੰਗਤ ਜੀ ਪਸ਼ੂ ਪ੍ਰੇਤ ਹੋ ਦੇਵ ਕਰ ਪੂਰੇ ਸਤਿਗੁਰ ਦੀ ਵਡਿਆਈ। ਭਾਈ ਗੁਰਦਾਸ ਜੀ ਦੱਸਦੇ ਐ ਕਹਿੰਦੇ ਪਸ਼ੂ ਪ੍ਰੇਤ ਦੇਵ ਕਰ। ਸਤਿਗੁਰੂ ਦੀ ਵਡਿਆਈ ਕੀ ਹੈ? ਮਹਾਰਾਜ ਪਸ਼ੂ ਪ੍ਰੇਤਾਂ ਨੂੰ ਦੇਵ ਦੇਵਤੇ ਬਣਾ ਦੇਣਗੇ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਬਚਨ ਹੈ ਮਹਾਰਾਜ ਦਾ। ਸਾਧ ਸੰਗਤ ਜੀ ਸੱਚੇ ਪਾਤਸ਼ਾਹ ਜੀ ਕਹਿੰਦੇ ਐ ਸਤਿਗੁਰੂ ਦੀ ਵਡਿਆਈ ਹੈ ਇਹ ਭਾਈ ਮਾਨਸ ਤੋਂ ਦੇਵਤੇ ਕਰੇ। ਗੁਰਬਾਣੀ 'ਚ ਬਚਨ ਹੈ ਮਨੁੱਖ ਤੋਂ ਦੇਵਤਾ ਬਣਾ ਦੇਣਗੇ। ਦੇਵਤੇ ਦਾ ਕੰਮ ਕੀ ਹੈ? ਦੇਵਤੇ ਦਾ ਕੰਮ ਹੈ ਸ਼ੁਭ ਕਰਮ ਕਰਨੇ, ਵਾਹਿਗੁਰੂ ਪਰਮੇਸ਼ਰ ਦੇ ਨਾਮ 'ਚ ਲੱਗਣਾ। ਤੇ ਸਾਧ ਸੰਗਤ ਜੀ ਖਿੰਥਾ ਕਾਲ ਕੁਆਰੀ ਕਾਇਆ, ਆਪਣੀ ਕਾਇਆ ਨੂੰ ਕੁਆਰਾ ਰੱਖਣਾ। ਅੱਛਾ ਕਾਹਦੇ ਤੋਂ ਕੁਆਰਾ ਰੱਖਣਾ? ਸਾਧ ਸੰਗਤ ਜੀ ਪੁੱਠੇ ਕੰਮਾਂ ਤੋਂ, ਵਿਸ਼ਿਆਂ ਤੋਂ, ਵਿਕਾਰਾਂ ਤੋਂ, ਮਾੜੇ ਕੰਮਾਂ ਤੋਂ ਕੁਆਰਾ ਰੱਖਣਾ ਆਪਣੀ ਕਾਇਆ ਨੂੰ। ਜਿਵੇਂ ਗੁਰੂ ਨਾਨਕ ਸਾਹਿਬ ਕਹਿੰਦੇ ਖਿੰਥਾ ਕਾਲ ਕੁਆਰੀ ਕਾਇਆ। ਆਖਿਆ ਮਹਾਰਾਜ ਨੂੰ ਮਹਾਰਾਜ ਤੁਸੀਂ ਇਹ ਖਿੰਥਾ ਕਿਹੜੀ ਪਾਈ ਏ? ਗੁਰੂ ਨਾਨਕ ਦੇਵ ਪਿਤਾ ਜੀ ਕਹਿੰਦੇ ਮੈਂ ਖਿੰਥਾ ਪਾਈਏ ਆਪਣੇ ਸਰੀਰ ਨੂੰ ਕੁਆਰਾ ਰੱਖਿਆ ਹੋਇਆ ਮਾੜੇ ਕੰਮਾਂ ਤੋਂ। ਸਾਧ ਸੰਗਤ ਜੀ ਸ਼ਰਮ ਖੰਡ ਇਹ ਗੁਰਬਾਣੀ ਵਿੱਚ ਜਪਜੀ ਸਾਹਿਬ 'ਚ ਸ਼ਰਮ ਖੰਡ ਦੀ ਗੱਲ ਆਉਂਦੀ ਹੈ ਨਾ ਜਪਜੀ ਸਾਹਿਬ ਵਿੱਚ। ਤੇ ਸ਼ਰਮ ਖੰਡ ਦਾ ਭਾਵ ਹੀ ਇਹ ਹੈ ਪੁੱਠੇ ਕੰਮਾਂ ਤੋਂ ਸ਼ਰਮ ਕਰ ਲੈਣ।
ਧਰਮ ਖੰਡ ਜੋ ਧਰਮ ਕਹਿੰਦਾ ਉਹ ਕਰਨਾ, ਸ਼ਰਮ ਕਰਨੀ ਮਾੜੇ ਕੰਮਾਂ ਤੋਂ, ਮਾੜਾ ਨਹੀਂ ਵੇਖਣਾ, ਮਾੜਾ ਨਹੀਂ ਸੁਣਨਾ, ਮਾੜਾ ਨਹੀਂ ਬੋਲਣਾ। ਜੇ ਸਾਧ ਸੰਗਤ ਜੀ ਇਉਂ ਜਦੋਂ ਕਹਿੰਦੇ ਪੂਰੇ ਸਤਿਗੁਰੂ ਦੀ ਵਡਿਆਈ ਹੈ ਇਹ ਕਿ ਪਸ਼ੂਆਂ ਪ੍ਰੇਤਾਂ ਨੂੰ ਦੇਵਤਾ ਕਰ ਦਿੰਦੇ ਹੈ। ਜੇ ਸਾਧ ਸੰਗਤ ਜੀ ਤੇ ਭਾਈ ਗੁਰਦਾਸ ਜੀ ਨੇ ਸਾਰਾ ਪ੍ਰਸੰਗ ਲਿਖਿਆ ਆਪਣੀ ਵਾਰਾਂ ਦੇ ਵਿੱਚ। ਇਉਂ ਜਦੋਂ ਸਾਧ ਸੰਗਤ ਜੀ ਕਬੀਰ ਜੀ ਜਦੋਂ ਵੱਡੇ ਹੋਏ, ਐਸਾ ਉਪਦੇਸ਼ ਸੁਣਿਆ ਭਗਤ ਕਬੀਰ ਸਾਹਿਬ ਜੀ ਨੇ। ਸਾਧ ਸੰਗਤ ਜੀ ਫਿਰ ਜਦੋਂ ਉਹ ਗੁਰੂ ਨੇ ਸਵਾਮੀ ਰਾਮਾਨੰਦ ਜੀ ਨੇ ਸਾਧ ਸੰਗਤ ਜੀ ਨਾਮਦਾਨ ਦਿੱਤਾ, ਭਗਤ ਜੀ ਆਪਣੇ ਘਰ ਚਲੇ ਗਏ। ਕਬੀਰ ਸਾਹਿਬ ਜੀ ਬਸ ਵਾਹਿਗੁਰੂ ਜੀ ਦੇ ਨਾਮ 'ਚ ਲਿਵ ਜੁੜ ਗਈ। ਲਿਵ ਜੋੜਨ ਵਾਲਾ ਹੋਣਾ ਚਾਹੀਦਾ। ਬ੍ਰਹਮ ਗਿਆਨੀ ਜੇ ਕਿਤੇ ਪੂਰਾ ਹੱਥ ਰੱਖ ਦੇਵੇ ਨਾ ਸੀਸ ਤੇ, ਸਾਧ ਸੰਗਤ ਜੀ ਲਿਵ ਜੁੜ ਜਾਂਦੀ ਹੈ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਵਿੱਚ। ਘਰ ਚਲੇ ਗਏ, ਸਤਿਗੁਰੂ ਦੀ ਕਿਰਪਾ ਹੋ ਗਈ ਤੇ ਸਾਰੇ ਰੋਣੇ ਧੋਣੇ ਖਤਮ ਹੋ ਗਏ। ਜਨਮ ਜਨਮਾਂਤਰਾਂ ਦਾ ਰੋਣਾ ਹੀ ਮੁੱਕ ਗਿਆ, ਲੇਖਾ ਹੀ ਮੁੱਕ ਗਿਆ। ਫਿਰ ਸਾਧ ਸੰਗਤ ਜੀ ਭਗਤੀ ਕਰਨੀ ਸ਼ੁਰੂ ਕੀਤੀ। 7 ਸਾਲਾਂ ਦੀ ਉਮਰ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਮਹਾਰਾਜ ਨੇ 7 ਸਾਲ ਦੇ ਹੀ ਸਨ, ਆਪਣੇ ਪਿਤਾ ਪੁਰਖੀ ਕਿੱਤੇ ਨੂੰ ਵੀ ਵਡਾਇਆ, ਹੱਥ ਬਣਾਉਣਾ ਸ਼ੁਰੂ ਕੀਤਾ। ਪਿਤਾ ਪੁਰਖੀ ਕਿੱਤਾ ਕਿ ਕੱਪੜਾ ਬੁਣਦੇ ਹੈ, ਖੱਡੀ ਬੁਣਦੇ ਹੈ ਸਾਧ ਸੰਗਤ ਜੀ। ਇਉਂ ਜਦੋਂ ਭਗਤ ਕਬੀਰ ਸਾਹਿਬ ਜੀ ਆਪਣੇ ਪਿਤਾ ਦੇ ਨਾਲ ਕੰਮ ਕਰਵਾਉਂਦੇ ਹੈ ਤੇ ਸਾਧ ਸੰਗਤ ਜੀ ਰਸਨਾ ਦੇ ਨਾਲ ਰਾਮ 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 ਆਖੀ ਜਾਂਦੇ ਹੈ। ਉਹ ਵਾਹਿਗੁਰੂ ਜਿਹੜਾ ਰਮਿਆ ਹੋਇਆ ਪਰਮੇਸ਼ਰ ਸਾਰਿਆਂ 'ਚ ਹੀ ਹੈ, ਜਿਹੜਾ ਸਾਧ ਸੰਗਤ ਜੀ ਆਂਡਿਆਂ ਵਿੱਚ ਰਹਿਣ ਵਾਲੇ ਜੀਵਾਂ ਦੇ ਵਿੱਚ ਵੀ ਹੈ। ਔਰ ਜੇਰਜ ਸੇਤਜ ਉਤਭੁਜ, 4 ਖਾਣੀਆਂ 4 ਬਾਣੀਆਂ 'ਚ ਹੀ ਵਾਹਿਗੁਰੂ ਪਰਮੇਸ਼ਰ ਐਸਾ ਰਵਿਆ ਹੋਇਆ। ਉਸ ਦੇ ਨਾਮ ਨੂੰ ਸਾਧ ਸੰਗਤ ਜੀ ਕਹਿਣਾ ਕੀਤਾ। ਫਿਰ ਸਾਧ ਸੰਗਤ ਜੀ ਜਦੋਂ ਬਹੁਤ ਸੁੰਦਰ ਬਸਤਨ ਬੁਣਨੇ ਸ਼ੁਰੂ ਕੀਤੇ ਤੇ ਸਾਧ ਸੰਗਤ ਜੀ ਕਿ ਇਹਨਾਂ 'ਤੇ ਫਿਰ ਕਿਰਪਾ ਹੋਈ ਹੈ ਵਾਹਿਗੁਰੂ ਪਰਮੇਸ਼ਰ ਦੀ। ਗਿਆਨ ਹੋਣਾ ਸ਼ੁਰੂ ਹੋ ਗਿਆ, ਕਿਉਂਕਿ ਨਾਮ ਤੋਂ ਹੀ ਗਿਆਨ ਦੀ ਪ੍ਰਾਪਤੀ ਹੁੰਦੀ ਹੈ। ਨਾਮ ਤੋਂ ਹੀ ਬ੍ਰਹਮ ਗਿਆਨ ਦੀ ਪ੍ਰਾਪਤੀ ਹੁੰਦੀ ਹੈ ਭਾਈ। ਨਾਮ ਤੋਂ ਹੀ ਆਤਮਿਕ ਗਿਆਨ ਆਉਂਦਾ ਹੈ, ਨਾਮ ਤੋਂ ਹੀ ਰਸ ਆਉਂਦਾ ਹੈ। ਇਉਂ ਜਦੋਂ ਵਾਹਿਗੁਰੂ ਦੀ ਕਿਰਪਾ ਹੋਣੀ ਸ਼ੁਰੂ ਹੋ ਗਈ, ਸਾਧ ਸੰਗਤ ਜੀ ਪਹਿਲਾਂ ਰਸਨਾ ਦੇ ਦੁਆਰਾ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ। ਉਸ ਵੇਲੇ ਸਾਧ ਸੰਗਤ ਜਦੋਂ ਹੁਣ ਜਵਾਨ ਅਵਸਥਾ ਵਿੱਚ ਆ ਗਏ, 12 ਕੁ ਸਾਲ ਦੀ ਉਮਰ ਹੋ ਗਈ ਮਹਾਰਾਜ ਦੀ, ਸਾਧ ਸੰਗਤ ਜੀ ਵਿਆਹ ਕਰ ਦਿੱਤਾ ਗਿਆ। ਇਹਨਾਂ ਦੀ ਜਿਹੜੀ ਘਰਵਾਲੀ ਪਤਨੀ ਸੀ ਬੜੇ ਕ੍ਰੋਧੀ ਸੁਭਾਅ ਦੀ ਸੀ। ਸਾਧ ਸੰਗਤ ਜੀ ਕ੍ਰੋਧੀ ਸੁਭਾਅ ਹੋਣੇ ਕਰਕੇ ਪੈਰ ਪੈਰ ਤੇ ਆਪਣੇ ਪਤੀ ਦਾ ਦਿਲ ਦਿਖਾਉਂਦੀ ਹੈ। ਸਾਧ ਸੰਗਤ ਜੀ ਪਤੀ ਦੀ ਸੇਵਾ ਭਗਤੀ ਨਹੀਂ ਕਰਦੀ। ਇਉਂ ਜਦੋਂ ਸਾਧ ਸੰਗਤ ਜੀ ਪਰ ਫਿਰ ਵੀ ਕਬੀਰ ਸਾਹਿਬ ਜੀ ਨੇ ਭਾਣਾ ਮੰਨ ਕੇ ਇਉਂ ਆਪਣਾ ਜੀਵਨ ਸਾਧ ਸੰਗਤ ਜੀ ਰਿਸ਼ਤਾ ਨਿਭਾਉਣਾ ਕੀਤਾ। ਵਾਹਿਗੁਰੂ ਦੀ ਐਸੀ ਦੇਵਨੇਤ ਹੋਈ। ਸਾਧ ਸੰਗਤ ਜੀ ਇਹਨਾਂ ਦੀ ਜਿਹੜੀ ਘਰਵਾਲੀ ਪਤਨੀ ਸੀ ਉਹ ਚੜ੍ਹਾਈ ਕਰ ਗਏ ਕਿਤੇ, ਤੇ ਜਦੋਂ ਚੜ੍ਹਾਈ ਕਰ ਗਏ ਫਿਰ ਸਾਧ ਸੰਗਤ ਜੀ ਇਹਨਾਂ ਦੇ ਮਾਤਾ ਪਿਤਾ ਨੇ ਆ ਸੋਚਿਆ ਵੀ ਹਜੇ ਕਬੀਰ ਤਾਂ ਵੱਡਾ ਹੀ ਹੈ, ਅਜੇ ਤੇ ਜਵਾਨ ਹੀ ਹੈ, ਦੂਜਾ ਵਿਆਹ ਕਰ ਦਿੱਤਾ ਜਾਵੇ। ਫਿਰ ਜਦੋਂ ਦੂਜਾ ਵਿਆਹ ਹੋਇਆ ਉਹ ਮਾਤਾ ਲੋਈ ਜੀ ਨਾਲ ਹੋਇਆ, ਜਿਨ੍ਹਾਂ ਦਾ ਨਾਮ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਆਉਂਦਾ ਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਹੋ ਕਬੀਰ ਸੁਨੋ ਰੇ ਲੋਈ, ਇਹ ਬਚਨ ਆਉਂਦੇ ਨੇ। ਲੋਈ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਦੇ ਘਰੋਂ ਸਨ। ਬੜਾ ਸੁੰਦਰ ਸਰੂਪ ਹੈ। ਸਾਧ ਸੰਗਤ ਜੀ ਪਤੀ ਭਗਤੀ ਦੀ ਸੇਵਾ ਕਰਨ ਵਾਲੀ ਹੈ, ਆਗਿਆਕਾਰੀ ਹੈ। ਉਸ ਵੇਲੇ ਸਾਧ ਸੰਗਤ ਜੀ ਆਪਣੇ ਸੁਆਮੀ ਨੂੰ ਪਰਮੇਸ਼ਰ ਰੂਪ ਹੈ ਵੀ ਭਗਤ ਨੇ, ਭਗਤ ਕਬੀਰ ਸਾਹਿਬ ਜੀ ਮਹਾਰਾਜ ਨਾਮ ਜਪਣ ਵਾਲੇ ਹੈ। ਇਉਂ ਜਦੋਂ ਸਾਧ ਸੰਗਤ ਜੀ ਇਹਨਾਂ ਦਾ ਵਿਆਹ ਹੋ ਗਿਆ ਫਿਰ ਸਾਧ ਸੰਗਤ ਜੀ 2 ਇਹਨਾਂ ਦੇ ਬੱਚੇ ਬੇਟੇ ਹੋਏ। ਇੱਕ ਤੇ ਬੇਟਾ ਸਾਧ ਸੰਗਤ ਜੀ ਬਾਬਾ ਕਮਾਲਾ ਜੀ ਹੋਏ, ਇੱਕ ਬੇਟੀ ਸਾਧ ਸੰਗਤ ਜੀ ਬੇਟੀ ਕਮਾਲੀ ਜੀ ਹੋਏ। ਇਹ 2 ਇਹਨਾਂ ਦੇ ਸਾਧ ਸੰਗਤ ਜੀ ਔਲਾਦ ਸੀ, ਸੰਤਾਨ ਸੀ, ਇੱਕ ਬੇਟਾ ਤੇ ਇੱਕ ਬੇਟੀ ਭਗਤ ਕਬੀਰ ਸਾਹਿਬ ਜੀ ਮਹਾਰਾਜ ਦਾ। ਇਉਂ ਜਦੋਂ ਸਾਧ ਸੰਗਤ ਜੀ ਘਰੇ ਪੁੱਤਰ ਹੋਇਆ ਬਾਬਾ ਕਮਾਲਾ ਜੀ ਹੋਏ। ਸਾਧ ਸੰਗਤ ਜੀ ਇੱਕ ਬੇਟੀ ਥੋੜ੍ਹੇ ਸਮੇਂ ਬਾਅਦ ਹੋਈ, ਉਹਨਾਂ ਦਾ ਨਾਮ ਕਮਾਲੀ ਹੈ। ਸਾਧ ਸੰਗਤ ਜੀ ਇਉਂ ਜਦੋਂ ਹੁਣ ਫਿਰ ਆਪਣਾ ਜੀਵਨ ਨਿਰਵਾਹ ਕਰਦੇ ਹੈ। ਇੱਧਰ ਜਦੋਂ ਸਾਧ ਸੰਗਤ ਜੀ ਪਤਾ ਲੱਗਿਆ, ਬਾਹਮਣਾਂ ਨੂੰ ਪਤਾ ਲੱਗਿਆ ਕਿ ਭਗਤ ਕਬੀਰ ਸਾਹਿਬ ਦੀ ਬੜੀ ਉਸਤਤੀ ਹੁੰਦੀ ਹੈ, ਫਿਰ ਸਾਧ ਸੰਗਤ ਜੀ ਕੀ ਕੀਤਾ, ਭਗਤ ਕਬੀਰ ਸਾਹਿਬ ਜੀ ਨਾਲ ਨਾ ਈਰਖਾ ਕਰਿਆ ਕਰਨ। ਕਿਉਂਕਿ ਭਗਤ ਕਬੀਰ ਸਾਹਿਬ ਜੀ ਹੁਣ ਰੱਬੀ ਗਿਆਨ ਹੈ ਨਾ ਜਿਹੜਾ
ਮੈਂ ਫੇਰ ਆਖਾਂ, ਇੱਕ ਜਾਣਕਾਰੀ ਹੁੰਦੀ ਹੈ, ਇੱਕ ਗਿਆਨ ਹੁੰਦਾ। ਜਾਣਕਾਰੀ ਤੇ ਰੱਬੀ ਗਿਆਨ ਵਿੱਚ ਫਰਕ ਬਹੁਤ ਹੈ। ਜਾਣਕਾਰੀ ਤੇ ਸਾਰਿਆਂ ਨੂੰ ਹੀ ਹੈ ਵੀ ਗੁਰੂ ਗ੍ਰੰਥ ਸਾਹਿਬ ਗੁਰੂ ਹੈ, ਤੇ ਰੱਬੀ ਗਿਆਨ ਹੈ ਕਿਸੇ ਨੂੰ, ਕਿਸੇ ਨੂੰ ਹੀ ਹੈ। ਮਹਾਤਮਾ ਰੱਬ ਦੇ ਪਿਆਰਿਆਂ ਨੂੰ ਹੀ ਹੈ। ਜਾਣਕਾਰੀ ਤੇ ਰੱਬੀ ਗਿਆਨ ਵਿੱਚ ਫਰਕ ਬਹੁਤਾ ਹੈ, ਬਹੁਤ ਵੱਡਾ ਫਰਕ ਹੈ ਸਾਧ ਸੰਗਤ ਜੀ ਰੱਬੀ ਗਿਆਨ ਦੇ ਵਿੱਚ ਔਰ ਆਤਮਿਕ ਗਿਆਨ ਬ੍ਰਹਮ ਗਿਆਨ ਦੇ ਵਿੱਚ ਫਰਕ ਬਹੁਤ ਹੈ। ਜਦੋਂ ਭਗਤ ਕਬੀਰ ਜੀ ਹੁਣ ਖੱਡੀ ਵੀ ਬੁਣਦੇ ਹੈ, ਸਾਧ ਸੰਗਤ ਜੀ ਨਾਲ ਨਾਲ ਪਰਮ ਉਪਦੇਸ਼ ਵੀ ਬਖਸ਼ਦੇ ਹੈ, ਬਾਣੀ ਵੀ ਉਚਾਰਦੇ ਹੈ। ਇਹ ਜਦੋਂ ਬਾਹਮਣਾਂ ਨੂੰ ਪਤਾ ਲੱਗਿਆ ਕਿ ਇਹ ਨਿਗੁਰਾ ਤੇ ਉਪਦੇਸ਼ ਦੇ ਹੀ ਨਹੀਂ ਸਕਦਾ, ਈਰਖਾ ਕਰਨ ਲੱਗੇ। ਭਗਤ ਜੀ ਕਹਿਣ ਲੱਗੇ, ਬਾਹਮਣੋ ਮੇਰਾ ਗੁਰੂ ਧਾਰਿਆ ਹੋਇਆ ਹੈ। ਤੇ ਸਾਧ ਸੰਗਤ ਜੀ ਜਦੋਂ ਇਹ ਕਹਿਣ ਲੱਗੇ ਵੀ ਤੁਸੀਂ ਗੁਰੂ ਧਾਰਿਆ, ਕਹਿੰਦੇ ਹਾਂਜੀ ਮੈਂ ਗੁਰੂ ਧਾਰਿਆ, ਨਿਗੁਰਾ ਨਹੀਂ ਆ ਮੈਂ, ਨਿਗੁਰਾ ਨਹੀਂ। ਕਹਿੰਦੇ ਕਿਉਂ ਗੁਰੂ ਧਾਰਿਆ ਤੁਸੀਂ? ਬਾਹਮਣ ਪੁੱਛਦੇ ਹੈ। ਸਾਧ ਸੰਗਤ ਜੀ ਭਗਤ ਜੀ ਕਹਿਣ ਲੱਗੇ, ਕਬੀਰ ਸਾਹਿਬ ਜੀ ਕਹਿਣ ਲੱਗੇ, ਭਾਈ ਮੈਂ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਧਾਰਿਆ। ਉਹ ਹੁਣ ਸਵਾਮੀ ਰਾਮਾਨੰਦ ਜੀ ਬ੍ਰਾਹਮਣ ਸਨ, ਉੱਚ ਜਾਤੀ ਦੇ ਸਨ। ਸਤਿਗੁਰੂ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਧਾਰਿਆ ਜੀ, ਕਹਿੰਦੇ ਉਹ ਮੇਰੇ ਗੁਰੂ ਨੇ। ਇਹ ਸਾਧ ਸੰਗਤ ਜੀ ਜਿਹੜੇ ਈਰਖਾ ਵਾਲੇ ਹੁੰਦੇ ਆ ਨਾ, ਟੈਕੇ ਨਹੀਂ ਬਹਿੰਦੇ ਹੁੰਦੇ। ਸਾਧ ਸੰਗਤ ਜੀ ਨਿੰਦਿਆ ਕਰਨ ਵਾਲੇ ਜਿਹੜੇ ਹੁੰਦੇ ਨੇ, ਉਹ ਨਿੰਦਿਆ ਹੀ ਕਰਦੇ ਰਹਿੰਦੇ ਹੈ। ਸਾਧ ਸੰਗਤ ਜੀ ਇਹ ਕਿਤੇ ਬ੍ਰਾਹਮਣ ਚਲੇ ਗਏ ਸਾਧ ਸੰਗਤ ਜੀ ਸਵਾਮੀ ਰਾਮਾਨੰਦ ਜੀ ਦੇ ਪਾਸ। ਜਦੋਂ ਸਵਾਮੀ ਰਾਮਾਨੰਦ ਜੀ ਦੇ ਪਾਸ ਗਏ, ਉਸ ਵੇਲੇ ਸਾਧ ਸੰਗਤ ਜੀ ਕਹਿਣ ਲੱਗੇ, ਸਵਾਮੀ ਜੀ ਤੁਸੀਂ ਕਬੀਰ ਸਾਹਿਬ ਨੂੰ, ਇੱਕ ਜੁਲਾਹੇ ਨੂੰ, ਉਹ ਨੀਵੀਂ ਜਾਤੀ ਵਾਲੇ ਇੱਕ ਮੁਸਲਮਾਨ ਨੂੰ ਤੁਸੀਂ ਸਿੱਖ ਬਣਾਇਆ ਏ। ਇਹ ਕਹਿਣ ਲੱਗੇ ਵੀ ਮੈਂ ਤਾਂ ਬਣਾਇਆ ਨਹੀਂ ਏ। ਉਹ ਕਹਿੰਦੇ ਕਬੀਰ ਕਹਿੰਦਾ ਏ ਵੀ ਮੈਂ ਤਾਂ ਸਵਾਮੀ ਰਾਮਾਨੰਦ ਜੀ ਨੂੰ ਗੁਰੂ ਧਾਰਿਆ। ਫਿਰ ਸਾਧ ਸੰਗਤ ਜੀ ਜਦੋਂ ਇਉਂ ਆਖਿਆ ਨਾ, ਤੇ ਕਹਿੰਦੇ ਬ੍ਰਾਹਮਣ ਕਹਿੰਦੇ ਜੀ ਉਹ ਤਾਂ ਕਹਿੰਦਾ ਤੁਹਾਨੂੰ ਗੁਰੂ ਧਾਰਿਆ। ਸਵਾਮੀ ਰਾਮਾਨੰਦ ਜੀ ਕਹਿੰਦੇ ਮੈਂ ਤੇ ਸਿੱਖ ਨਹੀਂ ਬਣਾਇਆ, ਨਾ ਮੈਂ ਉਸ ਦਾ ਗੁਰੂ ਹੈ। ਕਹਿੰਦੇ ਫਿਰ ਐਂ ਕਰੋ ਤੁਸੀਂ ਆਮੋ ਸਾਹਮਣੇ ਹੋ ਜਾਓ। ਸਵਾਮੀ ਰਾਮਾਨੰਦ ਜੀ ਕਹਿੰਦੇ ਆਮੋ ਸਾਹਮਣੇ ਤਾਂ ਹੋਵਾਂਗੇ, ਵਿਚਾਲੇ ਕਨਾਤ ਕਰ ਦਿੱਤੀ ਜਾਵੇ, ਮੈਂ ਮੱਥੇ ਨਹੀਂ ਜੇ ਲੱਗਣਾ। ਮੈਨੂੰ ਕੀ ਪਤਾ ਉਹ ਮੈਨੂੰ ਉਹਨੂੰ ਇਹ ਗੁਰੂ ਧਾਰਿਆ ਕਿ ਨਹੀਂ ਧਾਰਿਆ, ਮੈਂ ਨਗੁਰਿਆਂ ਦੇ ਮੱਥੇ ਨਹੀਂ ਜੇ ਲੱਗਦਾ। ਇਉਂ ਸਾਧ ਸੰਗਤ ਜੀ ਉੱਥੇ ਆਖ ਦਿੱਤਾ। ਕਹਿੰਦੇ ਬਾਹਮਣ ਮੰਨ ਗਏ। ਹੁਣ ਇਹਨਾਂ ਦੇ ਅੰਦਰ ਤੇ ਈਰਖਾ ਸੀ ਨਾ, ਨਿੰਦਿਆ ਕਰਨ ਵਾਲੇ ਇਹ ਤੇ ਈਰਖਾਵਾਦੀ ਸਨ। ਸਾਧ ਸੰਗਤ ਜੀ ਉੱਚ ਜਾਤੀ ਦਾ ਮਾਣ ਸੀ, ਕਿਉਂਕਿ ਉਪਦੇਸ਼ ਦੇਣ ਲੱਗੇ ਕਬੀਰ ਸਾਹਿਬ ਜੀ। ਹਜੇ ਜਵਾਨ ਅਵਸਥਾ ਹੀ ਸੀ, 15-16 ਸਾਲਾਂ ਦੀ ਉਮਰ ਸੀ ਹਜੇ, ਰੱਬੀ ਗਿਆਨ ਆ ਗਿਆ। ਸਾਧ ਸੰਗਤ ਜੀ ਬੜੀ ਮਾਨਤਾ ਹੋਣ ਲੱਗੀ ਕਬੀਰ ਸਾਹਿਬ ਦੀ। ਬੜੇ ਬੜੇ ਮੁਸਲਮਾਨ ਪੀਰ ਪੈਗੰਬਰ ਆ ਕੇ ਕਬੀਰ ਜੀ ਦੇ ਚਰਨੀ ਬਹਿੰਦੇ ਐ। ਬਾਹਮਣ ਈਰਖਾ ਕਰਦੇ ਐ, ਨਗੁਰਾ ਤੇ ਉਪਦੇਸ਼ ਦੇ ਹੀ ਨਹੀਂ ਸਕਦਾ। ਇਉਂ ਜਦੋਂ ਕਬੀਰ ਸਾਹਿਬ ਨੂੰ ਆਖਿਆ, ਕਬੀਰ ਜੀ ਤੁਹਾਨੂੰ ਸਵਾਮੀ ਰਾਮਾਨੰਦ ਜੀ ਨੇ ਬੁਲਾਇਆ, ਆਜੋ ਆਪਾਂ ਨਿਰਣਾ ਕਰ ਲਈਏ, ਨਿਰਣਾ ਕਰ ਲਈਏ ਵੀ ਕੀ ਤੁਸੀਂ ਗੁਰੂ ਧਾਰਿਆ ਕਿ ਨਹੀਂ ਧਾਰਿਆ। ਭਗਤ ਜੀ ਕਹਿਣ ਲੱਗੇ ਵੀ ਮੈਂ ਬਣਾਇਆ ਇਹ ਗੁਰੂ ਧਾਰਿਆ ਆ। ਇਉਂ ਸਾਧ ਸੰਗਤ ਜਦੋਂ ਭਗਤ ਕਬੀਰ ਸਾਹਿਬ ਜੀ ਚਲੇ ਗਏ, ਦੋਹਾਂ ਦੇ ਵਿੱਚ ਕਨਾਤ ਆ ਗਈ। ਇੱਕ ਪਰਦਾ ਤਾਣ ਦਿੱਤਾ ਗਿਆ, ਇੱਕ ਪਾਸੇ ਸਵਾਮੀ ਰਾਮਾਨੰਦ ਜੀ ਹੈ, ਇੱਕ ਪਾਸੇ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਬੈਠੇ ਹੈ। ਜਦੋਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਆਏ ਨਾ, ਉਦੋਂ ਪੂਜਾ ਪਾਠ ਦਾ ਸਮਾਂ ਸੀ ਸਵਾਮੀ ਰਾਮਾਨੰਦ ਜੀ ਮਹਾਰਾਜ ਦਾ। ਸਵਾਮੀ ਰਾਮਾਨੰਦ ਜੀ ਮਹਾਰਾਜ ਵਾਹਿਗੁਰੂ ਪਰਮੇਸ਼ਰ ਦੇ ਸਰਗੁਣ ਸਰੂਪ ਦੀ ਪੂਜਾ ਕਰਿਆ ਕਰਦੇ ਸਨ। ਭਾਵੇਂ ਕਿ ਆਪ ਬ੍ਰਹਮ ਗਿਆਨੀ ਨਿਰਗੁਣ ਸਰੂਪ ਵਿੱਚ ਸਥਿਤ ਸਨ, ਨਿਜ ਸਰੂਪ ਵਿੱਚ ਸਥਿਤ ਸਨ ਸਾਧ ਸੰਗਤ ਜੀ, ਪਰ ਫਿਰ ਵੀ ਸਰਗੁਣ ਸਰੂਪ ਦੀ ਪੂਜਾ ਕਰਿਆ ਕਰਦੇ ਸੀ। ਜਦੋਂ ਕਨਾਤ ਤੇ ਤਾਣੀ ਹੋਈ ਹੈ, ਸਾਧ ਸੰਗਤ ਇੱਥੇ ਥੋੜਾ ਧਿਆਨ ਦੇਣਾ। ਫਿਰ ਸਾਧ ਸੰਗਤ ਜੀ ਕੀ ਹੋਇਆ, ਇਹਨਾਂ ਨੇ ਇਸ਼ਨਾਨ ਕਰਾਇਆ, ਤੇ ਜਦੋਂ ਭਗਵਾਨ ਜੀ ਦਾ ਇਸ਼ਨਾਨ ਵੀ ਕਰਾ ਦਿੱਤਾ, ਬਸਤਰ ਵੀ ਪਾ ਦਿੱਤੇ, ਦਸਤਾਰਾ ਵੀ ਬੰਨ੍ਹ ਦਿੱਤਾ। ਖੂਬ ਤੇਰੀ ਪਗੜੀ ਮੀਠੇ ਤੇਰੇ ਬੋਲ, ਗੁਰਬਾਣੀ 'ਚ ਬਚਨ ਆਉਂਦਾ ਆ ਕਿ ਭਗਵਾਨ ਦੇ ਪੱਗ ਬੰਨੀ ਹੋਈ ਹੈ। ਸਾਧ ਸੰਗਤ ਜੀ ਬਚਨ ਆਉਂਦਾ ਗੁਰਬਾਣੀ 'ਚ। ਤੇ ਸਾਧ ਸੰਗਤ ਜੀ ਇਸੇ ਕਰਕੇ ਦਸਤਾਰ ਤੇ ਕੇਸ ਰੱਖਣੇ ਹਰ ਇੱਕ ਸਿੱਖ ਦਾ ਮਹਾਰਾਜ ਨੂੰ ਬਚਨ ਹੁਕਮ ਕੀਤਾ ਹੋਇਆ ਆ। ਮਹਾਰਾਜ ਕਹਿੰਦੇ ਕੇਸਾਂ ਦਾ ਕਤਲ ਕਦੇ ਵੀ ਨਹੀਂ ਕਰਨਾ ਤੇ ਕਿਤੋਂ ਵੀ ਨਹੀਂ ਕਰਨਾ। ਮਹਾਰਾਜ ਕਹਿੰਦੇ ਵਾਹਿਗੁਰੂ ਪਰਮੇਸ਼ਰ ਤੇ ਆਪ ਕੇਸਾਂ ਧਾਰੀ ਏ, ਆਪ ਕੇਸਾਂ ਧਾਰੀ ਪਗੜੀ ਬੰਨੀ ਹੋਈ ਏ ਮਹਾਰਾਜ ਤੇ। ਖੂਬ ਤੇਰੀ ਪਗੜੀ ਮਿੱਠੇ ਤੇਰੇ ਬੋਲ, ਇਹ ਵਾਹਿਗੁਰੂ ਤੂੰ ਪੱਗ ਧਾਰੀ ਏ, ਪੱਗ ਰੱਖੀ ਆਪਣੇ ਸੀਸ ਤੇ।
ਤੇ ਪੜ੍ਹੀਏ ਤੇ ਸਹੀ ਬਾਣੀ, ਪੜਾਂਗੇ ਕਥਾ ਸੁਣਾਂਗੇ ਫੇਰ ਹੀ ਪਤਾ ਲੱਗੂਗਾ ਨਾ। ਮਹਾਰਾਜ ਗੁਰੂ ਗ੍ਰੰਥ ਸਾਹਿਬ ਮੱਥੇ ਤੇ ਸਾਨੂੰ 20 ਸਾਲ ਹੋ ਗਏ ਟੇਕਦਿਆਂ ਨੂੰ, ਪਰ ਗੁਰਬਾਣੀ ਨੂੰ ਸਮਝਣਾ ਕਰੀਏ। ਤੇ ਸਾਧ ਸੰਗਤ ਜੀ, ਉਸ ਵੇਲੇ ਜਦੋਂ ਕਨਾਤ ਤੇ ਤਾਣ ਦਿੱਤੀ, ਸਵਾਮੀ ਰਾਮਾਨੰਦ ਜੀ ਨੇ ਕੱਪੜੇ ਵੀ ਪਵਾਤੇ, ਪਗੜੀ ਵੀ ਬੰਨ੍ਹ ਦਿੱਤੀ ਤੇ ਮੁਕਟ ਵੀ ਪਾ ਦਿੱਤਾ। ਜਦੋਂ ਸਾਧ ਸੰਗਤ ਜੀ ਮੁਕਟ ਪਾ ਦਿੱਤਾ, ਇਹਨਾਂ ਨੂੰ ਧਿਆਨ ਵਿੱਚ ਆਇਆ ਤੇ ਮੈਂ ਤੇ ਮਾਲਾ ਪਾਈ ਨਹੀਂ ਗਲ ਦੇ ਵਿੱਚ, ਤੇ ਇਹ ਭੁੱਲ ਗਏ ਸਾਧ ਸੰਗਤ ਜੀ ਗਲ ਵਿੱਚ ਮਾਲਾ ਪਾਉਣੀ। ਜਦੋਂ ਭੁੱਲ ਗਏ ਤੇ ਸਾਧ ਸੰਗਤ ਜੀ, ਉਸ ਵੇਲੇ ਸਵਾਮੀ ਰਾਮਾਨੰਦ ਜੀ ਮਹਾਰਾਜ ਬੜੇ ਦੁਖੀ ਹੋਏ ਵੀ ਮੈਂ ਤੇ ਮਹਾਰਾਜ ਦੀ ਪੂਜਾ ਅਧੂਰੀ ਰਹਿ ਗਈ ਮੇਰੀ। ਇਹ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਬੋਲ ਗਏ, ਇਹ ਕਹਿੰਦੇ ਗੁਰੂ ਜੀ ਜੇ ਤੁਸੀਂ ਭੁੱਲ ਗਏ ਹੋ ਨਾ ਮਾਲਾ ਪਾਉਣੀ, ਮਾਲਾ ਦੀ ਕੁੰਡੀ ਕੱਢ ਕੇ ਤੇ ਤੁਸੀਂ ਇਉਂ ਉੱਪਰ ਦੀਨਾ ਪਾਉਣੀ ਕਰਿਓ, ਤੇ ਤੁਸੀਂ ਮਾਲਾ ਦੀ ਕੁੰਡੀ ਖੋਲ ਲਓ, ਇਉਂ ਖੋਲ ਕੇ ਪਾ ਦਿਓ। ਇਹ ਸਾਧ ਸੰਗਤ ਜੀ ਆਖਣ ਲੱਗੇ ਕਬੀਰ ਸਾਹਿਬ ਜੀ, ਗੁਰੂ ਜੀ ਨਾ ਭਗਵਾਨ ਦਾ ਨਿਰਾਦਰ ਹੋਏਗਾ, ਕਿਉਂਕਿ ਮੁਕਟ ਪਾ ਦਿੱਤਾ ਆ, ਮੁਕਟ ਲਾਉਣਾ ਨਿਰਾਦਰ ਹੋਵੇਗਾ, ਮਾਲਾ ਨਹੀਂ ਪਾਈ ਤੇ ਪੂਜਾ ਅਧੂਰੀ ਰਹਿ ਗਈ। ਭਗਤ ਕਬੀਰ ਸਾਹਿਬ ਜੀ ਬੋਲ ਗਏ, ਬੈਠੇ ਬੈਠੇ ਕਹਿੰਦੇ ਗੁਰੂ ਜੀ ਤੁਸੀਂ ਇੱਦਾਂ ਕਰੋ, ਕੁੰਡੀ ਖੋਲ ਲਓ ਮਾਲਾ ਦੀ, ਖੋਲ ਕੇ ਪਾ ਦਿਓ। ਜਦੋਂ ਸਾਧ ਸੰਗਤ ਜੀ ਸਵਾਮੀ ਰਾਮਾਨੰਦ ਜੀ ਨੇ ਕੁੰਡੀ ਖੋਲ ਕੇ ਉਹ ਮਾਲਾ ਤੇ ਪਾ ਦਿੱਤੀ, ਇਹਨਾਂ ਨੇ ਆਖਿਆ ਵੀ ਇਹੋ ਜਿਹਾ ਕਿਹੜਾ ਬ੍ਰਹਮ ਗਿਆਨੀ ਤ੍ਰਿਕਾਲ ਦਰਸ਼ ਜਿਹੜਾ ਮੇਰੀ ਇਹ ਧਿਆਨ ਸ਼ਕਤੀ ਤੱਕ ਪਹੁੰਚ ਗਿਆ, ਧਿਆਨ ਸ਼ਕਤੀ ਤੱਕ ਕਿਹੜਾ ਐਸਾ ਪਰਮ ਪੁਰਖ ਪੂਰਾ ਪੁਰਖ ਹੈ। ਤੇ ਸਾਧ ਸੰਗਤ ਜੀ ਜਦੋਂ ਭਗਤ ਕਬੀਰ ਸਵਾਮੀ ਰਾਮਾਨੰਦ ਮਹਾਰਾਜ ਨੇ ਉਹ ਸੋਚਿਆ ਵੀ ਇਹੋ ਜਿਹਾ ਕਿਹੜਾ ਪੁਰਖ ਹੈ ਪੂਰਨ, ਮੇਰੇ ਧਿਆਨ ਸ਼ਕਤੀ ਤੱਕ ਪਹੁੰਚ ਗਿਆ, ਇਹੋ ਜਿਹਾ ਹੈ ਕੋਈ ਪੂਰਾ ਮਹਾਤਮਾ ਹੈ। ਤੇ ਸਾਧ ਸੰਗਤ ਜੀ ਬਾਹਮਣਾ ਨੂੰ ਕਹਿੰਦਾ ਕਿ ਤੁਸੀਂ ਆ ਕਨਾਤ ਚੱਕ ਦਿਓ, ਪਰਦਾ ਚੱਕ ਦਿੱਤਾ। ਸਾਧ ਸੰਗਤ ਜਦੋਂ ਦਰਸ਼ਨ ਹੋਏ ਸਾਹਮਣੇ ਭਗਤ ਕਬੀਰ ਸਾਹਿਬ ਜੀ ਨੌਜਵਾਨ ਅਵਸਥਾ 'ਚ ਬੈਠੇ ਐ, ਨੌਜਵਾਨ ਅਵਸਥਾ ਸੀ ਉਸ ਵੇਲੇ। ਭਗਤ ਕਬੀਰ ਸਾਹਿਬ ਜੀ ਜਦੋਂ ਬੈਠੇ ਐ ਕਹਿਣ ਲੱਗੇ ਭਗਵਾਨ ਜੀ, ਗੁਰੂ ਜੀ ਧੰਨ ਹੋ ਆਪ ਜੀ ਦੇ ਦਰਸ਼ਨ ਹੋ ਗਏ। ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਵੀ ਦੱਸ ਮੈਂ ਤੈਨੂੰ ਕਦੋਂ ਸਿੱਖ ਬਣਾਇਆ ਏ ਤੇ ਤੂੰ ਮੈਨੂੰ ਕਦੋਂ ਗੁਰੂ ਧਾਰਨ ਕੀਤਾ। ਉਹ ਸਾਰੀ ਵਾਰਤਾ ਸੁਣਾ ਦਿੱਤੀ। ਮਹਾਰਾਜ ਆਪ ਜਦੋਂ ਇੱਕ ਦਿਨ ਇਸ਼ਨਾਨ ਕਰਨ ਵਾਸਤੇ ਆ ਰਹੇ ਸੀ, ਇਸ਼ਨਾਨ ਕਰਨ ਤੋਂ ਬਾਅਦ ਆਪ ਜੀ ਰਸਤੇ ਵਿੱਚ ਤੁਰੇ ਜਾ ਰਹੇ ਸੀ, ਮੈਂ ਰਸਤੇ ਵਿੱਚ ਲੰਮਾ ਪੈ ਗਿਆ, ਆਪ ਜੀ ਦਾ ਚਰਨ ਮੇਰੇ ਸਰੀਰ ਨੂੰ ਲੱਗਿਆ, ਚਰਨ ਛੋਹ ਪ੍ਰਾਪਤ ਹੋ ਗਈ, ਮੈਂ ਰੋਇਆ। ਉਸ ਵੇਲੇ ਆਪ ਜੀ ਨੇ ਆਖਿਆ ਸੀ ਬੱਚੇ ਰੋ ਨਾ ਰਾਮ ਕਹੋ। ਆਪ ਜੀ ਨੇ ਸੀਸ ਦੇ ਉੱਪਰ ਹੱਥ ਰੱਖ ਕੇ ਮੈਨੂੰ ਇਹ ਬਚਨ ਕੀਤਾ, ਨਾਮਦਾਨ ਦੇ ਦਿੱਤਾ। ਸਵਾਮੀ ਰਾਮਾਨੰਦ ਜੀ ਕਹਿਣ ਲੱਗੇ ਹਾਂ ਇਹ ਮੈਂ ਨਾਮਦਾਨ ਤਾਂ ਦਿੱਤਾ ਤੁਹਾਨੂੰ, ਉਹ ਸਿਧਾਂਤ ਦਾ ਪੂਰਾ ਹੋ ਗਿਆ ਕਿ ਇੱਕ ਗੁਰੂ ਹੀ ਨਾਮਦਾਨ ਦੇ ਸਕਦਾ ਆ, ਤੇ ਤੁਸੀਂ ਸਿੱਖ ਰੂਪ ਹੋ ਕੇ ਨਾਮਦਾਨ ਲੈ ਲਿਆ। ਇਸੇ ਕਰਕੇ ਫਿਰ ਸਵਾਮੀ ਰਾਮਾਨੰਦ ਜੀ ਮਹਾਰਾਜ ਬਾਹਮਣਾਂ ਨੂੰ ਜਿਹੜੀ ਈਰਖਾ ਕਰਦੇ ਸੀ ਕਹਿਣ ਲੱਗੇ ਬਾਹਮਣੋ ਈਰਖਾ ਨਾ ਕਰੋ, ਇਹ ਪੂਰਨ ਪੁਰਖ ਮਹਾਤਮਾ ਨੇ। ਸਾਧ ਸੰਗਤ ਜੀਓ ਕਹਿ ਦਿੱਤਾ। ਭਗਤ ਕਬੀਰ ਸਾਹਿਬ ਜੀ ਨੇ ਚਰਨੀ ਹੱਥ ਲਾਏ ਗੁਰੂਦੇਵ ਦੇ, ਸਵਾਮੀ ਰਾਮਾਨੰਦ ਜੀ ਦੇ, ਆਪਣੇ ਘਰ ਚਲੇ ਗਏ। ਉਸ ਵੇਲੇ ਸਾਧ ਸੰਗਤ ਜੀ ਫਿਰ ਰਹਿੰਦੇ ਜੀਵਨ ਤੱਕ ਮਹਾਰਾਜ ਨੇ ਨਾਮਦਾਨ ਗਿਆਨ ਬਖਸ਼ਿਆ, ਪਰਮ ਉਪਦੇਸ਼ ਬਖਸ਼ਿਆ। ਸਾਧ ਸੰਗਤ ਜੀ ਜਦੋਂ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਗੁਰਬਾਣੀ ਲਿਖਵਾ ਰਹੇ ਸਨ, ਤਾਂ ਉਸ ਵੇਲੇ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਜੀ ਦੀ ਬਾਣੀ ਲਿਖਵਾਉਂਦੇ ਨੇ। ਸ਼ਲੋਕ ਭਗਤ ਕਬੀਰ ਜਿਉ ਕੇ ਭਾਈ ਗੁਰਦਾਸ ਜੀ ਤੋਂ ਸਾਧ ਸੰਗਤ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਭਗਤ ਕਬੀਰ ਸਾਹਿਬ ਜੀ ਮਹਾਰਾਜ ਦੇ ਸ਼ਲੋਕ ਸਾਧ ਸੰਗਤ ਜੀ ਲਿਖਵਾ ਰਹੇ ਹੈ। ਇਹ 1364 ਅੰਗ ਤੇ ਆਖਰਲੀ ਉਹ ਬਾਣੀ ਭਗਤ ਕਬੀਰ ਸਾਹਿਬ ਜੀ ਦੀ ਆਉਂਦੀ ਹੈ। ਇਸ ਤੋਂ ਬਾਅਦ ਫਿਰ ਬਾਬਾ ਫਰੀਦ ਸਾਹਿਬ ਦੀ ਬਾਣੀ ਆਉਣ ਤੋਂ ਬਾਅਦ ਭੱਟਾਂ ਦੇ ਸਵਈਏ ਆਉਂਦੇ ਨੇ, ਫਿਰ ਵਾਰਾਂ ਤੇ ਵਧੀਕ ਤੇ ਭੋਗ ਦੇ ਸ਼ਲੋਕ ਆ ਜਾਂਦੇ ਹੈ। ਸਾਧ ਸੰਗਤ ਜੀ ਇਸ ਤੋਂ ਬਾਅਦ ਭਗਤ ਕਬੀਰ ਜੀ ਦੀ ਕੋਈ ਬਾਣੀ ਨਹੀਂ ਆਵੇਗੀ। ਇਹ ਆਖਰਲੀ ਬਾਣੀ ਪੰਜਵੇਂ ਸਵਾਮੀ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਭਾਈ ਗੁਰਦਾਸ ਤੋਂ ਲਿਖਵਾਉਂਦੇ ਹਨ। ਇੱਕ ਓੰਕਾਰ
ਸਤਿਗੁਰ ਪ੍ਰਸਾਦ। ਸਾਧ ਸੰਗਤ ਜੀ ਮੰਗਲ ਕਰਦੇ ਐ। ਇੱਕ ਅਕਾਲ ਪੁਰਖ ਵਾਹਿਗੁਰੂ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ, ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ ਹੈ। ਸਤਿਗੁਰ ਪ੍ਰਸਾਦ। ਉਹ ਜਿਹੜਾ ਭਾਈ ਵਾਹਿਗੁਰੂ ਹੈ ਸਤ ਰਹਿਣ ਵਾਲਾ ਹੈ, ਉਸ ਦੀ ਹਸਤੀ ਹੋਂਦ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ, ਨਾਨਕ ਹੋਸੀ ਭੀ ਸੱਚ। ਉਹ ਵਾਹਿਗੁਰੂ ਦੀ ਜਿਹੜੀ ਹਸਤੀ ਹੈ ਭਾਈ, ਹੋਂਦ ਹੈ ਜਿਹੜੀ ਸੱਚ ਹੈ, ਸਤ ਹੈ, ਉਹ ਕਦੇ ਖਤਮ ਨਹੀਂ, ਨਾਸ਼ ਨਹੀਂ ਹੋ ਸਕਦਾ, ਅਬਿਨਾਸ਼ੀ ਸਰੂਪ ਹੈ। ਸਤਿਗੁਰ ਪ੍ਰਸਾਦ। ਗੁਰੂ ਸਰੂਪ ਹੈ ਸਤਿਗੁਰੂ ਪਰਮੇਸ਼ਰ ਜੀ, ਗੁਰੂ ਸਰੂਪ ਹੋ ਕੇ ਉਪਦੇਸ਼ ਬਖਸ਼ਦੇ ਹਨ। ਪ੍ਰਸਾਦ। ਪਰੇ ਸਾਧ, ਸਵਾਦਾਂ ਤੋਂ ਪਰੇ ਹੈ ਵਾਹਿਗੁਰੂ, ਉਸ ਨੂੰ ਸਵਾਦ ਨਹੀਂ ਜੇ ਆਉਂਦਾ। ਸਤਿਗੁਰ ਪ੍ਰਸਾਦ। ਮਹਾਰਾਜ ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਜਿਹੜਾ ਐਸਾ ਵਾਹਿਗੁਰੂ ਹੈ ਉਹ ਭਾਈ ਸਤਿਗੁਰ ਪ੍ਰਸਾਦ, ਉਹ ਸੱਚੇ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਮਿਲਦਾ। ਪ੍ਰਸਾਦ ਨਾਮ ਕਿਰਪਾ ਦਾ ਵੀ ਹੈ। ਵਾਹਿਗੁਰੂ ਕਿਰਪਾ ਜਿਸ ਤੇ ਕਰ ਦਵੇ, ਸਤਿਗੁਰੂ ਜੀ ਜਿਸ ਤੇ ਕਿਰਪਾ ਕਰ ਦੇਣ, ਉਹ ਸਾਧ ਸੰਗ ਜੀ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ, ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਕਬੀਰ ਮੇਰੀ ਸਿਮਰਨੀ। ਇੱਥੋਂ ਸਾਧ ਸੰਗਤ ਜੀ ਭਗਤ ਕਬੀਰ ਸਾਹਿਬ ਦੀ ਬਾਣੀ ਆਰੰਭ ਹੁੰਦੀ ਹੈ। ਕੀ ਹੋਇਆ ਇੱਕ ਦਿਨ ਸਾਧ ਸੰਗਤ ਜੀ, ਜਿਹੜੇ ਬ੍ਰਾਹਮਣ ਸਨ ਨਾ, ਕਾਂਸ਼ੀ ਬਾਹਮਣਾਂ ਦਾ ਗੜ੍ਹ ਹੈ, ਇੱਥੇ ਬਾਹਮਣਾਂ ਨੂੰ ਬਹੁਤਾ ਉਪਦੇਸ਼ ਕਰਨਗੇ, ਇਹ ਧਿਆਨ ਵਿੱਚ ਰੱਖਿਓ। ਭਗਤ ਕਬੀਰ ਜੀ ਤੇ ਆਪ ਤਾਂ ਮੁਸਲਮਾਨ ਹੈ, ਉੱਥੇ ਮੁਸਲਮਾਨਾਂ ਨੂੰ ਵੀ ਉਪਦੇਸ਼ ਬਖਸ਼ਿਆ ਸਾਧ ਸੰਗਤ ਜੀ, ਤੇ ਬਾਹਮਣਾਂ ਨੂੰ ਵੀ ਉਪਦੇਸ਼ ਬਖਸ਼ਿਆ, ਕਿਉਂਕਿ ਕਾਂਸ਼ੀ ਬਾਹਮਣਾਂ ਦਾ ਗੜ੍ਹ ਹੈ। ਇਹ ਧਿਆਨ ਵਿੱਚ ਗੱਲ ਜ਼ਰੂਰ ਰੱਖਣੀ। ਇੱਥੇ ਵਾਰ-ਵਾਰ ਬਚਨ ਆਉਣਗੇ ਸਾਧ ਸੰਗਤ ਜੀ। ਜਦੋਂ ਕਾਂਸ਼ੀ ਦੇ ਜਿਹੜੇ ਮੁਖੀ ਬ੍ਰਾਹਮਣ ਸਨ, ਤੇ ਉਹ ਸਾਧ ਸੰਗਤ ਜੀ ਇਹਨਾਂ ਵਿੱਚੋਂ ਇੱਕ ਬ੍ਰਾਹਮਣ ਸੀ, ਇਹਨੇ ਵਿਚਾਰ ਕੀਤੀ, ਧਿਆਨ ਦਿਓ, ਇਹਨੇ ਮਨ ਵਿੱਚ ਵਿਚਾਰ ਕੀਤੀ ਏ ਕਿ ਭਗਤ ਕਬੀਰ ਦਾ ਬਹੁਤ ਵੱਡਾ ਪ੍ਰਤਾਪ ਹੋ ਚੁੱਕਾ ਏ। ਭਗਤ ਕਬੀਰ ਜੀ ਨੂੰ ਸਾਰੇ ਜਾਣਦੇ ਐ, ਇਸੇ ਕਰਕੇ ਕਿ ਕਿਉਂ ਨਾ ਹੋਵੇ ਕਿ ਆਪਣੀ ਜੁਗਤੀ ਦੇ ਨਾਲ ਕਬੀਰ ਜੀ ਨੂੰ ਆਪਣਾ ਚੇਲਾ ਬਣਾ ਲਵਾਂ। ਸਾਧ ਸੰਗਤ ਜੀ ਮੇਰੀ ਵੀ ਉਸਤਤੀ ਹੋਊਗੀ ਵੀ ਚੇਲਾ ਉਹਦਾ ਹੈ। ਤੇ ਸਾਧ ਸੰਗਤ ਜੀ ਇਉਂ ਮਨ ਵਿੱਚ ਵਿਚਾਰ ਕਰਕੇ ਨਾ ਮਹਾਰਾਜ ਦੇ ਘਰੇ ਆ ਗਿਆ। ਤੇ ਬਾਹਮਣਾਂ ਨੇ ਕਿੱਥੇ ਆਉਣਾ ਸੀ। ਇਹ ਸਾਧ ਸੰਗਤ ਜੀ ਜਦੋਂ ਕਹਿੰਦੇ ਲੋੜ ਹੋਵੇ ਨਾ, ਫਿਰ ਗਧੇ ਨੂੰ ਵੀ ਬਾਪ ਬਣਾਉਣਾ ਪੈਂਦਾ ਹੈ। ਤੇ ਇਹ ਜਿਹੜੇ ਬਾਹਮਣ ਸਨ ਬੜੇ ਸਾਧ ਸੰਗਤ ਜੀ ਚਤੁਰ ਚਲਾਕ ਸਨ। ਤੇ ਹੋਇਆ ਕੀ ਹੈ, ਇਹ ਬਾਹਮਣ ਚਤੁਰ ਚਲਾਕੀ ਦੇ ਨਾਲ ਮਹਾਰਾਜ ਕਬੀਰ ਜੀ ਦੇ ਘਰੇ ਆ ਗਿਆ। ਕਬੀਰ ਸਾਹਿਬ ਨੂੰ ਕਹਿਣ ਲੱਗਿਆ ਕਿ ਉਦੋਂ ਇੱਕ ਨਿਯਮ ਸੀ ਸਾਧ ਸੰਗਤ ਜੀ, ਕਿ ਜਿਸ ਨੂੰ ਮਾਲਾ ਦੇ ਦਿੱਤੀ ਜਾਂਦੀ ਸੀ ਹੱਥੀਂ, ਉਹ ਸਾਧ ਸੰਗਤ ਜੀ ਗੁਰੂ ਹੋ ਜਾਂਦਾ ਸੀ, ਤੇ ਜਿਹਨੂੰ ਦਿੱਤੀ ਹੈ ਮਾਲਾ ਸਾਧ ਸੰਗਤ ਜੀ ਉਹ ਸਿੱਖ ਹੋ ਜਾਂਦਾ ਸੀ। ਔਰ ਜਦੋਂ ਸਿਮਰਨ ਕਰਦਾ ਸੀ ਉਹ ਮਾਲਾ ਤੇ, ਉਹ ਸਿਮਰਨ ਦਾ ਚੌਥਾ ਹਿੱਸਾ ਉਸਦੇ ਗੁਰੂ ਨੂੰ ਜਾਂਦਾ ਸੀ। ਇਹ ਨਿਯਮ ਸੀ ਸਾਧ ਸੰਗਤ ਜੀ। ਇਸੇ ਤਰ੍ਹਾਂ ਇਹ ਪੰਥ ਵਿੱਚ ਵੀ ਨਿਯਮ ਹੈ ਕਿ ਜੇ ਪਤੀ ਪਤਨੀ ਸਾਧ ਸੰਗਤ ਜੀ ਸੇਵਾ ਕਰਦੇ, ਭਗਤੀ ਕਰਦੇ ਨੇ, ਦੋਨਾਂ ਨੂੰ ਹਿੱਸਾ ਜਾਂਦਾ ਆ। ਕਿਉਂਕਿ ਗੁਰਬਾਣੀ ਦਾ ਇੱਕ ਬਚਨ ਆਉਂਦਾ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਏਕ ਜੁਦ ਦੋਇ ਮੂਰਤੀ ਧਨ ਪਿਰ ਕਹੀਐ ਸੋਏ। ਇਸ ਕਰਕੇ ਇਸ ਹਿਸਾਬ ਦੇ ਨਾਲ ਜੇ ਪਤੀ ਪਤਨੀ ਸਾਧ ਸੰਗਤ ਜੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ ਪੜ੍ਹਦੇ ਐ, ਨਿਤਨੇਮੀ ਹੈ ਦੋਵੇਂ ਜਣੇ, ਇਸ ਕਰਕੇ ਦੋਵਾਂ ਦਾ ਹਿੱਸਾ ਇੱਕ ਦੂਜੇ ਨੂੰ ਜਾਂਦਾ ਆ। ਇਸੇ ਕਰਕੇ ਸਾਧ ਸੰਗਤ ਜੀ ਉਸ ਵੇਲੇ ਦਾ ਇਹ ਨਿਯਮ ਸੀ, ਜਿਸ ਨੂੰ ਮਾਲਾ ਦੇ ਦਿੱਤੀ ਜਾਂਦੀ ਸੀ ਉਹ ਸਿੱਖ ਹੋ ਜਾਂਦਾ ਸੀ, ਤੇ ਜਿਸ ਨੇ ਦਿੱਤੀ ਹੈ ਮਾਲਾ ਉਹ ਗੁਰੂ ਹੋ ਜਾਂਦਾ ਸੀ। ਸਾਧ ਸੰਗਤ ਜੀ ਇਉਂ ਜਦੋਂ ਇਹ ਸੋਚ ਕੇ ਇਹ ਬਾਹਮਣ ਨੇ ਮਾਲਾ ਸਾਧ ਸੰਗਤ ਜੀ ਲੈ ਲਈ ਆਪਣੇ ਹੱਥ ਵਿੱਚ, ਕਬੀਰ ਜੀ ਦੇ ਘਰੇ ਆ ਗਏ। ਕਬੀਰ ਸਾਹਿਬ ਜੀ ਨੂੰ ਕਹਿਣ ਲੱਗਿਆ, ਮਹਾਰਾਜ ਜੀ, ਹੇ ਕਬੀਰ ਜੀ, ਮੈਂ ਆਪ ਜੀ ਦੇ ਕੋਲ ਮਾਲਾ ਲੈ ਕੇ ਆਇਆ ਆ, ਆਪ ਜੀ ਮਾਲਾ ਤੇ ਸਿਮਰਨ ਕਰਿਆ ਕਰੋ, ਪਰਮੇਸ਼ਰ ਦੇ ਨਾਮ ਨੂੰ ਜਪਿਆ ਕਰੋ। ਤਾਂ ਸਾਧ ਸੰਗਤ ਜੀ ਕਹਿੰਦੇ ਸਾਰੇ ਸੰਤਾਂ ਭਗਤਾਂ ਨੇ ਮਾਲਾ ਦੀ ਮਹਾਰਾਜ ਦਾ ਨਾਮ ਜਪਿਆ। ਬਾਹਮਣ ਕਹਿੰਦਾ ਪਰਮੇਸ਼ਰ ਦਾ ਨਾਮ ਸਾਰਿਆਂ ਸੰਤਾਂ ਭਗਤਾਂ ਨੇ ਇਉਂ ਚਲਾਕੀ ਕਰਦਾ ਕਬੀਰ ਜੀ ਦੇ ਨਾਲ। ਤੇ ਸਾਧ ਸੰਗਤ ਜੀ ਉਸ ਵੇਲੇ ਭਗਤ ਕਬੀਰ ਸਾਹਿਬ ਜੀ ਸਾਧ ਸੰਗਤ ਜੀ ਬ੍ਰਹਮ ਗਿਆਨੀ ਸਨ, ਆਤਮਿਕ ਤਰਕਾਲਦਰਸ਼ੀ ਸਨ, ਜਾਣਦੇ ਐ ਘਟ ਘਟ ਕੇ ਅੰਤਰ ਕੀ ਜਾਣਤ ਹੈ। ਕਿਉਂਕਿ ਜਿਹੜਾ ਮਹਾਰਾਜ ਦਾ ਨਾਮ ਹੈ ਨਾ, ਇਹ ਸਾਧ ਸੰਗਤ ਜੀ ਜਦੋਂ ਪਰਮੇਸ਼ਰ ਦਾ ਨਾਮ ਅੰਦਰ ਆ ਜਾਵੇ, ਪ੍ਰਵੇਸ਼ ਕਰ ਜਾਵੇ, ਉਦੋਂ ਗਿਆਨ ਅੰਤਰਜਾਮਤਾ ਸਾਰਾ ਕੁਝ ਹੀ ਆ ਜਾਂਦਾ ਹੈ। ਸਾਧ ਸੰਗਤ ਜੀ
ਇਸੇ ਪ੍ਰਕਾਰ ਜਦੋਂ ਉਹ ਬ੍ਰਾਹਮਣ ਦੀ ਚਲਾਕੀ ਨੂੰ ਭਗਤ ਕਬੀਰ ਜੀ ਨੇ ਸਮਝਿਆ ਤਾਂ ਸਾਧ ਸੰਗਤ ਜੀ ਕਬੀਰ ਸਾਹਿਬ ਜੀ ਉਸ ਦੀ ਚਲਾਕੀ ਨੂੰ ਸਮਝ ਕੇ ਇਹ ਪਰਮ ਉਪਦੇਸ਼ ਬਖਸ਼ਦੇ ਨੇ। ਕਬੀਰ ਮੇਰੀ ਸਿਮਰਨੀ ਆਖਣ ਲੱਗੇ ਬਾਹਮਣ, ਹੇ ਪੰਡਤ ਜੀ ਮੇਰੀ ਸਿਮਰਨੀ ਤੇ ਆਖਣ ਲੱਗੇ ਨੇ। ਰਸਨਾ ਉਪਰ ਰਾਮ, ਰਸਨਾ ਤੇ ਪਰਮੇਸ਼ਰ ਦਾ ਜਿਹੜਾ ਨਾਮ ਹੈ ਇਹੀ ਮੇਰੇ ਵਾਸਤੇ ਮਾਲਾ ਹੈ, ਇਹੀ ਮੇਰੇ ਵਾਸਤੇ ਸਿਮਰਨੀ ਹੈ। ਮੈਂ ਬਾਹਰਲੀ ਮਾਲਾ ਤੋਂ ਕੀ ਲੈਣਾ ਏ? ਰਸਨਾ ਤੇ ਵਾਹਿਗੁਰੂ ਨਿਰੰਕਾਰ ਦਾ ਰਮੇ ਹੋਏ ਪਰਮੇਸ਼ਰ ਦਾ ਨਾਮ ਹੈ, ਇਹੀ ਮੇਰੇ ਵਾਸਤੇ ਮਾਲਾ ਹੈ। ਕਬੀਰ ਮੇਰੀ ਸਿਮਰਨੀ ਆਖਣ ਲੱਗੇ, ਹੇ ਭਾਈ ਜਿਹੜੀ ਸਾਡੀ ਮਾਲਾ ਹੈ ਰਸਨਾ ਉਪਰ ਰਾਮ, ਰਸਨਾ ਤੇ ਰਸਨਾ, ਰਸਾਂ ਕਸਾਂ ਤੋਂ ਮੇਰੀ ਇਹ ਜਿਹੜੀ ਹੈ ਰਸਨਾ ਉੱਪਰ ਹੋ ਚੁੱਕੀ ਹੈ, ਉਸ ਉੱਪਰ ਵਾਹਿਗੁਰੂ ਪਰਮੇਸ਼ਰ ਦਾ ਰਾਮ ਦਾ ਨਾਮ ਵਸ ਰਿਹਾ। ਇਸੇ ਕਰਕੇ ਮੇਰੇ ਵਾਸਤੇ ਤਾਂ ਇਹੀ ਮਾਲਾ ਹੈ। ਅਸੀਂ ਸਾਰਿਆਂ ਰਸਾਂ ਕਸਾਂ ਦੇ ਸਵਾਦਾਂ ਤੋਂ ਉਪਰਾਮ ਹੋ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਆ। ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਇਆਲਾ। ਸਾਧ ਸੰਗਤ ਜੀ ਹਰੀ ਹਰੀ ਕਹਿਣਾ, ਰਾਮ ਰਾਮ ਕਹਿਣਾ, ਮਹਾਰਾਜ ਕਹਿੰਦੇ ਇਹੀ ਮਾਲਾ ਆ। ਕਈ ਸਾਧ ਸੰਗਤ ਜੀ ਇੱਥੇ ਥੋੜ੍ਹਾ ਧਿਆਨ ਦਿਓ, ਕਈ ਪਖੰਡ ਕਰਦੇ ਆ, ਮਾਲਾ ਤੇ ਫੜ ਲੈਂਦੇ ਪਰ ਨਾਮ ਨਹੀਂ ਜੇ ਜਪਦੇ, ਉਹ ਪਖੰਡ ਹੈ। ਪਰ ਜੇ ਮੈਂ ਕਹਿਣਾ ਕਿ ਮਾਲਾ ਫੜ ਕੇ ਵਾਹਿਗੁਰੂ ਦਾ ਨਾਮ ਜਪਦੇ ਆ ਤਾਂ ਪਖੰਡ ਨਹੀਂ ਹੈ। ਸਾਧ ਸੰਗਤ ਜੀ ਜੇ ਕੇਵਲ ਮਾਲਾ ਹੀ ਫੜੀ ਹੈ, ਗਲੀ ਜਿੰਨਾ ਜਪਮਾਲੀਆਂ, ਜਿਵੇਂ ਕਬੀਰ ਜੀ ਨੇ ਅੱਗੇ ਬਚਨ ਕੀਤਾ ਹੋਇਆ ਗੌੜੀ ਰਾਗ 'ਚ ਬਚਨ ਆ ਚੁੱਕੇ ਹੈ। ਗੌੜੀ ਰਾਗ ਦੇ ਅੰਦਰ ਮਹਾਰਾਜ ਕਹਿੰਦੇ ਗਲੀ ਜਿੰਨਾ ਜਪਮਾਲੀਆਂ ਲੋਟੇ ਹੱਥ ਨੇ ਬੱਗ, ਓਏ ਹਰ ਕੇ ਸੰਤ ਨਾ ਆਖੀਐ ਬਾਨਾਰਸ ਕੇ ਠੱਗ। ਭਾਈ ਜਿਹੜੇ ਗਲਾਂ ਵਿੱਚ ਉਦਾਂ ਹੀ ਮਾਲਾ ਪਾਈ ਫਿਰਦੇ ਐ, ਸਾਧ ਸੰਗਤ ਜੀ ਹੱਥਾਂ ਵਿੱਚ ਮਾਲਾ ਫੜੀ ਫਿਰਦੇ ਐ। ਕਲਗੀਧਰ ਸੁਆਮੀ ਕਹਿੰਦੇ ਉਹ ਭੇਖ ਕਰਦੇ ਐ। ਯਾਦ ਰੱਖਿਓ ਬਾਹਰ ਭੇਖ ਨਾ ਕਾਹੂ ਭੀਨ, ਵਾਹਿਗੁਰੂ ਪਰਮੇਸ਼ਰ ਪਾਈ ਬਾਹਰਲੇ ਭੇਖ ਕਰਕੇ ਭੀਨ ਭਿੱਜਦਾ ਨਹੀਂ ਹੈ। ਸੱਚੇ ਪਾਤਸ਼ਾਹ ਰੀਝਦੇ ਨਹੀਂ ਹੈ ਬਾਹਰਲੇ ਭੇਖ ਕਰਕੇ। ਜੇ ਮਾਲਾ ਕੇਵਲ ਦਿਖਾਵੇ ਵਾਸਤੇ ਫੜੀ ਹੈ ਤਾਂ ਮਾਲਾ ਦਿਖਾਵਾ ਏ, ਪਰ ਜੇ ਮਾਲਾ ਤੇ ਤੂੰ ਵਾਹਿਗੁਰੂ ਦਾ ਨਾਮ ਵਾਹਿਗੁਰੂ ਵਾਹਿਗੁਰੂ ਜਾਂ ਮੂਲ ਮੰਤਰ ਸਾਹਿਬ ਦਾ ਅਭਿਆਸ ਕਰਦਾ ਏ ਤਾਂ ਮਾਲਾ ਕੋਈ ਦਿਖਾਵਾ ਨਹੀਂ ਜੀ। ਸਾਧ ਸੰਗਤ ਜੀ ਇਸ ਗੱਲ ਨੂੰ ਜਾਣ ਲਿਓ। ਤੇ ਕਈ ਹੁਣ ਅੱਜ ਕਲਯੁਗ ਦਾ ਸਮਾਂ ਏ ਤੇ ਕਈ ਸਾਧ ਸੰਗਤ ਜੀ ਮਾਲਾ ਗਲ ਵਿੱਚ ਪਾ ਲੈਂਦੇ ਐ, ਦਿਖਾਵੇ ਵਜੋਂ ਹੀ ਪਾ ਲੈਂਦੇ ਐ, ਜਾਂ ਵੀ ਲੋਕ ਕਹਿਣਗੇ ਜੀ ਬਾਹਲਾ ਨਾਮ ਜਪਦਾ ਏ ਤੇ ਬਾਹਲਾ ਅਭਿਆਸੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਭੇਗ ਦਿਖਾਏ ਜਗਤ ਕੋ ਲੋਗਣ ਕੋ ਬਸ ਕੀਨ, ਅੰਤ ਕਾਲ ਕਾਤੀ ਕਟਿਓ ਨਰਕ ਬਾਸ ਮੋਲੀਨ। ਨਰਕਾਂ 'ਚ ਹੀ ਵਾਸਾ ਹੁੰਦਾ ਆ ਇਹਨਾਂ ਦਾ। ਸਾਧ ਸੰਗਤ ਜੀ ਜਿਹੜੇ ਭੇਗ ਦਿਖਾ ਕੇ ਲੋਕਾਂ ਨੂੰ ਵਸ ਕਰਦੇ ਨੇ। ਰਸਨਾ ਉਪਰ ਰਾਮ, ਮਹਾਰਾਜ ਕਹਿਣ ਲੱਗੇ ਮੇਰੀ ਸਿਮਰਨ ਤਾਂ ਰਸਨਾ ਹੀ ਹੈ, ਜੀਵ ਹੀ ਹੈ। ਅਸੀਂ ਤਾਂ ਜੀਵ ਦੁਆਰਾ ਹੀ ਪਰਮੇਸ਼ਰ ਦੇ ਨਾਮ ਨੂੰ ਕਹਿੰਦੇ ਆ ਰਸਨਾ। ਹੁਣ ਮੇਰੀ ਰਸਨਾ ਤੇ ਕੋਈ ਰਸ ਨਹੀਂ ਰਿਹਾ। ਅਸੀਂ ਸਵਾਦਾਂ ਤੋਂ ਰਸਾਂ ਕਸਾਂ ਤੋਂ ਉੱਪਰ ਉੱਠ ਚੁੱਕੇ ਹਾਂ। ਉੱਪਰ ਰਾਮ, ਹੁਣ ਮੇਰੀ ਰਸਨਾ ਤੇ ਰਾਮ ਰਹਿੰਦਾ ਆ। ਜਿਵੇਂ ਮਹਾਰਾਜ ਕਹਿੰਦੇ ਨੇ ਪ੍ਰਭ ਜੀ ਬਸੈ ਸਾਧ ਕੀ ਰਸਨਾ, ਵਾਹਿਗੁਰੂ ਤੇ ਸਾਧੂ ਦੀ ਰਸਨਾ ਤੇ ਬੈਠਾ ਇੱਕ ਸਾਧ ਬਚਨ ਅਟਲਾਦਾ। ਸਾਧੂ ਦਾ ਕਦੇ ਬਚਨ ਨਹੀਂ ਜੇ ਟਲਦਾ। ਹੋਵੇ ਕਬੀਰ ਸਾਹਿਬ ਵਰਗਾ, ਕਿਤੇ ਮੇਰੇ ਵਰਗਾ ਪਖੰਡੀ ਨਾ ਹੋਵੇ। ਕਬੀਰ ਸਾਹਿਬ ਜੀ ਮਹਾਰਾਜ ਵਰਗਾ ਬ੍ਰਹਮ ਗਿਆਨੀ ਹੋਵੇ ਤਾਂ ਸਾਧ ਸੰਗਤ ਜੀ ਉਹਦਾ ਬਚਨ ਨਹੀਂ ਟਲੇਗਾ, ਕਿਉਂਕਿ ਉਸ ਦੀ ਰਸਨਾ ਤੇ ਅੱਲਾ ਦਾ ਰਾਮ ਦਾ ਨਾਮ ਹੈ। ਆਦ ਜੁਗਾਦੀ ਸਗਲ ਭਗਤ। ਮਹਾਰਾਜ ਕਹਿੰਦੇ ਬਾਹਮਣ ਜੀ ਇਹ ਰਸਨਾ ਦੇ ਨਾਲ ਤਾਂ ਆਦ ਜੁਗਾਦੀ, ਆਦ ਵਿੱਚ ਭਾਵ ਕੇ ਸਤਜੁਗ ਵਿੱਚ ਸਾਧ ਸੰਗਤ ਜੀ ਧਰੂ ਪ੍ਰਹਿਲਾਦ ਭਗਤ ਜੀ ਹੋਏ ਨੇ। ਤ੍ਰੇਤੇ ਵਿੱਚ ਸਾਧ ਸੰਗਤ ਜੀ ਤ੍ਰੇਤੇ ਯੁਗ ਭਵਿੱਖਣ ਔਰ ਹਨੂਮਾਨ ਵਰਗਿਆਂ ਨੇ ਭਗਤੀ ਕੀਤੀ ਹੈ। ਦੁਆਪਰ ਯੁਗ ਦੇ ਵਿੱਚ ਬਿਦਰ ਵਰਗੇ ਸੁਦਾਮਾ ਵਰਗੇ ਭਗਤ ਹੋਏ ਨੇ। ਕਲਯੁਗ ਦੇ ਵਿੱਚ ਸਾਧ ਸੰਗਤ ਜੀ ਭਗਤ ਰਵਿਦਾਸ ਮਹਾਰਾਜ ਵਰਗੇ, ਸਧਨੇ ਵਰਗੇ, ਇਹ ਸਾਧ ਸੰਗਤ ਜੀ ਨਾਮਦੇਵ ਮਹਾਰਾਜ ਵਰਗੇ, ਬਾਬਾ ਫਰੀਦ ਸਾਹਿਬ ਜੀ ਵਰਗੇ ਭਗਤ ਹੋਏ ਹੈ। ਕਬੀਰ ਸਾਹਿਬ ਜੀ ਆਖਣ ਲੱਗੇ ਪੰਡਤ ਹੇ ਬਾਹਮਣ
ਆਦ ਜੁਗਾਦੀ ਸਗਲ ਭਗਤ। ਜਿਹੜੇ ਆਦ ਜੁਗਾ ਤੋਂ ਭਗਤ ਆ ਰਹੇ ਐ ਸਗਲ ਸਾਰੇ ਭਗਤ। ਤਾ ਕੋ ਸੁਖ ਵਿਸਰਾਮ। ਉਹ ਵੀ ਵਾਹਿਗੁਰੂ ਜੀ ਦੇ ਨਾਮ ਨੂੰ ਹੀ ਜਪਦੇ ਆ ਰਹੇ ਐ, ਰਸਨਾ ਦੇ ਦੁਆਰਾ ਹੀ ਨਾਮ ਜਪਦੇ ਐ, ਜਿਹੜੇ ਆਦ ਜੁਗਾਦੀ ਭਗਤ ਹੋ ਚੁੱਕੇ ਨੇ। ਤਾ ਕੋ ਸੁਖ ਵਿਸਰਾਮ। ਉਹਨਾਂ ਭਗਤਾਂ ਨੇ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਨਾਮ ਜਪ ਕੇ ਸੁਖ ਵਿਸਰਾਮ, ਸੁੱਖਾਂ ਦੀ ਪ੍ਰਾਪਤੀ ਕੀਤੀ ਹੈ। ਸਾਧ ਸੰਗਤ ਜੀ, ਉਹਨਾਂ ਨੇ ਵਿਸਰਾਮ ਕਿੱਥੇ ਪਾਇਆ? ਸੱਚਖੰਡ ਵਿੱਚ ਵਿਸ਼ਰਾਮ ਪਾਇਆ। ਉਹਨਾਂ ਦਾ ਮਨ ਬ੍ਰਹਮ ਗਿਆਨ ਰੂਪੀ ਥਾਂ ਤੇ ਆਇਆ। ਅਬ ਤੋਂ ਜਾਏ ਚੜ੍ਹੇ ਸਿੰਘਾਸਣ। ਜਿਵੇਂ ਆਪਾਂ ਕਹਿੰਦੇ ਆ, ਮੈਂ ਹੁਣ ਚੱਲਿਆ ਆਰਾਮ ਕਰਨ ਵਾਸਤੇ, ਵਿਸ਼ਰਾਮ ਕਰਨ ਵਾਸਤੇ ਚੱਲਿਆ, ਪਰ ਬ੍ਰਹਮ ਗਿਆਨੀ ਤਾਂ ਸਦਾ ਹੀ ਵਿਸ਼ਰਾਮ ਕਰਦਾ। ਕਿੱਥੇ? ਉਹ ਕਰਦਾ ਭਾਈ ਬ੍ਰਹਮ ਗਿਆਨ ਰੂਪੀ ਸੇਜਾ ਤੇ। ਸਾਧ ਸੰਗਤ ਜੀ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ। ਆਨੰਦ ਸਰੂਪ ਜੀ ਰਹਿੰਦੇ ਐ। ਜੋ ਸਤਚਿਤ ਆਨੰਦ ਵਾਹਿਗੁਰੂ ਪਰਮੇਸ਼ਰ ਹੈ, ਸਦਾ ਸਚ ਦਾ ਆਨੰਦ ਸਤਰੰਗ ਪ੍ਰਨਾਸੀ, ਕਰੀਮਨ ਕੁਨਿੰਦਾ ਸਮਸਤਲ ਨਿਵਾਸੀ। ਸ਼੍ਰੀ ਜਾਪ ਸਾਹਿਬ ਦੇ ਵਿੱਚ ਵੀ ਕਲਗੀਧਰ ਸੁਆਮੀ ਕਹਿੰਦੇ ਐ ਵਾਹਿਗੁਰੂ ਦਾ ਆਨੰਦ ਸਰੂਪ ਹੈ। ਤੇ ਸਾਧ ਸੰਗਤ ਜੀ, ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ, ਹੇ ਪੰਡਤ ਜੀ, ਬਾਹਮਣ ਜੀ, ਉਹ ਜਿਹੜੇ ਆਦ ਜੁਗਾਦੀ ਸਾਰੇ ਭਗਤ ਨੇ, ਤਾਕੋ ਸੁਖ ਵਿਸਰਾਮ, ਉਹਨਾਂ ਨੇ ਸੁੱਖਾਂ ਦੀ ਪ੍ਰਾਪਤੀ ਕੀਤੀ ਹੈ। ਵਿਸ਼ਰਾਮ, ਸੱਚਖੰਡ ਵਿੱਚ ਵਿਸ਼ਰਾਮ ਕੀਤਾ ਹੋਇਆ ਏ। ਉਹਨਾਂ ਦਾ ਮਨ ਤੇ ਬ੍ਰਹਮ ਗਿਆਨ ਦਾ ਵਿਸ਼ਰਾਮ ਕਰਦਾ ਹੈ। ਇਉਂ ਸਤਿਗੁਰੂ ਭਗਤ ਕਬੀਰ ਜੀ ਦੱਸਦੇ ਹਨ। ਕਬੀਰ ਮੇਰੀ ਜਾਤ ਕੋ। ਜਦੋਂ ਸਾਧ ਸੰਗਤ ਜੀ ਇਉਂ ਬਾਹਮਣ ਨੇ ਸੁਣਿਆ ਨਾ, ਆਖਣ ਲੱਗਿਆ ਕਬੀਰ ਤੂੰ ਜਾਤ ਦਾ ਜੁਲਾਹਾ ਹੀ ਰਿਹਾ। ਹੱਸ ਪਿਆ ਸਾਧ ਸੰਗਤ ਜੀ। ਤਾਂ ਕਬੀਰ ਸਾਹਿਬ ਜੀ ਇਉਂ ਬਚਨ ਉਚਾਰਦੇ ਹਨ। ਕਬੀਰ ਮੇਰੀ ਜਾਤ ਕੋ। ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ, ਹੇ ਬਾਹਮਣ ਜੀ, ਮੇਰੀ ਜਾਤ ਨੂੰ ਦਾ, ਮੇਰੀ ਜਾਤ ਦਾ ਨਾਮ ਲੈ ਕੇ ਮੇਰੀ ਜਾਤ ਨੂੰ ਤਾਂ ਸਭ ਕੋ ਹਸਨੇ ਹਾਰ। ਸਾਰੇ ਹੱਸਦੇ ਨੇ ਮੇਰੀ ਜਾਤ ਦਾ ਨਾਂ ਲੈ ਕੇ। ਕਾਂਸ਼ੀ ਦੇ ਬਾਹਮਣ ਕਹਿੰਦੇ ਜੁਲਾਹਾ ਆ ਗਿਆ, ਤੂੰ ਵੀ ਮੇਰੇ ਮੂੰਹ ਤੇ ਕਹਿਣਾ ਜੁਲਾਹਾ ਏ। ਮੁਸਲਮਾਨ ਏ ਤੂੰ, ਜੁਲਾਹ ਏ ਜਾਤ ਦਾ। ਇਸੇ ਕਰਕੇ ਸਾਰੀ ਮੇਰੀ ਜਾਤ ਤੇ ਹੱਸਦੇ ਐ। ਬਲਿਹਾਰੀ ਇਸ ਜਾਤ ਕੋ। ਪਰ ਮੈਂ ਜੁਲਾਹਿਆਂ ਦੀ ਜਾਤ ਤੋਂ ਬਲਿਹਾਰੇ ਜਾਨਾ। ਜੈ ਜਪਿਓ ਸਿਰਜਣਹਾਰ। ਮੈਂ ਤੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕੀਤਾ ਆ। ਇਸੇ ਕਰਕੇ ਮੈਂ ਤੇ ਇਹ ਜਾਤ ਜੁਲਾਹਾ ਮਤ ਕਾ ਧੀਰ, ਸਹਿਜ ਸਹਿਜ ਗੁਣ ਰਵੇ ਕਬੀਰ। ਕਬੀਰ ਜੀ ਕਹਿੰਦੇ ਮੈਂ ਜੇ ਜੁਲਾਹੇ ਜਾਤੀ ਵਿੱਚ ਆ ਗਿਆ ਤਾਂ ਵੀ ਮੈਂ ਇਸ ਜਾਤ ਤੋਂ ਬਲਿਹਾਰੇ ਜਾਣਾ ਆ, ਕਿਉਂਕਿ ਮੈਂ ਇਸ ਜਾਤੀ ਵਿੱਚ ਰਹਿ ਕੇ ਹਰੀ ਦੇ ਨਾਮ ਨੂੰ ਜਪਿਆ। ਔਰ ਸਮਝਾਉਣਾ ਕੀਤਾ, ਮਖੌਲ ਕਰਨ ਵਾਲਿਆਂ ਨੂੰ ਵੀ ਦੱਸ ਦਿੱਤਾ ਕਿ ਨਾਮ ਦਾ ਪ੍ਰਤਾਪ ਕਰਕੇ ਕੋਈ ਜਾਤ ਆਖਣ ਲੱਗੇ ਨੇ ਕੋਈ ਬਾਹਮਣ ਨਹੀਂ ਹੁੰਦਾ, ਕੋਈ ਨੀਚ ਨਹੀਂ ਹੁੰਦਾ, ਸਾਰੀ ਸਤਿਕਾਰਯੋਗ ਹੁੰਦੇ ਐ। ਸਾਧ ਸੰਗਤ ਜੀ, ਇਸੇ ਕਰਕੇ ਕਬੀਰ ਸਾਹਿਬ ਜੀ ਨੇ ਦੱਸ ਦਿੱਤਾ, ਚਾਹੇ ਕੋਈ ਡੋਮ ਚੰਡਾਰ ਮਲੇਸ਼ ਮਨ ਸੋਏ। ਭਗਤ ਰਵਿਦਾਸ ਨੇ ਆਖਿਆ ਚਾਹੇ ਡੂਮ ਹੋਵੇ, ਚੰਡਾਲ ਹੋਵੇ, ਮਲੇਸ਼ ਹੋਵੇ, ਮਹਾਰਾਜ ਕਹਿੰਦੇ ਵਾਹਿਗੁਰੂ ਦੇ ਨਾਮ ਨੂੰ ਜਪੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਪਵਿੱਤਰ ਹੈ, ਉਹਦੀ ਕੁੱਲ ਪਵਿੱਤਰ ਹੈ। ਜੈ ਕੁਲ ਸਾਧ ਵੈਸਨੋ ਹੋਏ, ਵਰਨ ਅਵਰਨ ਰੰਕਣੀ ਈਸ਼ਰ, ਬਿਮਲ ਬਾਸ ਜਾਨੀਏ ਜਗ ਸੋਏ। ਸਾਧ ਸੰਗਤ ਜੀ, ਇੱਥੇ ਵੱਡੇ ਵੱਡੇ ਜਾਤੀ ਵਾਲੇ ਤੇ ਪਾਪ ਕਰਦੇ ਐ, ਨੀਵੇਂ ਜਾਤੀ ਵਾਲੇ ਬ੍ਰਹਮ ਗਿਆਨੀ ਨੇ। ਤਾਂ ਫਿਰ ਦੱਸਣਾ ਕਰੋ ਕਿਹੜਾ ਵੱਡਾ ਹੋਇਆ। ਮਹਾਰਾਜ ਤੇ ਕਹਿੰਦੇ ਖਸਮ ਵਿਸਾਰੇ ਤੇ ਕਮਜਾਤ, ਜਿਸ ਨੇ ਮਨੋਂ ਖਸਮ ਨੂੰ ਵਿਸਾਰ ਦਿੱਤਾ, ਅਸਲ ਤਾਂ ਉਹ ਨੀਵਾਂ ਏ। ਨਾਨਕ ਨਾਵੇ ਬਾਜ ਸਨਾਤ, ਉਹ ਨੀਵਾਂ ਏ ਭਾਈ ਜਿਹੜੇ ਨੀਵੇਂ ਕੰਮ ਕਰਦੇ ਐ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਉਹ ਨੀਵੇਂ ਨੇ, ਕੋਈ ਜਾਤੀ ਕਰਕੇ ਵੱਡਾ ਛੋਟਾ ਨਹੀਂ ਜੇ ਹੁੰਦਾ। ਸਾਧ ਸੰਗਤ ਜੀ, ਮਾਰੇ ਤਾਂ ਇਹ ਬਚਨ ਕਰਦੇ, ਅੱਗੇ ਜਾਤ ਨਾ ਜੋਰ ਹੈ, ਅੱਗੇ ਜੀਓ ਨਵੇਂ, ਅੱਗੇ ਤੇਰੀ ਕੋਈ ਜਾਤ ਨਹੀਂ ਪੁੱਛਣੀ। ਫਿਰ ਕਬੀਰ ਸਾਹਿਬ ਜੀ ਕਹਿਣ ਲੱਗੇ, ਮੈਂ ਤਾਂ ਹੁਣ ਬ੍ਰਹਮ ਹਾਂ, ਮੈਂ ਤੇ ਵਾਹਿਗੁਰੂ ਪਰਮੇਸ਼ਰ ਦਾ ਸਰੂਪ ਹੋ ਗਿਆ। ਹੁਣ ਜਿਹੜੀ ਜਾਤ ਵਾਹਿਗੁਰੂ ਦੀ ਹੈ ਉਹੀ ਮੇਰੀ ਹੁਣ ਤਾਂ ਜਾਤ ਹੈ।
ਐਵੇਂ ਤੁਸੀਂ ਮਖੌਲ ਕਰਦੇ ਹੋ, ਹੱਸਦੇ ਹੋ। ਕਬੀਰ ਸਾਹਿਬ ਜੀ ਦੱਸਦੇ ਐ, ਮਹਾਰਾਜ ਕਹਿੰਦੇ ਮੈਂ ਤੇ ਇਸ ਜਾਤੀ ਚੋਂ ਬਲਹਾਰ ਜਾਨਾ ਆ। ਸਤਿਕਾਰਯੋਗ ਹੈ ਇਹ ਜਾਤੀ ਤਾਂ, ਜਿਸ ਜਾਤੀ ਵਿੱਚ ਆ ਕੇ ਮੈਂ ਵਾਹਿਗੁਰੂ ਦੇ ਨਾਮ ਨੂੰ ਕਹਿਣਾ ਕੀਤਾ। ਬਲਿਹਾਰੀ ਇਸ ਜਾਤ ਕੋ, ਕਬੀਰ ਸਾਹਿਬ ਜੀ ਕਹਿੰਦੇ ਮੈਂ ਇਸ ਜਾਤ ਤੋਂ ਕੁਰਬਾਨ ਜਾਨਾ। ਜੇ ਜਪਿਓ ਸਿਰਜਣਹਾਰ, ਜਿਸ ਜਾਤ ਵਿੱਚ ਆ ਕੇ ਮੈਂ ਹਰੀ ਦੇ ਨਾਮ ਨੂੰ ਕਹਿਣਾ ਕੀਤਾ। ਕਬੀਰ ਮੇਰੀ ਜਾਤ ਕੋ। ਇਹ ਹੁਣ ਦੂਜਾ ਅਰਥ ਹੈ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਜੀ ਕਹਿੰਦੇ ਨੇ ਕਿ ਮੈਂ ਆਪਣੀ ਜਾਤ ਬੁੱਧੀ ਦੇ ਉੱਪਰੋਂ ਵੀ ਬਲਹਾਰ ਜਾਨਾ ਆ। ਹੇ ਬਾਹਮਣ, ਮੈਂ ਤੇ ਆਪਣੀ ਬੁੱਧੀ ਤੋਂ ਬਲਹਾਰ ਜਾਨਾ, ਮਨ ਤੋਂ, ਹਿਰਦੇ ਤੋਂ। ਸਭ ਕੋ ਹਸਨੇ ਹਾਰ, ਆਖਣ ਲੱਗੇ ਨੇ ਮੇਰੀ ਬੁੱਧੀ ਨੂੰ ਤਾਂ ਲੋਕ ਹੱਸਦੇ ਐ, ਕਹਿੰਦੇ ਕਿਹੋ ਜੀਆਂ ਗੱਲਾਂ ਕਰਦਾ ਪਰ। ਬਲਿਹਾਰੀ ਇਸ ਜਾਤ ਕੋ, ਮੈਂ ਆਪਣੀ ਜਾਤ ਬੁੱਧੀ ਤੋਂ ਬਲਹਾਰ ਜਾਨਾ। ਜੇ ਜਪਿਓ ਸਿਰਜਣਹਾਰ, ਜਿਸ ਬੁੱਧੀ ਨੇ ਭਾਵ ਜਿਸ ਮਨ ਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਕਹਿਣਾ ਕੀਤਾ, ਜਿਸ ਬੁੱਧੀ ਵਿੱਚ ਬ੍ਰਹਮ ਦਾ ਗਿਆਨ ਆ ਗਿਆ, ਆਤਮਿਕ ਗਿਆਨ ਆ ਗਿਆ, ਇਸ ਬੁੱਧੀ ਜਾਤ ਤੋਂ ਮੈਂ ਬਲਹਾਰ ਜਾਨਾ ਆ। ਕਬੀਰ ਡਗਮਗ ਕਿਆ ਕਰ ਹੈ। ਸਾਧ ਸੰਗਤ ਜੀ, ਵੈਸੇ ਤਾਂ ਮਹਾਰਾਜ ਦੱਸਦੇ ਨੇ ਜਾਤ ਜਨਮ ਨੇ ਪੁੱਛੀਏ ਸੱਚ ਕਰ ਇਹੋ ਬਤਾਏ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਮਨੁੱਖ ਜਿਹੋ ਜਿਹੇ ਕਰਮ ਕਰਦਾ ਉਹ ਜੀ ਜਾਤੀ ਬਣ ਜਾਂਦੀ ਹੈ। ਪਿਛਲੇ ਸਮੇਂ ਵਿੱਚ ਸਿੱਖਿਆ, ਦੀਖਿਆ ਤੇ ਕਰਮ, ਇਹ ਤਿੰਨ ਕਰਮ ਜਾਤੀ ਬਦਲਦੇ ਸਨ। ਧਿਆਨ ਦਿਓ ਥੋੜ੍ਹਾ ਜਿਹਾ ਇੱਥੇ। ਸਿੱਖਿਆ ਕਿਹੋ ਜਿਹੀ ਸਿੱਖਿਆ ਹੈ, ਜਿਹਦੀ ਚੰਗੀ ਸਿੱਖਿਆ ਜਾਤ ਬਦਲ ਜਾਂਦੀ ਸੀ। ਫਿਰ ਸਾਧ ਸੰਗਤ ਜੀ ਦੀਖਿਆ, ਜਿਹੋ ਜਿਹਾ ਕਰਮ ਧਰਮ ਖਾਣ ਪੀਣ ਹੈ। ਫਿਰ ਕਰਮ, ਇਹ ਤਿੰਨ ਚੀਜ਼ਾਂ ਸਾਧ ਸੰਗਤ ਜੀ ਜਾਤ ਬਦਲ ਦਿੰਦੀਆਂ ਸਨ। ਤੇ ਇਹੀ ਗੱਲ ਗੁਰੂ ਗ੍ਰੰਥ ਸਾਹਿਬ ਕਹਿੰਦੇ ਐ, ਜਾਤ ਜਨਮ ਨੇ ਪੁੱਛੀਐ ਸੱਚ ਕਰ ਲਿਓ ਬਤਾਏ। ਉਹ ਸੱਚੇ ਕਰ ਵਾਹਿਗੁਰੂ ਦੇ ਜਾਤ ਨਹੀਂ ਪੁੱਛੀ ਜਾਣੀ। ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਜਿਹੋ ਜੇ ਤੂੰ ਕਰਮ ਕਰਦਾ ਅਸਲ ਵਿੱਚ ਜਾਤ ਉਹੀ ਹੈ। ਤਾਂ ਹੀ ਤੇ ਗੁਰੂ ਗੋਬਿੰਦ ਸਿੰਘ ਪਿਤਾ ਨੇ, ਮਹਾਰਾਜ ਨੇ ਸਿੱਖ ਨੂੰ ਬਾਹਮਣ ਬਣਾਇਆ। ਕਿਵੇਂ? ਕਿਉਂਕਿ ਪੰਡਤਾਂ ਕੋਲ ਗਿਆਨ ਹੁੰਦਾ ਹੈ, ਵਿਦਿਆ ਪੰਡਤ ਪੜ੍ਹਦੇ ਹੈ ਨਾ। ਮਹਾਰਾਜ ਕਹਿੰਦੇ ਮੇਰਾ ਖਾਲਸਾ ਪੰਡਤ ਹੈ, ਬ੍ਰਾਹਮਣ ਹੈ। ਫਿਰ ਕਹਿੰਦੇ ਖੱਤਰੀ ਵੀ ਹੈ। ਖੱਤਰੀ ਕਿਉਂਕਿ ਖੱਤਰੀ ਦਾ ਧਰਮ ਹੈ ਸ਼ਾਸਤਰ ਰੱਖਣਾ ਹੱਥ ਦੇ ਵਿੱਚ। ਸਾਧ ਸੰਗਤ ਜੀ, ਧਰਮ ਪਿੱਛੇ ਮਰ ਜਾਣਾ ਜਾਂ ਮਾਰ ਦੇਣਾ, ਇਹ ਖੱਤਰੀ ਧਰਮ ਹੈ। ਫਿਰ ਕਲਗੀਧਰ ਸਵਾਮੀ ਨੇ ਵੈਸ਼ ਵੀ ਬਣਾ ਦਿੱਤਾ। ਜਿਹੜੇ ਵੈਸ਼ ਕਿਰਤ ਕਰਕੇ ਕਰਮ ਕਰਦੇ, ਸਾਧ ਸੰਗਤ ਜੀ ਖਾਂਦੇ ਹੈ। ਜਿਹੜੀ ਵੀ ਕਿਰਤ ਕਰਦੇ ਹੈ, ਕੋਈ ਵੀ ਕਿਰਤ ਕਰਦਾ ਨਾ ਜਿਹੜਾ, ਇਹ ਵੈਸ਼ਾਂ ਵਿੱਚ ਆਉਂਦੇ ਹੈ। ਕਿਰਤ ਕਰਕੇ ਸਾਧ ਸੰਗਤ ਜੀ ਪੇਟ ਭਰਦੇ ਹੈ, ਕਮਾਈ ਕਰਦੇ ਹੈ, ਆਪਣੇ ਜੀਵਨ ਦਾ ਨਿਰਵਾਹ ਕਰਦੇ ਹੈ। ਫਿਰ ਕਲਗੀਧਰ ਕਹਿੰਦੇ ਮੇਰਾ ਜਿਹੜਾ ਖਾਲਸਾ ਕਿਰਤ ਵੀ ਕਰੇ ਵੈਸ਼ਾਂ ਵਾਂਗ। ਤੇ ਸ਼ੂਦਰ, ਮਹਾਰਾਜ ਕਹਿੰਦੇ ਜਿਹੜਾ ਸ਼ੂਦਰ ਹੈ ਨਾ, ਇਹ ਸਾਧ ਸੰਗਤ ਜੀ ਘਰਾਂ ਵਿੱਚ ਜਾ ਕੇ ਪਾਣੀ ਭਰਦੇ ਹੈ। ਇਹ ਸਾਧ ਸੰਗਤ ਜੀ ਨੌਕਰੀ ਚਾਕਰੀ ਕਰਦੇ ਹੈ। ਮਹਾਰਾਜ ਕਹਿੰਦੇ ਮੇਰਾ ਖਾਲਸਾ ਸ਼ੂਦਰ ਵੀ ਹੈ, ਇਹ ਸੇਵਾ ਵੀ ਕਰਦਾ ਸਾਰਿਆਂ ਦੀ। ਚਾਰੇ ਜਾਤਾਂ ਗੁਰੂ ਗੋਬਿੰਦ ਸਿੰਘ ਪਿਤਾ ਨੇ ਇੱਕ ਸਿੰਘ ਵਿੱਚ ਰੱਖ ਦਿੱਤੀਆਂ। ਜਦੋਂ ਕਲਗੀਆਂ ਵਾਲੇ ਸਤਿਗੁਰਾਂ ਨੇ ਆਖਿਆ ਸੀ ਭੀਮ ਚੰਦ ਨੂੰ, ਉਹ ਭੀਮ ਚੰਦਾ ਮੈਂ ਅੰਮ੍ਰਿਤ ਤਿਆਰ ਕਰਨਾ, ਖੰਡੇ ਬਾਟੇ ਦਾ ਅੰਮ੍ਰਿਤ ਛਕ ਲੈ। ਤੇ ਭੀਮ ਚੰਦ ਨੇ ਆਖਿਆ ਸੀ ਸਤਿਗੁਰੂ ਜੇ ਤੂੰ ਬਾਟਾ ਅੱਡ ਕਰ ਦਵੇਂ, ਸਾਨੂੰ ਬਾਹਮਣਾਂ ਨੂੰ ਅੱਡ ਛਕਾਵੇਂ, ਰਾਜਪੂਤਾਂ ਨੂੰ ਅਸੀਂ ਛਕ ਲਵਾਂਗੇ। ਗੁਰੂ ਕਲਗੀਆਂ ਵਾਲੇ ਸਵਾਮੀ ਜੀ ਕਹਿੰਦੇ, ਮਹਾਰਾਜ ਕਹਿੰਦੇ ਭੀਮ ਚੰਦ ਮੈਂ ਚਾਰਾਂ ਤੋਂ ਇੱਕ ਕਰਨ ਆਇਆ ਆ। ਚਾਰ ਵਰਨ ਇੱਕ ਵਰਨ ਕਰਾਇਆ। ਇਹ ਭਾਈ ਗੁਰਦਾਸ ਜੀ ਵੀ ਕਹਿੰਦੇ ਹੈ, ਗੁਰੂ ਨਾਨਕ ਸਾਹਿਬ ਨੇ ਚਾਰਾਂ ਵਰਨਾਂ ਨੂੰ ਇੱਕ ਬਣਾ ਦਿੱਤਾ, ਮਨੁੱਖ ਬਣਾ ਦਿੱਤਾ। ਤਾਂ ਹੀ ਤੇ ਪੰਥ ਵਿੱਚ ਕੋਈ ਜਾਤ ਪਾਤ ਨਹੀਂ ਹੈ। ਸਾਧ ਸੰਗਤ ਜੀ, ਗੁਰੂ ਕਲਗੀਆਂ ਵਾਲੇ ਕਹਿੰਦੇ ਮੈਂ ਤੇ ਜਾਤਾਂ ਪਾਤਾਂ ਤੋਂ ਉੱਪਰ ਉੱਠ ਕੇ ਚਾਰਾਂ ਜਾਤਾਂ ਨੂੰ ਇੱਕ ਸਿੰਘ ਵਿੱਚ ਮੈਂ ਰੱਖਾਂਗਾ, ਬਾਹਮਣ ਬਣਾਵਾਂਗਾ, ਪੰਡਤ ਬਣਾਵਾਂਗਾ। ਮੇਰਾ ਸਿੰਘ ਗਿਆਨੀ ਹੋਵੇਗਾ, ਮੇਰਾ ਖਾਲਸਾ ਵਿਦਵਾਨ ਹੋਵੇਗਾ, ਮੇਰਾ ਖਾਲਸਾ ਖੱਤਰੀ ਹੋਵੇਗਾ, ਸ਼ਾਸਤਰ ਧਾਰੀ ਹੋਵੇਗਾ। ਮੇਰਾ ਖਾਲਸਾ ਵੈਸ਼ਾਂ ਵਾਂਗ ਕਿਰਤ ਕਰੇਗਾ, ਕਮਾਈ ਕਰਕੇ ਖਾਵੇਗਾ, ਮੰਗ ਕੇ ਨਹੀਂ ਖਾਵੇਗਾ। ਮੇਰਾ ਖਾਲਸਾ ਸ਼ੂਦਰਾਂ ਵਾਂਗ ਸੇਵਾ ਕਰੇਗਾ ਸਾਰਿਆਂ ਦੀ। ਜੇ ਚਾਰਾਂ ਜਾਤਾਂ ਇੱਕ ਸਿੰਘ ਵਿੱਚ ਰੱਖੀਆਂ ਨੇ ਮਹਾਰਾਜ ਕਲਗੀਆਂ ਵਾਲਿਆਂ ਨੇ। ਜੇ ਅਸੀਂ ਇਤਿਹਾਸ ਪੜ੍ਹਾਂਗੇ, ਸੁਣਾਂਗੇ, ਪਤਾ ਲੱਗੇਗਾ। ਫਿਰ ਤੇ ਗੁਰਮੁਖੋ, ਕਬੀਰ ਸਾਹਿਬ ਕਹਿੰਦੇ ਭਾਈ ਜਾਤ ਕਰਕੇ ਕੋਈ ਉੱਚਾ ਵੱਡਾ ਨਹੀਂ ਹੁੰਦਾ।
ਤੇ ਮਹਾਰਾਜ ਕਹਿੰਦੇ ਉਹ ਜਾਤ ਤੋਂ ਕੁਰਬਾਨੇ ਜਾਣਾ ਚਾਹੀਦਾ ਜਿਸ ਜਾਤ ਵਿੱਚ ਆ ਕੇ ਤੂੰ ਹਰੀ ਦਾ ਨਾਮ ਜਪਿਆ। ਤੇ ਕੀ ਹੋ ਗਿਆ ਜੇ ਤੂੰ ਉੱਚੀ ਜਾਤ ਵਿੱਚ ਐ, ਸ਼ਰਾਬਾਂ ਪੀਨੇ ਆ, ਮੱਛੀ ਮਾਸ ਖਾਂਦੇ ਆ, ਧਰੋ ਕਮਾਉਣੇ ਆ, ਧੋਖੇ ਦਗੇ ਕਰਦੇ ਆ, ਬੇਈਮਾਨੀਆਂ ਕਰਦੇ ਆ, ਤੇ ਹੋਵੇਂ ਤੂੰ ਉੱਚੀ ਜਾਤ ਦਾ ਕੀ ਤੂੰ ਚੰਗਾ ਏ? ਨਹੀਂ ਨਾ ਚੰਗਾ। ਮਹਾਰਾਜ ਕਹਿੰਦੇ ਜਾਤ ਕਾ ਗਰਭ ਨਾ ਕਰੀ ਹੋ ਕੋਈ, ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਸਾਰੇ ਬ੍ਰਹਮ ਤੋਂ ਪੈਦਾ ਹੋਏ ਨੇ, ਸਭ ਬਾਹਮਣੀ ਹੈ। ਮਹਾਰਾਜ ਕਹਿੰਦੇ ਬ੍ਰਹਮ ਬਿੰਦੇ ਤਿਸਦਾ ਬ੍ਰਹਮਤ ਰਹੈ, ਏਕ ਸ਼ਬਦ ਲਿਵਲਾਏ। ਸਾਰੇ ਆਪਾਂ ਸਾਰੇ ਬ੍ਰਹਮ ਤੋਂ ਪੈਦਾ ਹੋਏ ਆ, ਪਰਮੇਸ਼ਰ ਤੋਂ ਪੈਦਾ ਹੋਏ ਆ। ਬਸ ਵੇਖ ਲਓ ਜਿਹੜੀ ਵਾਹਿਗੁਰੂ ਦੀ ਜਾਤ ਹੈ ਉਹੀ ਸਾਡੀ ਹੈ। ਕਲਗੀਧਰ ਮਹਾਰਾਜ ਦੇ ਪੁੱਤ ਧੀਆਂ ਅੰਮ੍ਰਿਤ ਛਕਿਆ, ਬਸ ਜਿਹੜੀ ਮਹਾਰਾਜ ਦੀ ਕੁੱਲ ਜਾਤ ਹੈ ਉਹੀ ਸਾਡੇ। ਮਹਾਰਾਜ ਤੇ ਖੱਤਰੀ ਸਨ ਨਾ ਗੁਰੂ ਕਲਗੀਧਰ ਪਾਤਸ਼ਾਹ ਦਾ। ਦੇਖੋ ਫਿਰ ਖਾਲਸਾ ਛਤਰੀ ਪੰਥ ਹੈ ਸਾਧ ਸੰਗਤ ਜੀ। ਇਸ ਕਰਕੇ ਮਹਾਰਾਜ ਕਹਿੰਦੇ ਕੋਈ ਜਾਤ ਕਰਕੇ ਉੱਚਾ ਵੱਡਾ ਨਹੀਂ ਹੁੰਦਾ। ਕਬੀਰ ਸਾਹਿਬ ਜੀ ਨੇ ਇਹ ਬਚਨ ਕੀਤੇ ਹੈ। ਗੱਲ ਹੈ ਮਹਾਰਾਜ ਦੇ ਨਾਮ ਦੀ ਵਡਿਆਈ ਦੀ। ਮਹਾਰਾਜ ਕਹਿੰਦੇ ਜੇ ਤੂੰ ਵਾਹਿਗੁਰੂ ਦੇ ਨਾਮ ਦੀ ਵਡਿਆਈ ਕਰਦਾ ਆ ਤਾਂ ਸਤਿਗੁਰੂ ਜੀ ਕਹਿੰਦੇ ਤੂੰ ਨੀਵਾਂ ਹੋ ਕੇ ਵੀ ਬੜਾ ਵੱਡਾ ਹੈ। ਕਬੀਰ ਡਗਮਗ ਕਿਆ ਕਰ ਹੈ। ਸਾਧ ਸੰਗਤ ਜੀ ਇੱਕ ਵਾਰ ਕੀ ਹੋਇਆ, ਭਗਤ ਕਬੀਰ ਸਾਹਿਬ ਜੀ ਦੇ ਕੋਲ ਨਾ ਇੱਕ ਸਾਧ ਸੰਗਤ ਜੀ ਪੁਰਖ ਆਇਆ। ਉਹ ਦੁਬਦਾ ਵਿੱਚ ਪਿਆ ਹੋਇਆ ਸੀ। ਸਾਧ ਸੰਗਤ ਜੀ ਕਿਤੇ ਸੰਸਾਰ ਵਾਲੇ ਪਾਸੇ ਹੋ ਜਾ ਕਰੇ ਤੇ ਲੋਕ ਤਾਨੇ ਮਿਹਣੇ ਮਾਰ ਦਿਆ ਕਰਨ ਪਰਿਵਾਰ ਵਾਲੇ। ਸਾਧ ਸੰਗਤ ਜੀ ਉਹ ਸੰਸਾਰ ਵਾਲੇ ਪਾਸੇ ਹੋ ਜਾ ਕਰੇ ਤੇ ਕਿਤੇ ਵਾਹਿਗੁਰੂ ਵਾਲੇ ਪਾਸੇ ਹੋ ਜਾ ਕਰੇ। ਇਉਂ ਉਹਦਾ ਮਨ ਡੋਲਦਾ ਰਹੇ। ਸਾਧ ਸੰਗਤ ਜੀ ਕਿਤੇ ਫਿਰ ਉਪਾਸਨਾ ਦੀ ਸ਼ਿਵਾ ਦੀ ਉਪਾਸਨਾ ਕਰਨ ਲੱਗ ਜਾਇਆ ਕਰੇ, ਦੇਵੀ ਦੇਵਤਿਆਂ ਦੀ ਉਪਾਸਨਾ ਕਰਿਆ ਕਰੇ। ਸਾਧ ਸੰਗਿਓ ਡਾਵਾਂ ਡੋਲ ਸੀ ਉਹਦਾ ਮਨ। ਇਹਦੀ ਦੁਬਦਾ ਨੂੰ ਵੇਖ ਕੇ ਭਗਤ ਕਬੀਰ ਸਾਹਿਬ ਜੀ ਉਪਦੇਸ਼ ਬਖਸ਼ਦੇ ਹਨ। ਮਹਾਰਾਜ ਆਖਦੇ ਹਨ ਕਬੀਰ ਡਗਮਗ ਕਿਆ ਕਰ ਹੈ। ਮਹਾਰਾਜ ਕਹਿੰਦੇ ਹੈ ਭਾਈ ਜਿਹੜਾ ਤੇਰਾ ਮਨ ਹੈ ਕਿਉਂ ਡਾਵਾਂ ਡੋਲ ਹੋਇਆ ਫਿਰਦਾ ਏ? ਤੇਰਾ ਮਨ ਤੇ ਡਾਵਾਂ ਡੋਲ ਹੋ ਕੇ ਕੀ ਕਰਦਾ ਹੈ? ਕਹਾਂ ਡੁਲਾਵੈ ਜੀਓ। ਤੂੰ ਵਾਹਿਗੁਰੂ ਪਰਮੇਸ਼ਰ ਦੇ ਰਸਤੇ ਤੋਂ ਤਾਂ ਡੁਲਾ ਲਿਆ। ਤੂੰ ਦੇਵੀ ਦੇਵਤਾਂ ਦੀ ਉਪਾਸਨਾ ਕਰਦਾ ਏ, ਕਿਤੇ ਤੇਰਾ ਚਿੱਤ ਸੰਸਾਰ ਵਿੱਚ ਲੱਗ ਜਾਂਦਾ ਏ, ਕਿਤੇ ਤੇਰਾ ਮਨ ਇਹ ਦੇਵੀ ਦੇਵਤਿਆਂ ਦੀ ਸ਼ਿਵ ਜੀ ਦੀ ਉਪਾਸਨਾ ਕਰਦਾ, ਕਿਤੇ ਕਿਸ ਦੀ ਉਪਾਸਨਾ ਕਰਦਾ ਏ। ਤੇਰਾ ਮਨ ਤੇ ਡਗਮਗਾਉਂਦਾ ਹੈ, ਤੇਰਾ ਮਨ ਤੇ ਡਾਵਾਂ ਡੋਲ ਹੈ। ਮਹਾਰਾਜ ਕਹਿੰਦੇ ਹੁੰਦਾ ਆ ਕਈ ਦਾ ਮਨ ਡਾਵਾਂ, ਕਿਤੇ ਕੀ। ਸਾਧ ਸੰਗਤ ਦੁਬਦਾ ਚ ਪਏ ਹੋਏ ਨੇ ਉਹ ਲੋਕ। ਸੱਚੇ ਪਾਤਸ਼ਾਹ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਨੇ ਹੇ ਭਾਈ ਤੂੰ ਕਿਸ ਵਾਸਤੇ ਪਰਮੇਸ਼ਰ ਦੇ ਰਸਤੇ ਤੋਂ ਮਨ ਨੂੰ ਡੁਲਾ ਲਿਆ? ਕਹਾਂ ਡੁਲਾਵੇ ਜੀਓ। ਹੇ ਭਾਈ ਆਪਣਾ ਜੀ ਚਿੱਤ ਮਨ ਵਾਹਿਗੁਰੂ ਦੇ ਰਸਤੇ ਤੋਂ ਕਹਾ ਡੁਲਾਵੇ, ਕਿਉਂ ਡੁਲਾਇਆ ਹੋਇਆ? ਸਰਬ ਸੋਕ ਕੋ ਨਾਇਕੋ। ਆਖਣ ਲੱਗੇ ਸਾਰੇ ਦੇਵੀ ਦੇਵਤਿਆਂ ਦੀ ਇਹ ਤੂੰ ਉਪਾਸਨਾ ਛੱਡ ਕੇ, ਦੁਬਦਾ ਨੂੰ ਛੱਡ ਕੇ, ਉਹ ਜੋ ਸਰਬ ਸੁਖ ਕੋ ਨਾਇਕੋ, ਸਾਰਿਆਂ ਨੂੰ ਸੁਖ ਦੇਣ ਵਾਲਾ ਨਾਇਕੋ, ਭਾਵ ਕਿ ਸ਼੍ਰੋਮਣੀ ਜਿਹੜਾ ਪਰਮੇਸ਼ਰ ਹੈ, ਜਿਹੜਾ ਸਾਰਿਆਂ ਨੂੰ ਪੈਦਾ ਕੀਤਾ, ਜਿਸ ਵਾਹਿਗੁਰੂ ਨੇ, ਜਿਸ ਵਾਹਿਗੁਰੂ ਪਰਮੇਸ਼ਰ ਨੇ ਦੇਵੀ ਦੇਵਤੇ ਸਾਜੇ ਬਣਾਏ ਹੈ। ਸੈ ਭੰਗ ਦਾ ਭਾਵ ਹੁੰਦਾ ਆਪਦੇ ਆਪ ਤੋਂ ਪੈਦਾ ਹੋਇਆ। ਜਿਸ ਵਾਹਿਗੁਰੂ ਨੂੰ ਕਿਸੇ ਨੇ ਨਹੀਂ ਬਣਾਇਆ, ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਆਪੀ ਨੇ ਆਪ ਸਾਜਿਓ, ਆਪਦੇ ਆਪ ਤੋਂ ਹੀ ਪੈਦਾ ਹੋਇਆ। ਸਾਧ ਸੰਗਤ ਜੀ ਕੋਈ ਆਪਦੇ ਆਪ ਤੋਂ ਪੈਦਾ ਨਹੀਂ ਹੋ ਸਕਦਾ, ਇਹ ਦੁਨੀਆ ਦਾ ਵਿਧਾਨ ਹੈ। ਮਾਤਾ ਪਿਤਾ ਦੇ ਸੰਬੰਧ ਤੋਂ ਹੀ ਸਭ ਕੁਝ ਪੈਦਾ ਹੁੰਦਾ ਆ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਵੀ ਇਹੀ ਕਹਿੰਦੇ ਹੈ। ਤਾਂ ਕਬੀਰ ਜੀ ਕਹਿੰਦੇ ਆ ਤੂੰ ਦੇਵੀ ਦੇਵਤਾਂ ਦੀ ਉਪਾਸਨਾ ਛੱਡ ਦੇ, ਸਰਬ ਸੁਖ ਕੋ ਨਾਇਕੋ, ਜਿਹੜਾ ਸਾਰਿਆਂ ਨੂੰ ਸੁੱਖ ਦੇਣ ਵਾਲਾ ਏ, ਉਹ ਨਾਇਕੋ ਪਰਮੇਸ਼ਰ ਸ਼੍ਰੋਮਣੀ ਹੈ। ਉਸ ਦੇ ਨਾਮ ਨੂੰ ਰਾਮ ਨਾਮ ਰਸ ਪੀਓ। ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਰਸ ਨੂੰ ਤੂੰ ਪੀਣਾ ਕਰ। ਸਾਰਿਆਂ ਦੀ ਉਪਾਸਨਾ ਛੱਡ ਦੇ, ਦੇਵੀ ਦੇਵਤਾਂ ਦੀ ਉਪਾਸਨਾ ਨੂੰ ਛੱਡ ਕੇ ਮਹਾਰਾਜ ਕਬੀਰ ਸਾਹਿਬ ਜੀ ਕਹਿੰਦੇ ਹਰੀ ਦੇ ਨਾਮ ਨੂੰ ਜਪਿਆ ਕਰ। ਆਪਦੇ ਮਨ ਨੂੰ ਚਿੱਤ ਨੂੰ ਡੁਲਾ ਨਾ। ਆਖਣ ਲੱਗੇ ਦ੍ਰਿੜਤਾ ਦੇ ਵਿੱਚ ਰਹਿ ਕੇ ਮਨ ਵਿੱਚ ਪਰਪੱਕਤਾ ਲੈ ਆ ਭਾਈ ਤੂੰ। ਇਸ ਕਰਕੇ RAM ਨਾਮ
ਵਾਹਿਗੁਰੂ ਦੇ RAM ਦੇ ਨਾਮ ਦੇ ਰਸ ਨੂੰ ਪੀਣਾ ਕਰ। ਵਿਖੇ ਬਨ ਫੀਕਾ ਤਿਆਗਰੀ ਸਖੀਏ, ਨਾਮ ਮਹਾਰਸ ਪੀਓ। ਮਹਾਰਾਜ ਕਹਿੰਦੇ ਦੁਨੀਆ ਦੇ ਰਸ ਨੂੰ ਛੱਡ ਕੇ ਵਾਹਿਗੁਰੂ ਦੇ ਵੱਡੇ ਰਸ ਨੂੰ ਪੀਣਾ ਕਰ। ਮਹਾਰਾਜ ਕਬੀਰ ਜੀ ਕਹਿੰਦੇ ਹੇ ਭਾਈ, ਜਦੋਂ ਤੈਨੂੰ ਉਹ ਰਸ ਆ ਗਿਆ, ਆਖਣ ਲੱਗੇ ਨੇ, ਫਿਰ ਤੂੰ ਦੁਨੀਆ ਦੇ ਰਸ ਨੂੰ ਭੁੱਲ ਜਾਵੇਂਗਾ। ਕਬੀਰ ਕੰਚਨ ਕੇ ਕੁੰਡਲ ਬਨੇ। ਇੱਕ ਸਾਧ ਸੰਗਤ ਜੀ ਕੋਈ ਨੌਜਵਾਨ ਪੁਰਖ ਸੀ, ਉਹ ਕੰਨਾਂ ਦੇ ਵਿੱਚ ਸੋਨੇ ਦੇ ਕੁੰਡਲ ਪਹਿਨ ਕੇ ਤੁਰਿਆ ਕਰੇ। ਸਾਧ ਸੰਗਤ ਜੀ ਬੜੇ ਹਾਰ ਸ਼ਿੰਗਾਰ ਕਰਿਆ ਕਰੇ। ਇਉਂ ਸਾਧ ਸੰਗਤ ਜੀ ਜਵਾਨੀ ਦੀ ਹੈਂਕੜੀ ਦਿਖਾਇਆ ਕਰੇ। ਮਾਇਆ ਦਾ ਮੋਹ ਲੱਗਿਆ ਹੋਣੇ ਕਰਕੇ ਸੋਨੇ ਦੇ ਵੱਡੇ ਵੱਡੇ ਕੁੰਡਲ ਕੰਨਾਂ ਵਿੱਚ ਪਾਏ ਨੇ। ਤਾਂ ਕਬੀਰ ਸਾਹਿਬ ਜੀ ਉਹ ਨੌਜਵਾਨ ਨੂੰ ਦੇ ਕੇ ਉਪਦੇਸ਼ ਕਰਦੇ ਹਨ। ਕਬੀਰ ਕੰਚਨ ਕੇ ਕੁੰਡਲ ਬਨੇ। ਮਹਾਰਾਜ ਕਹਿੰਦੇ ਸੋਹਣਿਆਂ ਦੇ ਕੁੰਡਲ ਲਟਕਾਏ ਨੇ ਤੇਰੇ ਭਾਈ, ਉਪਰ ਲਾਲ ਜੜਾਓ। ਬਨੇ ਬੜੇ ਫੱਬ ਰਹੇ ਨੇ ਕੁੰਡਲ ਕੰਚਨ ਸੋਨੇ ਦੇ। ਆਖਣ ਲੱਗੇ ਨੇ ਉਪਰ ਲਾਲ ਜੜਾਓ। ਉੱਪਰ ਕਹਿੰਦੇ ਲਾਲ ਜੜੇ ਹੋਏ ਨੇ ਸੋਨੇ ਤੇ ਲਾਲ ਹੀਰੇ ਜੜੇ ਹੋਏ ਹਨ। ਦਿਸੈ ਦਾਦੇ ਕਾਨ ਜਿਉ। ਪੰਕਤੀ ਸਾਰੀ ਪੜ੍ਹ ਦੋ, ਸਾਰੀ ਪੰਕਤੀ ਪੜ੍ਹ ਦੋ। ਦਿਸੈ ਦਾਦੇ ਕਾਨ ਜਿਉ, ਜਨ ਮਨ ਨਾਹੀ ਨਾਉ। ਮਹਾਰਾਜ ਕਹਿੰਦੇ ਜਿਨ੍ਹਾਂ ਦੇ ਮਨ ਦੇ ਵਿੱਚ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਹੈ, ਉਹ ਕਾਨੇ ਵਾਂਗ ਦਿਸਦੇ ਹੈ। ਦਾਦੇ ਨਾਮ ਹੁੰਦਾ ਸਾਧ ਸੰਗਤ ਜੀ, ਉਹ ਜਿਹੜਾ ਕਾਨਾ ਹੈ ਨਾ, ਅੱਗ ਦੇ ਨਾਲ ਬੜੀ ਛੇਤੀ ਜਲ ਜਾਂਦਾ ਹੈ। ਦਾਦੇ ਨਾਮ ਹੈ ਸੜੇ ਹੋਏ ਦਾ। ਮਹਾਰਾਜ ਕਹਿੰਦੇ ਉਹ ਕਾਨਿਆਂ ਦੇ ਵਾਂਗ ਸੜੇ ਹੋਏ ਨੇ, ਜਿਨ੍ਹਾਂ ਦੇ ਅੰਦਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ ਹੈ। ਜਿਨ ਮਨ ਨਾਹੀ ਨਾਉ, ਜਿਨ੍ਹਾਂ ਦੇ ਮਨ ਅੰਦਰ ਮਹਾਰਾਜ ਦਾ ਨਾਮ ਨਹੀਂ। ਕੰਚਨ ਦੇ ਕੁੰਡਲ, ਕੰਚਨ ਕੇ ਕੁੰਡਲ ਬਨੇ। ਮਹਾਰਾਜ ਕਹਿੰਦੇ ਤੇਰੇ ਸਰੀਰ ਤੇ ਇਹ ਸੋਨੇ ਦੇ ਇਹ ਮਹਾਰਾਜ ਕਹਿੰਦੇ ਗਹਿਣੇ ਧਾਰਨ ਕੀਤੇ ਐ, ਕੰਨਾਂ ਵਿੱਚ ਕੁੰਡਲ ਪਾਏ ਐ, ਗਲਾ ਵਿੱਚ ਹਾਰ ਸ਼ਿੰਗਾਰ ਕੀਤਾ ਹੋਇਆ ਆ, ਹੱਥਾਂ ਦੇ ਵਿੱਚ ਮਹਾਰਾਜ ਕਹਿੰਦੇ, ਬਾਹਾਂ ਦੇ ਵਿੱਚ ਵੀ ਤੂੰ ਉਹ ਕੰਗਣ ਬਣਾ ਕੇ ਪਾਏ ਨੇ, ਉੱਪਰ ਲਾਲ ਵੀ ਜੜੇ ਹੋਏ ਨੇ। ਮਹਾਰਾਜ ਕਹਿੰਦੇ ਦਿਸੈ ਦਾਦੇ ਕਾਨ ਜਿਉ, ਪਰ ਮਹਾਰਾਜ ਕਹਿੰਦੇ ਕਾਨੇ ਵਾਂਗ ਸੜੇ ਹੋਈ ਦਿਸਦੇ ਐ। ਉਹਨਾਂ ਦਾ ਮਨ ਸੜਿਆ ਹੋਇਆ ਹੀ ਦਿਸਦਾ। ਸੱਚੇ ਪਾਤਸ਼ਾਹ ਕਬੀਰ ਸਾਹਿਬ ਕਹਿੰਦੇ ਕਿਉਂਕਿ ਉਹਨਾਂ ਦੇ ਮਨ ਅੰਦਰ ਮਹਾਰਾਜ ਦਾ ਨਾਮ ਨਹੀਂ ਹੈ। ਬਾਹਰਲਾ ਹਾਰ ਸ਼ਿੰਗਾਰ ਕਰਕੇ ਅੰਦਰ ਸ਼ਾਂਤੀ ਨਹੀਂ ਆ ਸਕਦੀ। ਉਹ ਮਹਾਰਾਜ ਕਹਿੰਦੇ ਸੜਦੇ ਹੀ ਰਹਿੰਦੇ ਐ। ਸ਼ਾਂਤੀ ਦਾ ਭਾਈ ਵਾਹਿਗੁਰੂ ਦੇ ਨਾਮ 'ਚ ਹੀ ਹੈ। ਇਹ ਕਬੀਰ ਸਾਹਿਬ ਜੀ ਨੇ ਉਪਦੇਸ਼ ਬਖਸ਼ਿਆ, ਆਪ ਜੀ ਨੇ ਸਰਵਣ ਕੀਤਾ। ਸਾਧ ਸੰਗਤ ਜੀ, ਭਗਤ ਕਬੀਰ ਸਾਹਿਬ ਦਾ ਆਪ ਜੀ ਨੇ ਪਹਿਲਾਂ ਥੋੜਾ ਜੀਵਨ ਸੰਖੇਪ ਵਿੱਚ ਸੁਣਿਆ। ਇਹ ਹੁਣ ਬਾਣੀ ਆਰੰਭ ਹੋਈ ਹੈ ਭਗਤ ਕਬੀਰ ਸਾਹਿਬ ਜੀ ਦੀ। ਇਸੇ ਤਰ੍ਹਾਂ 243 ਸ਼ਲੋਕ ਨੇ ਮਹਾਰਾਜ ਦੇ। ਭਗਤ ਕਬੀਰ ਸਾਹਿਬ ਜੀ ਦੇ 3 ਸ਼ਲੋਕਾਂ ਦੀ ਕਥਾ ਹੋ ਚੁੱਕੀ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ 4 ਸ਼ਲੋਕਾਂ ਦੀ ਕਥਾ ਹੋ ਚੁੱਕੀ ਹੈ। ਸਤਿਗੁਰੂ ਜੀ ਕਿਰਪਾ ਕਰਨ ਇਸੇ ਤਰ੍ਹਾਂ ਹੀ ਆਪ ਹਰ ਰੋਜ਼ ਦੀ ਤਰ੍ਹਾਂ ਸਾਧ ਸੰਗਤ ਜੀ ਭਗਤ ਕਬੀਰ ਜੀ ਦੇ ਸ਼ਲੋਕਾਂ ਦੀ ਕਥਾ ਸੁਣ ਕੇ ਬੜੇ ਸਰਲ ਭਾਸ਼ਾ ਵਿੱਚ ਮਹਾਰਾਜ ਨੇ ਇਹ ਬਾਣੀ ਉਚਾਰਨ ਕੀਤੀ ਉਪਦੇਸ਼ ਦੇਣ ਵਾਸਤੇ। ਦੇਖੋ ਗੁਰਬਾਣੀ ਡੂੰਘੇ ਤੋਂ ਡੂੰਘੀ ਵੀ ਹੈ, ਇਸ ਨੂੰ ਸਮਝਣ ਵਾਸਤੇ ਤੀਖਣ ਬੁੱਧੀ ਵੀ ਚਾਹੀਦੀ ਹੈ, ਪਰ ਸਰਲ ਤੋਂ ਸਰਲ ਵੀ ਬਾਣੀ ਹੈ, ਜਿਹੜੀ ਸਿੱਧੀ ਭਾਸ਼ਾ ਵਿੱਚ ਸਮਝ ਆ ਜਾਂਦੀ ਏ। ਇਹ ਮਹਾਰਾਜ ਨੇ ਜਿਹੜੇ ਅਗਿਆਨੀ ਵਿਚਾਰੇ ਮੂਰਖ ਜਿਨ੍ਹਾਂ ਨੂੰ ਸਮਝ ਨਹੀਂ ਹੈ, ਉਹਨਾਂ ਵਾਸਤੇ ਬਾਣੀ ਉਚਾਰੀ ਵੀ ਸੌਖਾ ਸਮਝ ਜਾਣ। ਮਹਾਰਾਜ ਨੇ ਆਖਿਆ ਤੂੰ ਹਾਰ ਸ਼ਿੰਗਾਰ ਤੇ ਕਰਦਾ ਆ, ਪਰ ਕਾਨੇ ਵਾਂਗ ਤੂੰ ਸੜਿਆ ਹੋਇਆ। ਮਹਾਰਾਜ ਕਹਿੰਦੇ ਤੇਰੇ ਅੰਦਰ ਵਾਹਿਗੁਰੂ ਦਾ ਨਾਮ ਨਹੀਂ ਜੇ। ਉਹ ਕਾਨੇ ਵਾਂਗ ਹੀ ਸੜੇ ਹੋਏ ਨੇ। ਉਹਨਾਂ ਦੇ ਬੋਲ ਤਨ ਮਨ ਬਸ ਸੜੇ ਹੋਈ ਬੋਲ ਬੋਲਦੇ ਨੇ। ਅੰਦਰੋਂ ਈਰਖਾ ਦੀ ਅੱਗ ਲੱਗੀ ਹੋਈ ਹੈ, ਕਿਉਂਕਿ ਠੰਡਾ ਨਾਮ ਨਹੀਂ ਹੈ। ਕਲ ਤਾਤੀ ਠੰਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ ਪਾਓ। ਇਉਂ ਮਹਾਰਾਜ ਨੇ ਬਚਨ ਕੀਤਾ। ਭੁੱਲ ਚੁੱਕ ਦੀ ਖਿਮਾ। ਕੱਲ ਨੂੰ ਫੇਰ ਆ ਕੇ ਸਤਿਗੁਰੂ ਦੇ ਦਰ ਕਰ ਵਿਖੇ ਮਹਾਰਾਜ ਦੀ ਅੰਮ੍ਰਿਤਮਈ ਕਥਾ ਸੁਣ ਕੇ ਲਾਹੇ ਪ੍ਰਾਪਤ ਕਰੀਏ। ਭੁੱਲ ਚੁੱਕ ਦੀ ਖਿਮਾ। ਸੁਆਮੀ ਜੀ ਕਿਰਪਾ ਕਰਨ। ਸੱਚੇ ਪਾਤਸ਼ਾਹ ਸਤਿਗੁਰੂ ਜੀ ਦਾਸ ਨੂੰ ਬਖਸ਼ ਲੈਣ, ਆਪ ਸੰਗਤਾਂ ਨੇ ਬਖਸ਼ ਲੈਣਾ। ਭੁੱਲ ਚੁੱਕ ਦੀ ਖਿਮਾ। ਸਤਿਗੁਰੂ ਸੱਚੇ ਪਾਤਸ਼ਾਹ ਦੀਆਂ ਖੁਸ਼ੀਆਂ ਪ੍ਰਾਪਤ ਹੋਣ ਸਾਰਿਆਂ ਨੂੰ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਕਬੀਰ ਕੰਚਨ ਕੇ ਕੁੰਡਲ ਬਨੇ, ਊਪਰ ਲਾਲ ਜੜਾਓ, ਦਿਸਹਿ ਦਾਦੇ ਕਾਨ ਜਿਉ, ਜਿਨ ਮਨ ਨਾਹੀ ਨਾਉ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।